वर श्री हर गोविंद। हरि राय हर कृष्ण गुरु तेग बहादुर चंद। दसवें गोविंद सिंह गुरु नमो चरण अरविंद। श्री गुरु शब्द कमाए जिन जीते पंच विकार। तिन संतन को वंदना सिर चरणन पर तार। एक ओंकारा सतगुरु तेह प्रसाद सच होय। वाहिगुरु जी की फतेह विघ्न विनाशन सोय। वाहिगुरु जी की फतेह विघ्न विनाशन सोय। वाहिगुरु साहिब जियो दोहरा। सुध के सुनत कुटुंब सब चिंता के बस होए। बहुत बिसूरत दुखी मन विप्र दोह विद जोए। सुध के सुनत कुटुंब सब वाहिगुरु जी का खालसा वाहिगुरु जी की फतेह। परम सत्कारयोग गुरु खालसा साध संगत जी, गुरबाणी का कीर्तन आप सिख संगतां श्रवण कर रहे सी। गुरु हरगोबिंद साहिब जी का इतिहास भी आपां कीर्तन तो बाद सुनते हाँ, जो काफी समय तो मुड़ तो ही लड़ीवार रूप विच प्रारंभ होया है। जिस तरह सतगुरु हरगोबिंद साहिब महाराज जी ने अपने छोटे पोतरे श्री हरराय साहिब जी नूं गुरता गद्दी के तख्त उपर सुभायमान किया। तो कल दे दीवान विच आपां सारा विस्तार नाल प्रसंग सुनिया सी। जिस तरह देशां प्रदेशां तो चिट्ठी पत्र भेज के गुरसिख संगतां नूं सारे मसंदा सहित श्री कीरतपुर साहिब के बुला लिया गया सी। पहला होली का त्योहार मनाया गया, फिर 2 इतवार दिन आप जी ने कीरतपुर साहिब का जिहड़ा चौड़ा बाजार है उत्थे उच्चा थड़ा बनवा के विछाइयां करवाइया, चारणी ते चंदोआ तनवाया। सारी तैयारी करवा के आप जी गुरता गद्दी के उपर सुभायमान हो गए सन। इधर जिहड़े चौबदार है जिथे किथे सिख संगतां दे श्री कीरतपुर साहिब के 4 चफेरे तंबू लाए है, ठिकाने कीते है। सारिया विचों चक्कर कटिया, उसने फिरिया तुरिया गुरु का हुक्म सुनाया है कि अज दे दीवान दे विच कोई भी ऐसा गुरु का सिख ना होवे जिहड़ा उत्थे ना हाजरी करे। हम हमा के सारे उत्थे पहुंचो। यह जदों दीवान सज गया है, गुरबाणी का कीर्तन होण लग पिया है। संगत पूरी दीवान विच आ बैठी है। उस वेले गुरु हरगोबिंद साहिब महाराज जी ने 5 पैसे ते 1 नालियर लेके
ਸਾਰੀਆਂ ਸਿੱਖ ਸੰਗਤਾਂ ਦੇ ਦੇਖਦਿਆਂ ਉੱਠ ਖੜ ਕੇ ਸ੍ਰੀ ਹਰਿਰਾਏ ਸਾਹਿਬ ਆਪਣੇ ਪੋਤਰੇ ਦੇ ਅੱਗੇ ਚੀਜ਼ਾਂ ਵਸਤੂਆਂ ਰੱਖੀਆਂ ਹਨ ਤੇ 3 ਵਾਰੀ ਪਰਿਕਰਮਾ ਕਰਕੇ ਆਪ ਜੀ ਨੇ ਸੀਸ ਝੁਕਾਇਆ ਹੈ। ਨਾਲ ਆਗਿਆ ਕੀਤੀ ਹੈ, ਸੰਗਤ ਜੀ ਅੱਜ ਤੋਂ ਬਾਅਦ ਸਾਡੇ ਅਸਥਾਨ ਤੇ ਇਹ ਸਵਾਈਮਾਨ ਹੋ ਗਏ। ਸਾਡੇ ਸਮਾਨ ਹੀ ਇਹਨਾਂ ਨੂੰ ਸਮਝਣਾ ਹੈ, ਪੂਜਣਾ ਹੈ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਵਿੱਚੋਂ ਭਾਈ ਭਾਨਾ ਜੀ ਜੋ ਉਹਨਾਂ ਦੇ ਸੁਪੁੱਤਰੀ ਸਨ, ਉਹ ਵੀ ਕੇਸਰ ਤੇ ਚੰਦਨ ਆਦਿ ਰੋੜ ਕੇ ਮੱਥੇ ਤੇ ਤਿਲਕ ਲਗਾ ਦਿੱਤਾ ਹੈ। ਸੋਹਣੀ ਜਿਹੜਾ ਜਿਗਾ ਹੈ ਤੇ ਕਲਬੀ ਹੈ, ਉਹ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਸੀਸ ਤੇ ਸਵਾਈਮਾਨ ਕਰ ਦਿੱਤੀ ਹੈ। ਤੇ ਕੁਝ ਕੁ ਮਾਇਆ, ਕੁਝ ਹੋਰ ਜਿਹੜੀ ਜਰੀਦਾਰ ਵਸਤਰ ਹਨ, ਉਹ ਭੇਟਾ ਕੀਤੇ ਹਨ। ਜੋ ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰ ਨੇ ਵੀ ਮੱਥਾ ਟੇਕ ਦਿੱਤਾ ਹੈ। ਉਦੋਂ ਬਾਅਦ ਤਾਂ ਫਿਰ ਸੰਗਤਾਂ ਦਾ ਤੱਤ ਹੀ ਲੱਗ ਪਿਆ ਹੈ। ਆਪੋ ਆਪਣੀ ਵਾਰੀ ਉੱਠ ਉੱਠ ਕੇ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੁੱਲੀ ਜਾਣ ਕੇ ਹੁਕਮ ਮੰਨ ਕੇ ਸਾਰੇ ਖੁਸ਼ੀਆਂ ਨਾਲ ਚਾਅ ਨਾਲ ਸੀਸ ਝੁਕਾ ਰਹੇ, ਆਪੋ ਆਪਣੀਆਂ ਭੇਟਾਂ ਰੱਖ ਰਹੇ। ਇਸ ਤਰ੍ਹਾਂ ਜਦੋਂ ਸਿੱਖ ਸੰਗਤਾਂ ਜਿੱਥੇ ਖੁਸ਼ੀ ਦੀ ਲਹਿਰ ਹੈ, ਉੱਥੇ ਨਾਲ ਦੂਜੇ ਪਾਸੇ ਵੀ ਕਈਆਂ ਨੂੰ ਫਿਕਰ ਚਿੰਤਾ ਗਮ ਹੋਇਆ ਵੀ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਅਸਥਾਨ ਤੇ ਆਪਣੇ ਪੁੱਤਰੇ ਨੂੰ ਬਿਠਾ ਦਿੱਤਾ ਹੈ ਕਿ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਸੱਚਖੰਡ ਗਮਨ ਕਰ ਜਾਣਗੇ। ਜੋ ਦਰਸ਼ਨ ਦੀਦਾਰ ਅਸੀਂ ਇਹਨਾਂ ਦੇ ਕਰਦੇ ਰਹੇ ਹਨ, ਇਹਨਾਂ ਪਾਸੋਂ ਮਹਾਨ ਬਖਸ਼ਾਂ ਤੇ ਖੁਸ਼ੀਆਂ ਹਾਸਲ ਕਰਦੇ ਰਹੇ, ਉਹ ਨਹੀਂ ਹੁਣ ਸਾਨੂੰ ਦਰਸ਼ਨ ਹੋਣੇ, ਇਹਨਾਂ ਬਖਸ਼ਾਂ ਹੋਣੀਆਂ। ਇਸ ਕਰਕੇ ਸ਼ੋਕ ਗਮ ਦੇ ਵਿੱਚ ਵੀ ਹਨ। ਉਧਰ ਜਿਸ ਵੇਲੇ ਗੁਰੂ ਮਹਾਰਾਜ ਦੇ ਪਰਿਵਾਰ ਨੂੰ ਪਤਾ ਚੱਲਿਆ ਕਿ ਮਰਵਾਹੀ ਜੀ ਪਤਨੀ ਹੈ, ਦੂਸਰੀ ਨਾਨਕੀ ਜੀ ਹੈ, ਤੇ ਇਹਨਾਂ ਦੇ ਹਿਰਦਿਆਂ ਅੰਦਰ ਕੁਸ਼ੋਹ ਹੋਇਆ, ਘਬਰਾਹਟ ਹੋਈ, ਤਰ੍ਹਾਂ ਤਰ੍ਹਾਂ ਦੀਆਂ ਕਲਪਨਾ ਉੱਠਣ ਲੱਗੀਆਂ। ਸਾਰਾ ਪਰਿਵਾਰ ਚਿੰਤਾ ਵਿੱਚ ਘਿਰ ਗਿਆ। ਜਿਵੇਂ ਦੁਨਿਆਵੀ ਲੋਕ ਆਪੋ ਆਪਣੇ ਪੱਖ ਲਈ ਹਰ ਇੱਕ ਖਿੱਚ ਧੂ ਕਰਦਾ ਵੀ ਇਹ ਵਸਤੂ ਮੇਰੇ ਕੋਲ ਆ ਜਾਏ। ਉਹ ਸਾਰਾ ਕਵੀ ਜੀ ਨੇ ਛੰਦਾਬੰਦੀ ਵਿੱਚ ਪੂਰਾ ਗੁੰਥਨ ਕਰਕੇ ਇਹ ਪ੍ਰਸੰਗ ਕਿਹਾ ਹੈ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਦੀ ਜਿਹੜੀ ਪਤਨੀ ਮਰਵਾਹੀ ਹੈ, ਕਿਉਂਕਿ ਜਿਹੜੀ ਪਹਿਲੀ ਪਤਨੀ ਦਮੋਦਰੀ ਜੀ ਸਨ, ਉਹ ਤਾਂ ਭਾਈ ਕੀ ਡਰੋਲੀ ਜਿੱਥੇ ਇਹਨਾਂ ਦੀ ਵੱਡੀ ਭੈਣ ਰਾਮੋ ਰਹਿੰਦੀ ਸੀ, ਉੱਥੇ ਹੀ ਇਹ ਸਰੀਤੇ ਆ ਗਏ ਸਨ। ਉਹਨੇ 2 ਹੀ ਪਤਨੀਆਂ ਬਾਕੀ ਸੀ, ਮਰਵਾਹੀ ਤੇ ਨਾਨਕੀ ਜੀ। ਤੇ ਇਹਨਾਂ ਦੇ ਮਨਾਂ ਅੰਦਰ ਘਬਰਾਹਟ ਫੈਲੀ। ਉਹ ਕਵੀ ਜੀ ਨੇ ਸੋਹਣੇ ਢੰਗ ਨਾਲ ਛੰਦਾਬੰਦੀ ਵੀ ਸਾਰਾ ਪ੍ਰਸੰਗ ਬਿਆਨ ਕੀਤਾ ਵਾ ਜਾ ਰਿਹਾ ਹੈ। ਜਿਵੇਂ ਆਉਂਦਾ ਅਸੀਂ ਮਨ ਲਾ ਕੇ ਸੁਣੀਏ ਜੀ। ਸੁਧ ਕੇ ਸੁਨਤ ਕੁਟੰਬ ਸਭ। ਜਿਹੜੀ ਖਬਰਸਾਰ ਸੁਣ ਕੇ ਪੁੱਤਰੇ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਤਾ ਗੱਦੀ ਤੇ ਤਖਤ ਉੱਪਰ ਬਿਠਾ ਦਿੱਤਾ ਹੈ। ਇਹ ਖਬਰਸਾਰ ਸੁਣ ਕੇ ਸਾਰਾ ਜਿਹੜਾ ਗੁਰੂ ਮਹਾਰਾਜ ਦਾ ਪਰਿਵਾਰ ਹੈ ਚਿੰਤਾ ਕੇ ਬਸ ਹੋ, ਸਾਰਾ ਕਹਿੰਦੇ ਚਿੰਤਾ ਦੇ ਬਸ ਹੋ ਗਿਆ, ਅਧੀਨ ਹੋ ਗਿਆ ਹੈ। ਬਹੁਤ ਬਸੂਰਤ ਦੁਖੀ ਮਨ ਵਿੱਚ ਦੁਖੀ ਹੋ ਕੇ ਸਾਰਾ ਪਰਿਵਾਰ ਬੜਾ ਝੂਰਦਾ ਹੈ। ਵਿਪਰੈ ਦੋਹ ਬਿਦ ਜੋਏ, ਕਿਉਂਕਿ ਦੋਵੇਂ ਤਰ੍ਹਾਂ ਦੀ ਜਿਹੜੀ ਗੱਲ ਹੈ ਉਹ ਵਿਪਰੈ ਕੀ ਉਲਟੀ ਹੋ ਗਈ ਹੈ। ਇੱਕ ਤਾਂ ਸਾਡੇ ਪੁੱਤਰਾਂ ਨੂੰ ਗੁਰਤਾ ਗੱਦੀ ਦਾ ਤਖਤ ਨਹੀਂ ਮਿਲਿਆ ਹੈ,
ਦੂਜਾ ਪਤੀ ਸਤਿਗੁਰੂ ਜੀ ਹੁਣ ਸੱਚਖੰਡ ਗਮਨ ਕਰ ਰਹੇ ਹੈ, ਉਧਰ ਨੂੰ ਜਾਣ ਦੀਆਂ ਤਿਆਰੀਆਂ ਕਰ ਰਹੇ ਹੈ। ਜਦੋਂ ਇਹ ਸਮਾ ਗਏ ਫਿਰ ਸਾਡੇ ਹੱਥ ਵੱਸ ਤਾਂ ਕੁਝ ਨਹੀਂ ਰਹਿਣਾ, ਮਾਲਕੀ ਹੈ ਨਹੀਂ ਜਦੋਂ। ਹਾਂ, ਦੂਜਾ ਹੈ ਵੀ ਜੋ ਸਾਹਿਬਜ਼ਾਦਿਆਂ ਨੂੰ ਮਿਲਣਾ ਸੀ ਉਹ ਨਹੀਂ ਮਿਲਿਆ ਹੈ, ਉਹਦੇ ਥਾਂ ਸਾਡੇ ਪੋਤਰੇ ਲੈ ਗਏ ਸਭ ਕੁਝ। ਇਸ ਕਰਕੇ ਦੋਵੇਂ ਤਰ੍ਹਾਂ ਦੀਆਂ ਗੱਲਾਂ ਉਲਟੀਆਂ ਜਿਹੀਆਂ ਦੇਖ ਕੇ ਪਰਿਵਾਰ ਬੜਾ ਚਿੰਤਾ ਕਰਕੇ ਦੁਖੀ ਹੈ। ਚੌਪਈ ਭਈ ਛੁਬਤ ਔਰ ਸੁਨ ਮਰਵਾਹੀ। ਸੂਰਜਮਲ ਦੀ ਮਾਤਾ ਜਿਹੜੀ ਮਰਵਾਹੀ ਹੈ ਉਹ ਤਾਂ ਸੁਣ ਕੇ ਬੜੀ ਚਿੰਤਾਵਾਨ, ਬਹੁਤ ਹੀ ਕੁਸ਼ੋਭਾਨ, ਬੜੀ ਦੁਖੀ ਹੋਈ ਹੈ। ਜਿਸ ਕੋ ਹਿਤ ਹੋਇਓ ਕਿਮ ਨਾਹੀ। ਜਿਸ ਦੀ ਭਲੇ ਦੀ ਜਿਹੜੀ ਗੱਲ ਆ ਉਹ ਕਿਸੇ ਤਰ੍ਹਾਂ ਹੋਈ ਨਹੀਂ ਹੈ। ਮੋਹ ਪੁੱਤਰ ਉਚਤੀ ਸਭ ਬਾਤ। ਘਰ ਵਿੱਚ ਚਿੰਤਾ ਵਿੱਚ ਗ੍ਰਸੀ ਹੋਈ ਵਿਚਾਰਾਂ ਕਰ ਰਹੀ ਹੈ ਵੀ ਮੇਰੇ ਪੁੱਤਰ ਸੂਰਜਮਲ ਵਾਸਤੇ ਹੀ ਇਹ ਜਿਹੜੀ ਪਤੀ ਸਤਿਗੁਰਾਂ ਨੂੰ ਗੱਲਬਾਤ ਕਰਨੀ ਸੀ ਉਹ ਯੋਗ ਹੈ ਸੀ। ਭਾਗਵਰਤਾ ਗੱਦੀ ਮੇਰੇ ਪੁੱਤਰ ਨੂੰ ਮਿਲਣੀ ਚਾਹੀਦੀ ਸੀ। ਧਾਰਤ ਗੁਣ ਰਿਦਾ ਆਵਦਾਤ। ਕਿਉਂਕਿ ਮੇਰਾ ਪੁੱਤਰ ਜਿਹੜਾ ਸੂਰਜਮਲ ਹੈ ਉਹ ਉੱਜਲ ਹਿਰਦੇ ਵਾਲਾ ਹੈ, ਸਮੂਹ ਗੁਣਾਂ ਨੂੰ ਧਾਰਨ ਵਾਲਾ ਹੈ। ਭਾਵ ਦੇਵੀ ਗੁਣ ਉਸਦੇ ਹਿਰਦੇ ਅੰਦਰ ਸਾਰੇ ਹੀ ਹਨ। ਲੱਖ ਆਵਕਾਸ਼ ਗੁਰੂ ਢਿਗ ਆਈ। ਜਦੋਂ ਸਮਾਂ ਵੇਖਿਆ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਪਤੀ ਸਤਿਗੁਰਾਂ ਕੋਲ ਕੋਈ ਨਹੀਂ ਹੈ, ਉਹ ਵੇਲ ਜਾ ਸਮਾਂ ਜਾ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲੇ ਜਿਹੜੀ ਮਰਵਾਹੀ ਪਤਨੀ ਆ ਪਹੁੰਚੀ ਹੈ। ਬੈਠ ਆਪਣੀ ਬ੍ਰਿਥਾ ਸੁਨਾਈ। ਬੈਠ ਕੇ ਆਪਣੀ ਜਿਹੜੀ ਅੰਦਰਲੀ ਬਿਰਥਾ ਕੀ ਇਹ ਪੀੜਾ ਹੈ ਉਹ ਸੁਣਾਉਣਾ ਸ਼ੁਰੂ ਕੀਤੀ ਹੈ। ਮੋਹ ਸੁਤ ਮਹਿ ਕਿਆ ਆਵਗੁਣ ਜਾਨਾ। ਉਸ ਵੇਲੇ ਬੋਲੀ ਹੈ ਕਿ ਹੇ ਪਤੀ ਸਤਿਗੁਰੂ, ਮੇਰੇ ਜਿਹੜਾ ਪੁੱਤਰ ਸੂਰਜਮਲ ਹੈ ਇਹਦੇ ਅੰਦਰ ਤੁਸੀਂ ਕੀ ਕੋਈ ਔਗਣ ਦੋਸ਼ ਜਾਣ ਲਿਆ ਹੈ। ਜਿਸ ਤੇ ਰਾਖਿਓ ਛੂਛ ਸੁਜਾਨਾ। ਇਸ ਕਰਕੇ ਮੇਰੇ ਸਿਆਣੇ ਪੁੱਤਰ ਨੂੰ ਤੁਸੀਂ ਸਭ ਪਾਸੇ ਤੋਂ ਖਾਲੀ ਰੱਖ ਦਿੱਤਾ। ਰਾਵਰ ਕੇ ਅਨੁਸਾਰੀ ਸਦਾ। ਕਿਉਂਕਿ ਮੇਰਾ ਜਿਹੜਾ ਪੁੱਤਰ ਸੂਰਜਮਲ ਸੀ ਉਹ ਆਪ ਜੀ ਦੇ ਹਮੇਸ਼ਾ ਆਗਿਆ ਅਨੁਸਾਰੀ ਹੈ ਸੀ। ਮਾਨਤ ਰਹਿਓ ਹੁਕਮ ਜਦ ਕਦਾ। ਜਦੋਂ ਵੀ ਪਤੀ ਸਤਿਗੁਰੂ ਮੇਰੇ ਪੁੱਤਰ ਸੂਰਜਮਲ ਨੂੰ ਤੁਸੀਂ ਹੁਕਮ ਕਰਦੇ ਸੀ ਉਹ ਉਸੇ ਵੇਲੇ ਮੰਨਦਾ ਸੀ, ਸਤ ਵਚਨ ਕਹਿੰਦਾ ਸੀ, ਉਵੇਂ ਹੀ ਕਰਦਾ ਹੈ ਸੀ। ਜਿਸ ਕੋ ਚਿਤ ਸੇਵਾ ਮਹਿ ਰਹਿਓ। ਜਿਸ ਮੇਰੇ ਪੁੱਤਰ ਸੂਰਜਮਲ ਦਾ ਜਿਹੜਾ ਚਿੱਤ ਹਮੇਸ਼ਾ ਗੁਰੂ ਘਰ ਦੀ ਸੇਵਾ ਵਿੱਚ ਹੀ ਜੁੜਿਆ ਰਿਹਾ। ਅੰਤ ਸਮੈ ਲੋ ਕੁਛ ਨਹਿ ਲਹਿਓ। ਦੇਖ ਲੋ ਪਤੀ ਜੀ, ਉਹ ਸੇਵਾ ਕਰਨ ਦੇ ਨਾਲ ਮੇਰੇ ਪੁੱਤਰ ਨੂੰ ਆਪ ਜੀ ਦਾ ਹੁਣ ਅੰਤ ਦਾ ਸਮਾਂ ਹੋਇਆ, ਕੁਝ ਨਹੀਂ ਮਿਲ ਰਿਹਾ ਹੈ। ਘਰ ਕੇ ਕਹਾ ਕਰਹੇਂਗੇ ਰਾਵਰ ਪਾਛੈ। ਪਤੀ ਸਤਿਗੁਰੂ ਆਪ ਹੀ ਦੱਸੋ ਵੀ ਆਪ ਜਦੋਂ ਸੱਚਖੰਡ ਗਮਨ ਕਰ ਗਏ, ਆਪ ਤੋਂ ਬਾਅਦ ਮੇਰਾ ਪੁੱਤਰ ਭਲਾ ਕੀ ਕਰੇਗਾ। ਕਿਮ ਗੁਜਰਾਨ ਚਲਾਵੈ ਆਛੈ। ਹੁਣ ਸੋਹਣਾ ਇਹਦਾ ਗੁਜ਼ਾਰਾ ਚੱਲ ਰਿਹਾ ਹੈ, ਖੁੱਲੇ ਗੱਫੇ ਛਕ ਰਿਹਾ ਹੈ, ਆਪ ਤੋਂ ਬਾਅਦ ਇਹ ਕਿਵੇਂ ਗੁਜ਼ਾਰਾ ਚਲਾਏਗਾ ਪਰਿਵਾਰ ਦੇ ਪਾਲਣ ਪੋਸ਼ਣ ਦਾ। ਘਰ ਕੇ ਖਰਚ ਅਨੇਕ ਪ੍ਰਕਾਰ। ਆਪ ਜੀ ਜਾਣਦੇ ਹੋ ਵੀ ਜਿਹੜੇ ਗ੍ਰਸਤੀ ਲੋਕ ਹੁੰਦੇ ਉਹਨਾਂ ਦੇ ਘਰਾਂ ਦੇ ਜਿਹੜੇ ਖਰਚ ਅਨੇਕਾਂ ਤਰ੍ਹਾਂ ਦੇ ਹੁੰਦੇ ਹਨ। ਆਪ ਲਓ ਆਪ ਲੇਤ ਸਭ ਸਾਰਾ। ਹੁਣ ਤੱਕ ਤਾਂ ਹੈ ਪਤੀ ਸਤਿਗੁਰੂ ਜੀ ਸਾਰੇ ਪਰਿਵਾਰ ਦੀ ਜਿਹੜੀ ਖਬਰ ਸਾਰਾ ਚੰਗੀ ਤਰ੍ਹਾਂ ਆਪ ਹੀ ਲੈ ਰਹੇ ਸੀ। ਜਗ ਗੁਰ ਸਭ ਤੇ ਆਹੋ ਵਡੇਰੇ। ਕਿਉਂਕਿ ਆਪ ਸੰਸਾਰ ਦੇ ਗੁਰੂ ਹੋ, ਬਾਕੀਆਂ ਪੀਰਾਂ ਫਕੀਰਾਂ ਪਾਤਸ਼ਾਹਾਂ ਨਾਲੋਂ ਸਭ ਤੋਂ ਵੱਡੇ ਹੋ। ਦੇਤ ਉਪਾਇਨ ਲੋਕ ਕਨੇਰੇ। ਬੇਅੰਤ ਬੇਅੰਤ ਜਿਹੜੇ ਗੁਰਸਿੱਖ ਲੋਕ ਉਹ ਆਪ ਜੀ ਨੂੰ ਭੇਟਾਵਾਂ ਲਿਆ ਲਿਆ ਕੇ ਦਿੰਦੇ ਸੀ, ਮੱਥੇ ਟੇਕਦੇ ਸਨ। ਪੁੱਤਰ ਆਪ ਕੇ ਜੇ ਇਮ ਰਹੈ। ਪਰ ਆਪ ਜੀ ਦੇ ਜਿਹੜੇ ਪੁੱਤਰ ਨੇ ਨਾ ਸੂਰਜਮਲ ਅਣੀ ਰਾਏ ਜੀ ਅਜੇ ਐਂ ਖਾਲੀ ਰਹਿ ਗਏ। ਦੇਖਹਿ ਨਰ ਤਬ ਕਿਆ ਜਸ ਕਹੈ।
ਫੇਰ ਮਹਾਰਾਜ ਜਦੋਂ ਦੇਖਣਗੇ ਲੋਕ ਝਾਤੀ ਮਾਰ ਕੇ ਇਹਨਾਂ ਬੱਲੀ ਵੀ ਇਹਨਾਂ ਨੂੰ ਤਾਂ ਕੁਝ ਨਹੀਂ ਮਿਲਿਆ ਹੈ, ਇਹਨਾਂ ਦੇ ਅੰਦਰ ਕੋਈ ਗੁਣ ਔਗਣ ਹੋਣਾ ਹੈ। ਇਹ ਦੱਸੋ ਮਹਾਰਾਜ ਇਹਨਾਂ ਨੂੰ ਕੀ ਕਹਿਣਗੇ, ਇਹਨਾਂ ਦਾ ਕੀ ਜਸ ਆਖਣਗੇ। ਪਰ ਹੈ ਮੰਦ ਇਨ ਕੀ ਗੁਜਰਾਨ। ਵੀ ਤਾਂ ਬਾਅਦ ਤੋਂ ਇਹਨਾਂ ਦਾ ਜਿਹੜਾ ਪਰਿਵਾਰ ਦਾ ਗੁਜ਼ਾਰਾ ਹੁਣ ਸੋਹਣਾ ਚੱਲ ਰਿਹਾ, ਇਹ ਕਹਿੰਦੇ ਮੰਦ ਪੈ ਜਾਏਗਾ, ਭਾਵ ਗੁਜ਼ਾਰਾ ਬੜਾ ਮੁਸ਼ਕਲ ਜਾ ਹੋ ਜਾਏਗਾ। ਤਬ ਇਹ ਕਹਾ ਕ੍ਰਿਤ ਕੋ ਠਾਨ। ਜਦੋਂ ਹਮਾਰਾ ਘਰ ਦੇ ਵਿੱਚ ਕੁਝ ਹੋਇਆ ਨਾ, ਗੁਜ਼ਾਰਾ ਚੱਲਿਆ ਨਾ, ਦੱਸੋ ਫਿਰ ਮੇਰੇ ਪੁੱਤਰੇ ਕੀ ਕੰਮ ਕਰਤੱਵ ਕਰਨਗੇ। ਅਬ ਲੋ ਸੀਖੇ ਨਹਿ ਕੁਛ ਕਰਬੋ। ਹਾਂ ਹੁਣ ਤੱਕ ਇਹ ਜਿਹੜਾ ਕੋਈ ਕੰਮ ਕਾਰ ਬਿਲਕੁਲ ਕਹਿੰਦੇ ਸਿੱਖੇ ਹੀ ਨਹੀਂ ਹੈ। ਪਿਤਾ ਸਮਰੱਥ ਉਦਾਰ ਵਿਚਰਬੋ। ਕਿਉਂਕਿ ਵਿਚਾਰਦੇ ਹਨ ਵੀ ਸਾਡੇ ਪਿਤਾ ਸਾਰੇ ਕਰਤੱਵ ਕਰਨ ਵਿੱਚ ਤੇ ਸਮਰੱਥ ਹੈ, ਤਾਕਤਵਰ ਵੀ ਆਪੇ ਕਰੀ ਕਰਾਈ ਜਾ ਰਹੇ, ਸਾਨੂੰ ਪਿਓ ਦੇ ਹੁੰਦਿਆਂ ਕੀ ਫਿਕਰ ਫਾਕਾ ਹੈ। ਇਹ ਮਾਲਿਕ ਥੇ ਪੁੱਤਰ ਤੁਮਾਰੇ। ਆਪ ਜਾਣਦੇ ਹੋ ਵੀ ਆਪ ਜੀ ਤੋਂ ਬਾਅਦ ਸਾਰਾ ਜਿਹੜਾ ਕਰਦਾ ਧਨ ਪਦਾਰਥ ਹੈ, ਉਹਦੇ ਮਾਲਕ ਤਾਂ ਸਾਰੇ ਤੁਹਾਡੇ ਪੁੱਤਰ ਹੀ ਸਨ। ਸਭ ਬਿਦ ਛੂਛੇ ਰਾਖ ਲਚਾਰੇ। ਮਹਾਰਾਜ ਸਭ ਤਰ੍ਹਾਂ ਤੋਂ ਕਰਕੇ ਸਭ ਪਾਸੇ ਤੋਂ ਇਹਨਾਂ ਨੂੰ ਖਾਲੀ ਰੱਖ ਕੇ ਹੁਣ ਚਲੇ ਜਾ ਰਹੇ। ਕਹਾ ਕਰ ਹੈ ਅਬ ਦੇਹੋ ਬਿਤਾਏ। ਮਹਾਰਾਜ ਸਾਡੇ ਪੁੱਤਰ ਹੁਣ ਕੀ ਕਰਨਗੇ, ਉਹ ਤੁਸੀਂ ਆਪ ਹੀ ਖੋਲ ਕੇ ਸਾਨੂੰ ਦੱਸ ਦਿਓ ਜਾਂ ਕਰ ਲਿਆ ਕਰੋ ਤੁਸੀਂ। ਜਥਾ ਜੀਵ ਕਾ ਇਹ ਚਲਾਏ। ਸ਼ਰਾਬ ਜੀ ਤੋਂ ਬਾਅਦ ਆਪਣਾ ਪਰਿਵਾਰ ਦਾ ਜਿਹੜਾ ਗੁਜ਼ਾਰਾ ਹੈ, ਖਾਣ ਪੀਣ ਦਾ ਗੁਜ਼ਾਰਾ ਇਹ ਕਰ ਕਰਾ ਲੈਣ, ਚਲਾ ਲੈਣ। ਪੋਤਰਾ ਮਾਲਿਕ ਆਪ ਬਣਾਇਆ। ਕਿਉਂਕਿ ਜਿਹੜਾ ਛੋਟਾ ਪੋਤਰਾ ਹਰਾਏ ਸੀ, ਉਹ ਤਾਂ ਆਪ ਜੀ ਨੇ ਸਭ ਵਸਤੂਆਂ ਦਾ ਮਾਲਕ ਬਣਾ ਦਿੱਤਾ। ਗੁਰਤਾ ਦੇਵ ਕਰ ਬਹੁ ਵਿਦਤਾਇਆ। ਗੁਰਤਾ ਗੱਦੀ ਦਾ ਤਖਤ ਦੇ ਕੇ ਉਹਨਾਂ ਨੂੰ ਸਾਰੇ ਸੰਸਾਰ ਦੇ ਵਿੱਚ ਹਰ ਤਰ੍ਹਾਂ ਕਰਕੇ ਬਹੁਤਾ ਪ੍ਰਗਟ ਪ੍ਰਤੱਖ ਮਸ਼ਹੂਰ ਕਰ ਦਿੱਤਾ। ਚਚੇ ਸ਼ਰੀਕਨ ਕੋ ਮਨ ਜਾਣ ਹੈ। ਇਹ ਜਿਹੜੇ ਪੋਤਰੇ ਹਨ ਵੀ ਇਹ ਜਿਹੜੇ ਚਾਚੇ ਸਾਡੇ ਸੂਰਜ ਮਲ ਅਣੀ ਰਾਏ, ਇਹਨਾਂ ਨੂੰ ਤਾਂ ਆਪਣੇ ਮਨ ਵਿੱਚ ਸ਼ਰੀਕ ਜਾਣਨਗੇ। ਪ੍ਰੇਮ ਹਾਰ ਰਾਏ ਪ੍ਰੇਮ ਕੋ ਠਾਨ ਹੈ। ਆਪ ਜੀ ਦੇ ਜਿਹੜੇ ਪੋਤਰੇ ਹਰਾਏ ਸਹਿ, ਉਹ ਕਿਵੇਂ ਚਾਚਿਆਂ ਨਾਲ ਪ੍ਰੇਮ ਕਰਨਗੇ, ਉਹ ਤਾਂ ਸਮਝਣਗੇ ਵੀ ਸਾਡੇ ਸ਼ਰੀਕੇ ਵਾਲੇ ਹੈ। ਸੁਨ ਸ੍ਰੀ ਹਰਿ ਗੋਬਿੰਦ ਬਖਾਨੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਪਤਨੀ ਦੀ ਸਾਰੀ ਗੱਲਬਾਤ ਸੁਣ ਕੇ ਕਿਹਾ ਹੈ। ਕਿਉ ਚਿੰਤਾ ਚਿਤ ਕੀਨ ਮਹਾਨੀ। ਕਹਿਣ ਲੱਗੇ ਪਤਨੀ ਆਪਣੇ ਮਨ ਦੇ ਵਿੱਚੋਂ ਕਿਉਂ ਬਹੁਤੀ ਤੂੰ ਚਿੰਤਾ ਕੀਤੀ ਹੋਈ ਹੈ। ਮਤ ਸਾਰ ਆਦ ਤਿਆਗ ਔਰ ਦੀਜੈ। ਦੇ ਅੰਦਰ ਵੀ ਪੋਤਰਿਆਂ ਨੂੰ ਕਿਉਂ ਸਾਰਾ ਕੁਝ ਮਿਲ ਗਿਆ, ਜਿਹੜੀ ਈਰਖਾ ਜੀ ਨਾ ਸਾਰੀ ਤੋਂ ਛੱਡਦੇ, ਹਿਰਦੇ ਵਿੱਚੋਂ ਕੱਢਦੇ। ਨਹੀਂ ਸ਼ੋਭ ਕੋ ਮਨ ਮਹਿ ਕੀਜੈ। ਈਰਖਾ ਬਸ ਹੋ ਕੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੁਸ਼ੋਭ ਨਾ ਧਾਰਨ ਕਰ, ਤੂੰ ਘਬਰਾ ਨਾ ਤੇ ਕੋਈ ਚਿੰਤਾ ਗੁੱਸਾ ਨਾ ਕਰ। ਗੁਰ ਕੇ ਸਿੱਖ ਜੇ ਸਿਦਕ ਕਮਾਵੇ। ਇਹ ਪਤਨੀ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਸਿੱਖ ਸੇਵਕ ਹੈ, ਜਿਹੜੇ ਭਰੋਸਾ ਕਰਕੇ ਕੋਈ ਕਮਾਈ ਕਰਦੇ, ਗੁਰੂ ਕੇ ਬਚਨਾਂ ਨੂੰ ਕਮਾਉਂਦੇ ਐ। ਤਿੰਨ ਪਰ ਵਾਹੇ ਨ ਸਭ ਕਿਛ ਪਾਵੇ। ਉਹ ਕਮਾਈ ਕਰਨ ਵਾਲਿਆਂ ਗੁਰਸਿੱਖਾਂ ਨੂੰ ਕਹਿੰਦੇ ਕੋਈ ਪਰਵਾਹ ਨਹੀਂ ਰਹਿੰਦੀ, ਉਹ ਸਭ ਕੁਝ ਪਾਉਂਦੇ ਗੁਰੂ ਘਰ ਤੋਂ ਬਖਸ਼ਿਸ਼ਾਂ। ਦੋਹ ਲੋਕਨ ਕੇ ਸੁਖ ਕੋ ਲੇਤ। ਐਸੇ ਗੁਰੂ ਕੇ ਸਿੱਖ, ਗੁਰੂ ਕੇ ਬਚਨਾਂ ਨੂੰ ਕਮਾਉਣ ਵਾਲੇ ਦੋਹਾਂ ਲੋਕਾਂ ਦੇ ਸੁਖ ਲੈ ਲੈਂਦੇ ਗੁਰੂ ਘਰ ਵਿੱਚੋਂ। ਕਮੀ ਨ ਕੋਈ ਰਹਿ ਨਿਕੇਤ। ਦੇਖ ਲਓ ਨਾ ਗੁਰਸਿੱਖ ਕਮਾਈ ਕਰਨ ਵਾਲਿਆਂ ਨੂੰ ਘਰਾਂ ਦੇ ਵਿੱਚ ਕੋਈ ਟੋਟ ਘਾਟ ਨਹੀਂ ਰਹਿੰਦੀ ਹੈ। ਇਹ ਗੁਰ ਕੇ ਸੁਤ ਸਭ ਕਿਛ ਲਾਇਕ। ਇਹ ਜਿਹੜੇ ਗੁਰੂ ਕੇ ਸੁਪੁੱਤਰ ਹੈ, ਸਭ ਤਰ੍ਹਾਂ ਕਰਕੇ ਜੋਗ ਹਨ। ਸਕਲ ਸੰਗਤਾ ਚਰਨ ਮਨਾਇਕ। ਗੁਰੂ ਕੀਆਂ ਸਿੱਖ ਸੰਗਤਾਂ ਹੈ, ਗੁਰੂ ਕੇ ਸਾਹਿਬਜ਼ਾਦੇ ਜਾਣ ਕੇ ਇਹਨਾਂ ਦੇ ਚਰਨਾਂ ਨੂੰ ਵੀ ਮਨਾਉਣ ਪੂਜਣ ਗੀਆਂ। ਇਨ ਕੋ ਕਹਾ ਰਹਿ
ਪਰਵਾਹੂ। ਇਸ ਕਰਕੇ ਹੈ ਪਤਨੀ ਇਹਨਾਂ ਪੁੱਤਰਾਂ ਨੂੰ ਭਲਾ ਕਿਹੜੀ ਵਸਤੂ ਦੀ ਕੋਈ ਪਰਵਾਹ ਰਹਿਣੀ, ਘਾਟ ਰਹਿਣੀ ਹੈ। ਸਰਬ ਪਦਾਰਥ ਹੋਵੇ ਘਰ ਮਾਹੂ। ਹਾਂ, ਸਾਥੋਂ ਬਾਅਦ ਵਿੱਚ ਵੀ ਸਾਰੇ ਪਦਾਰਥ ਇਹਨਾਂ ਦੇ ਘਰਾਂ ਦੇ ਵਿੱਚ ਖੁੱਲੇ ਰੂਪ ਵਿੱਚ ਹੋਵਣਗੇ। ਗੁਰਤਾ ਕੀ ਦੀਰਘ ਵਡਿਆਈ। ਬਾਕੀ ਜਿਹੜੀ ਗੁਰੂ ਨਾਨਕ ਸਾਹਿਬ ਦੇ ਗੁਰਤਾ ਗੱਦੀ ਦੀ ਮਹਾਨ ਵੱਡੀ ਵਡਿਆਈ ਹੈ। ਸੋ ਪ੍ਰਭ ਕੇ ਕਰ ਹੈ ਸਦਾਈ। ਇਹ ਪਤਨੀ ਉਹ ਤਾਂ ਸਾਡੇ ਹੱਥ ਨਹੀਂ, ਉਹ ਤਾਂ ਪਰਮੇਸ਼ਰ ਦੇ ਅਧੀਨ ਹੈ ਹਮੇਸ਼ਾ। ਜੋ ਲਾਇਕ ਸੋਈ ਇਸ ਪਾਵੈ। ਜਿਹੜਾ ਗੁਰਤਾ ਗੱਦੀ ਦੇ ਯੋਗ ਹੁੰਦਾ ਹੈ, ਉਹੀ ਇਹ ਗੁਰਤਾ ਗੱਦੀ ਦੇ ਤਖਤ ਨੂੰ ਪਾਉਂਦਾ ਹੈ। ਨਹਿ ਉਪਾਏ ਤੇ ਕਿਮ ਬਨ ਆਵੈ। ਇਹ ਗੁਰਤਾ ਗੱਦੀ ਵਾਸਤੇ ਕੋਈ ਉਪਰਾਲੇ ਹੀਲੇ ਕਰੇ, ਭਜ ਨਠ ਜੀ ਕਰੇ, ਕਹਿੰਦੇ ਫਿਰ ਵੀ ਉਹਨੂੰ ਇਹ ਗੁਰਤਾ ਗੱਦੀ ਦਾ ਤਖਤ ਬਣਿਆ ਨਹੀਂ ਆਉਂਦਾ, ਉਹਨੂੰ ਪ੍ਰਾਪਤ ਨਹੀਂ ਹੁੰਦਾ। ਸੁਤ ਪੌਤਰੇ ਆਦਿਕ ਪ੍ਰਿਯ ਜੋਏ। ਸਾਡੇ ਜਿਹੜੇ ਪੁੱਤਰ ਹਨ, ਪੋਤਰੇ ਹਨ, ਹੋਰ ਜਿਹੜੇ ਕੋਈ ਪਿਆਰੇ ਹਨ, ਨਹੀਂ ਸਮਰੱਥ ਲਾਏ ਬੇ ਕੋਏ। ਇਹਨਾਂ ਵਿੱਚੋਂ ਕੋਈ ਵੀ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਗੁਰਤਾ ਗੱਦੀ ਦਾ ਤਖਤ ਹੈ, ਆਪਣੇ ਹੀਲੇ ਨਾਲ ਭਜ ਨਠ ਕਰਕੇ ਲੈਣ ਯੋਗ ਨਹੀਂ ਹੋ ਸਕਦਾ। ਪ੍ਰਥਮ ਗੁਰਨ ਕੋ ਚਿਤਵੈ ਨਾਹੀ। ਇਹ ਪਤਨੀ ਪਹਿਲੇ ਜਿਹੜੇ ਸਤਿਗੁਰੂ ਹੋਏ, ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਜੀ, ਉਹਨਾਂ ਦੇ ਨੂੰ ਤੂੰ ਕਿਉਂ ਹੀ ਇਹ ਚੇਤੇ ਕਰਦੀ ਹੈ ਬਚਨਾਂ ਨੂੰ ਤੇ ਵਿਚਾਰਾਂ ਨੂੰ, ਕਰਤੱਵਾਂ ਨੂੰ। ਸਕਲ ਕੁਟੰਬ ਹੁਤੋ ਤਿੰਨ ਪਾਹੀ। ਇਹ ਸਾਰਾ ਪਰਿਵਾਰ ਉਹਨਾਂ ਦੇ ਸਤਿਗੁਰਾਂ ਦੇ ਕੋਲ ਹੀ ਹੈ ਸੀ, ਹਜ਼ੂਰੀ ਵਿੱਚ ਹੀ ਰਹਿੰਦਾ ਸੀ। ਦੇਖਿਓ ਉਚਿਤ ਦਾਸ ਕੋ ਦਈ। ਇਹ ਗੁਰੂ ਨਾਨਕ ਸਾਹਿਬ ਜੀ ਨੇ ਦਾਸ ਨੂੰ ਜੋਗ ਦੇਖਿਆ, ਉਹ ਗੁਰੂ ਅੰਗਦ ਸਾਹਿਬ ਜੀ ਸੀ। ਗੁਰੂ ਅੰਗਦ ਸਾਹਿਬ ਜੀ ਨੇ ਅਮਰਦਾਸ ਸਾਹਿਬ ਜੀ ਨੂੰ ਦਾਸ ਨੂੰ ਸੰਜੋਗ ਦੇਖਿਆ, ਫਿਰ ਉਹਨਾਂ ਨੂੰ ਇਹ ਗੁਰਤਾ ਗੱਦੀ ਦੇ ਦਿੱਤੀ। ਪ੍ਰਿਯ ਸਨ ਬੰਦੀ ਕਿਨਹੋ ਨ ਲਈ। ਪਿਆਰੇ ਜਿਹੜੇ ਪੁੱਤਰ ਸੀ ਜਾਂ ਹੋਰ ਕੋਈ ਸੰਬੰਧੀ ਸੀ, ਕਿਸੇ ਨੇ ਵਸਤੂ ਲੈ ਨਹੀਂ ਲਈ। ਆਪ ਪੁੱਤਰ ਵੀ ਰਹਿ ਗਏ, ਸਾਖ ਸੰਬੰਧੀ ਵੀ ਰਹਿ ਗਏ, ਗੁਰੂ ਕੇ ਸਿੱਖ ਸੇਵਕ ਨੇ ਉਹ ਵਸਤੂ ਲੈ ਲਈ, ਕਿਉਂਕਿ ਜੋਗ ਸੀ ਉਹ। ਸੁਨ ਮਰਵਾਹੀ ਰਿਸ ਔਰ ਭਾਰੀ। ਇਸ ਤਰ੍ਹਾਂ ਦੇ ਸੱਚੇ ਸੁੱਚੇ ਵਚਨ ਸੁਣ ਕੇ ਮਰਵਾਹੀ ਦੇ ਮਨ ਦੇ ਵਿੱਚ ਤਾਂ ਬੜਾ ਗੁੱਸਾ ਚੜ ਗਿਆ ਹੈ। ਪ੍ਰਿਯ ਸਨ ਬੰਦੀ ਕਿਨਹੋ ਨ ਲਈ। ਚਲਿਆ ਗਿਆ ਕਰਹਿ ਬਾਰਤਾ ਟਾਰਨ ਵਾਰੀ। ਹਾਂ ਵੀ ਇਹ ਜਿਹੜੇ ਪਤੀ ਸਤਿਗੁਰੂ ਇਹ ਤਾਂ ਗੱਲਾਂ ਬਾਤਾਂ ਟਾਲ ਮਟੋਲ ਵਾਲੀਆਂ ਕਰ ਰਹੇ। ਇਨ ਕੋ ਤਨ ਤਿਆਗਨ ਕੋ ਸਮੈ। ਵਿਚਾਰ ਕਰ ਰਹੇ ਵੀ ਇਹਨਾਂ ਦੇ ਸਰੀਰ ਦੇ ਤਿਆਗਣ ਦੇ ਸਮੇਂ ਪਾਛੇ ਕੌਣ ਮਾਨ ਹੈ ਹਮੈ। ਲੱਗੀ ਬੁੜ ਕਰਨ, ਕਹਿੰਦੇ ਸਾਨੂੰ ਬਾਅਦ ਵਿੱਚ ਕਿਹਨੇ ਇੱਥੇ ਪੁੱਛਣਾ ਦੱਸਣਾ। ਪਤ ਪਰ ਕੀ ਪਤ ਪਰ ਹੀ ਹਮਰੋ ਭਰ ਵਾਸਾ। ਜਿਹੜੇ ਪਤੀ ਹਰਗੋਬਿੰਦ ਸਾਹਿਬ ਸੀ, ਇਹਦੇ ਉੱਪਰ ਹੀ ਮੈਨੂੰ ਭਰੋਸਾ ਸੀ, ਇਹ ਵੀ ਕੋਈ ਮਾੜਾ ਮੋਟਾ ਮੇਰੇ ਪੁੱਤਰਾਂ ਨੂੰ ਮੈਨੂੰ ਕੋਈ ਦੇਣ ਲੈਣਗੇ। ਇਨ ਤੇ ਭੀ ਅਬ ਭਏ ਨਿਰਾਸ਼ਾ। ਰੌਲਾ ਪਾਉਣ, ਕਹਿੰਦੇ ਇਹ ਗੁਰੂ ਵੱਲੋਂ ਪਤੀ ਵੱਲੋਂ ਵੀ ਅਸੀਂ ਨਿਰਾਸ਼ੇ ਹੋ ਗਏ, ਨਹੀਂ ਕੋਈ ਦਿੰਦੇ ਲੱਗਦੇ ਸਾਨੂੰ। ਪਤ ਕੇ ਜੀਵਤ ਵਹਿਰ ਸਿਧਾਉ। ਆਉਣ ਲੱਗੀ ਬੋਲਣ, ਕਹਿੰਦੇ ਪਤੀ ਗੁਰੂ ਦੇ ਜਿਉਂਦਿਆਂ ਜਿਉਂਦਿਆਂ ਮੈਂ ਤਾਂ ਬਾਹਰ ਕਿਤੇ ਚਲੀ ਜਾਊਂਗੀ। ਕੈ ਅਬ ਵਸਤ ਇਨੋ ਤੇ ਪਾਉ। ਨਹੀਂ ਤਾਂ ਫਿਰ ਇਹਨਾਂ ਤੋਂ ਕੋਈ ਨਾ ਕੋਈ ਆਪਣੇ ਪੁੱਤਰਾਂ ਵਾਸਤੇ ਕੋਈ ਵਸਤੂ ਪਾਉਂਗੀ, ਨਹੀਂ ਤਾਂ ਜੀਂਦਿਆਂ ਜਿਹਨੇ ਮੈਂ ਘਰ ਛੱਡ ਕੇ ਜਾਣਾ ਹੈ। ਇਨ ਵਿਚਾਰ ਚਿਤ ਮਹਿ ਉਪਜਾਈ। ਇਸ ਤਰ੍ਹਾਂ ਦੀ ਜਿਹੜੀ ਵਿਚਾਰ ਹੈ ਮਰਵਾਹੀ ਨੇ ਆਪਣੇ ਚਿੱਤ ਵਿੱਚ ਪ੍ਰਗਟ ਪੈਦਾ ਕੀਤੀ। ਗੁਰੂ ਨਿਕਟ ਤੇ ਉੱਠ ਕਰ ਆਈ। ਫੇਰ ਕੀ ਰੌਲਾ ਜਾ ਪਾਉਂਦਿਆਂ ਹੋਇਆਂ ਗੁਰੂ ਮਹਾਰਾਜ ਦੇ ਪਾਸੋਂ ਉੱਠ ਕੇ ਘਰ ਵੱਲ ਨੂੰ ਆ ਗਈ। ਨਿਜ ਘਰ ਮਹਿ ਸਭ ਤਿਆਰੀ ਕੀਨ। ਆਪਣੇ ਘਰ ਦੇ ਵਿੱਚ ਆਉਂਦਿਆਂ ਚੱਲਣ ਦੀ ਸਾਰੀ ਤਿਆਰੀ ਖਿੱਚ ਲਈ ਨੇ। ਸੂਰਜ
ਮਲ ਬੁਲਾਏ ਢਿਗ ਲੀਨ ਜਿਹੜਾ ਆਪਣਾ ਪੁੱਤਰ ਸੂਰਜਮਲ ਸੀ ਉਸ ਨੂੰ ਆਵਾਜ਼ ਮਾਰ ਕੇ ਕੋਲ ਬੁਲਾ ਲਿਆ। ਸੁਨਹੁ ਪੁੱਤਰ ਅਬ ਕਿਆ ਹਮ ਕਾਜੂ ਬੁਲਾ ਕੇ ਕਹਿਣ ਲੱਗੀ ਪੁੱਤਰ ਸੁਣ ਲਾ ਹੁਣ ਸਾਡਾ ਇੱਥੇ ਘਰ ਵਿੱਚ ਰਹਿਣਾ ਭਲਾ ਕੀ ਕੰਮ ਹੈ। ਕਰੇ ਨਿਰਾਸ ਗੁਰੂ ਮਹਾਰਾਜੂ ਜਿਹੜੇ ਸਾਡੇ ਪਤੀ ਗੁਰੂ ਮਹਾਰਾਜ ਸੀ ਉਹਨਾਂ ਨੇ ਸਾਨੂੰ ਸਭ ਪਾਸੇ ਤੋਂ ਨਿਰਾਸੇ ਕਰਤਾ ਕੁਝ ਨਹੀਂ ਦਿੰਦੇ ਲੈਂਦੇ ਲੱਗਦੇ। ਇਨਕੋ ਤਨ ਜਬ ਲਗ ਥਿਰ ਅਹੈ ਪੁੱਤਰ ਜਿੰਨਾ ਚਿਰ ਇਹਨਾਂ ਜਿਹੜਾ ਸਰੀਰ ਹੈ ਕਹਿੰਦੇ ਇੱਥੇ ਸੰਸਾਰ ਤੇ ਟਿਕਿਆ ਹੈ ਤਬ ਲੋ ਇਹਾ ਰਹਿਨ ਹਮ ਲਹੈ ਉਹਨਾਂ ਚਿਰ ਤਾਂ ਅਸੀਂ ਆ ਘਰ ਦੇ ਵਿੱਚ ਕਹਿੰਦੇ ਰਹਿਣਾ ਲੈ ਸਕਦੇ ਇਹ ਘਰ ਵਿੱਚ ਰਹਿ ਸਕਦੇ ਹਾਂ। ਉਨ ਹਰ ਰਾਏ ਮਾਲਕੀ ਲੀਨ ਕਿਉਂਕਿ ਉਹਨਾਂ ਤੋਂ ਬਾਅਦ ਤਾਂ ਸਭ ਕੁਝ ਦੀ ਜਿਹੜੀ ਮਾਲਕੀ ਹੈ ਉਹ ਤਾਂ ਰਾਏ ਸੇ ਪੁੱਤਰ ਨੇ ਲੈ ਲਈ ਹੋਈ। ਕਿਮ ਕੁਛ ਦੇ ਸ਼ਰੀਕਾ ਚੀਨ ਉਹ ਕਹਿੰਦੇ ਤੈਨੂੰ ਸ਼ਰੀਕੇ ਵਾਲੇ ਜਾਣ ਕੇ ਤੈਨੂੰ ਭਲਾ ਕੀ ਦੇਗਾ ਪੁੱਤਰ। ਵੱਡੇ ਪੌਤਰ ਨੇ ਪੁਰ ਕਰਤਾਰ ਤੂੰ ਜਾਣਦਾ ਹੀ ਹੈ ਜਿਹੜਾ ਵੱਡਾ ਪੋਤਰਾ ਧੀਰਮਲ ਹੈ ਉਹਨੇ ਕਰਤਾਰਪੁਰ ਸਾਹਿਬ ਸੰਭਾਲ ਲਿਆ। ਛਲ ਕਰ ਲੀਨੋ ਸਰਬ ਸੰਭਾਰ ਛੜ ਪ੍ਰੇਮ ਕਰਕੇ ਸਾਰਾ ਕੁਝ ਉਹਨੇ ਉੱਥੇ ਸੰਭਾਲ ਲਿਆ ਸਾਡਾ। ਤਹਾ ਗ੍ਰੰਥ ਸਾਹਿਬ ਭੀ ਰਾਖਿਓ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਉਹਨੇ ਉੱਥੇ ਕਹਿੰਦੇ ਛਲ ਪ੍ਰੇਮ ਨਾਲ ਆਪਣੇ ਕੋਲ ਰੱਖ ਲਿਆ। ਨਹੀਂ ਪਿਤਾ ਮੈਂ ਕੋ ਢਿਗ ਕਾਂਖਿਓ ਦੇਖ ਲਓ ਵੀ ਮੈਂ ਦਾਦੇ ਗੁਰੂ ਜੀ ਦੇ ਨਾਲ ਜਾਵਾਂ ਕੀਰਤਪੁਰ ਇਹ ਉਹਨੇ ਕੋਈ ਚਾਹਨਾ ਹੀ ਨਹੀਂ ਕੀਤੀ ਹੈ। ਤੁਮ ਨਿਤ ਨਿਕਟ ਰਹੇ ਕਿਆ ਪਾਇਓ ਇਹ ਪੁੱਤਰ ਤੂੰ ਭਲਾ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਰਹਿ ਕੇ ਕੀ ਪਾਇਆ ਭਲਾ ਤੈਨੂੰ ਕੀ ਕੁਝ ਮਿਲਿਆ ਹੈ। ਜਾਂ ਤੇ ਅਬੈ ਰਹਿਨ ਨਹਿ ਪਾਇਓ ਇਸ ਕਰਕੇ ਇਹ ਪੁੱਤਰ ਮੈਨੂੰ ਤਾਂ ਇੱਥੇ ਇਹਨਾਂ ਦੇ ਘਰ ਰਹਿਣਾ ਚੰਗਾ ਨਹੀਂ ਲੱਗਦਾ ਹੈ। ਚਲੋ ਜੀਵ ਕਾ ਕੁਛ ਕਿਤ ਕਰੀਏ ਇਹ ਪੁੱਤਰ ਚਲੋ ਆਪਾਂ ਇੱਥੋਂ ਇਹਨਾਂ ਦੇ ਕੋਲੋਂ ਕਿਤੇ ਬਾਹਰ ਜਾ ਕੇ ਆਪਣਾ ਗੁਜ਼ਾਰਾ ਕਰੀਏ। ਇਨ ਤੇ ਆਸ ਨਾ ਕੁਛ ਨਾ ਔਰ ਕੁਛ ਇਹ ਜਿਹੜੇ ਤਰੀਏ ਤੁਹਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਤੋਂ ਕੁਝ ਨਾ ਆਸਾ ਰੱਖੀਏ ਵੀ ਕੋਈ ਦੇਣ ਲੈਣਗੇ। ਇਤਿਆਦਿਕ ਸੁਤ ਕੋ ਸਮਝਾਇਓ ਇਸ ਤੋਂ ਆ ਲੈ ਕੇ ਦਲੀਆਂ ਮਾਰ ਕੇ ਆਪਣੇ ਪੁੱਤਰ ਸੂਰਜਮਲ ਨੂੰ ਸਮਝਾਇਆ ਮਗਰ ਲਾ ਲਿਆ ਇਸ ਨੇ। ਉਠ ਚੱਲਬੋ ਚਿਤ ਮਹਿ ਤਬ ਪਾਇਓ ਸੂਰਜਮਲ ਦੇ ਵੀ ਚਿੱਤ ਵਿੱਚ ਆਈ ਚੰਗਾ ਲੱਗਾ ਵੀ ਮਾਂ ਨਾਲ ਉੱਠ ਕੇ ਮੈਂ ਵੀ ਚਲੇ ਜਾਵਾਂ। ਵਸਤ ਸਕਟ ਪਰ ਸਭ ਲਦਵਾਈ ਫੇਰ ਕੀ ਹੈ ਸੂਰਜਮਲ ਨੇ ਆਪਣੇ ਦਾਸਾਂ ਨੂੰ ਕਹਿ ਕੇ ਸਾਰੀਆਂ ਘਰ ਦੀਆਂ ਬਸੂਆਂ ਗੱਡੀਆਂ ਉੱਤੋਂ ਲਵਾ ਲਈਆਂ। ਹਮ ਨਹਿ ਬਾਸਹਿ ਸਭਨ ਸੁਨਾਈ ਕੀਰਤਪੁਰ ਦੇ ਲੋਕਾਂ ਨੂੰ ਸੁਣਾ ਦਿੱਤਾ ਹੈ ਵੀ ਅਸੀਂ ਨਹੀਂ ਇੱਥੇ ਕੀਰਤਪੁਰ ਰਹਿਣਾ ਅਸੀਂ ਤਾਂ ਜਾਣੇ ਹਾਂ। ਨਿਜ ਸਯੰਦਨ ਜੁਰਵਾਏ ਮੰਗਾਇਓ ਉਹ ਕਹਿ ਕੇ ਆਪਣਾ ਜਿਹੜਾ ਕਹਿੰਦੇ ਰਲ ਸੀ ਉਹ ਕਹਿ ਕੇ ਜੁੜਵਾਇਆ ਜਾਣੀ ਘੋੜੇ ਜੇ ਜੁੜਵਾਏ ਤਿਆਰੀ ਕੀਤੀ ਚੱਲਣ ਦੀ। ਚਪਲ ਤੁਰੰਗ ਪੁੱਤਰ ਹਿਤ ਆਇਓ ਚੰਚਲ ਜਿਹੜਾ ਘੋੜਾ ਉਹ ਪੁੱਤਰ ਦੀ ਸਵਾਰੀ ਵਾਸਤੇ ਆ ਗਿਆ ਆਪਣੇ ਚੜਨ ਲਈ ਰਸ ਆ ਗਿਆ ਮਰਵਾਹੀ ਦੇ। ਦਾਸੀ ਬਹਿਲ ਬਿਖੈ ਚੜਵਾਏ ਜਿੰਨੀਆਂ ਕਹਿੰਦੇ ਦਾਸੀਆਂ ਉਹਨਾਂ ਨੂੰ ਬਹਿਰ ਗੱਡੀਆਂ ਉੱਪਰ ਚੜਵਾ ਦਿੱਤਾ ਹੈ। ਸਭ ਸਮਾਜ ਨਿਜ ਸੰਗ ਲਵਾਏ ਜਿੰਨਾ ਕਹਿੰਦੇ ਪੇਟੀਆਂ ਫੂਟੀਆਂ ਟਰੰਗ ਸਾਜੋ ਸਮਾਨ ਸਾਰਾ ਗੱਡਿਆਂ ਉੱਤੇ ਲਦਵਾ ਲਿਆ। ਨਿਕਸੇ ਕੀਰਤ ਪੁਰ ਕੋ ਛੋਰ ਫੇਰ ਕੀ ਹੈ ਕਹਿੰਦੇ ਕੀਰਤਪੁਰ ਸਾਹਿਬ ਛੱਡ ਕੇ ਘਰੋਂ ਨਿਕਲ ਤੁਰੇ। ਦੌਰੇ ਦਾਸ ਗਏ ਗੁਰ ਔਰ ਗੁਰੂ ਮਹਾਰਾਜ ਦੇ ਜਿਹੜੇ ਸਿੱਖ ਸੇਵਕ ਦੇਖ ਕੇ ਭੱਜ ਕੇ ਸਤਿਗੁਰੂ ਦੀ ਤਰਫ ਨੂੰ ਗਏ। ਨਿਕਟ ਹੋਏ ਅਰਦਾਸ ਉਚਾਰੀ ਜਿਹੜੇ ਹੋ ਕੇ ਸੇਵਕਾਂ ਨੇ ਸਤਿਗੁਰੂ ਦੇ ਅੱਗੇ ਬੇਨਤੀ ਕਹੀ। ਕਰ ਸਮਾਤ ਸੂਰਜ ਮਲ ਤਿਆਰੀ ਮਹਾਰਾਜ ਜਿਹੜੀ ਸੂਰਜਮਲ ਦੀ ਮਾਂ ਮਰਵਾਹੀ ਉਹ ਤਾਂ ਚਲੰਦੀਆਂ ਤਿਆਰਾਂ ਖਿੱਚੀ ਫਿਰਦੀ ਹੈ। ਨਿਕਸ ਗਏ ਪੁਰ ਵਹਿਰ ਨਿਹਾਰੇ ਮਹਾਰਾਜ ਸਾਡੇ ਦੇਖਦਿਆਂ ਉਹ ਕੀਰਤਪੁਰ ਸਾਹਿਬ ਤੋਂ ਨਿਕਲ ਕੇ ਬਾਹਰ ਚਲੇ ਗਏ। ਅਸੀਂ ਹੁਣ ਦੇਖ ਕੇ ਆਏ ਹਾਂ। ਕੋ ਜਾਣੇ ਕਿਸ ਥਾਨ ਸਿਧਾਰੇ ਕੌਣ ਕੋਈ ਜਾਣਦਾ ਮਹਾਰਾਜ ਉਹ ਕਿਸ ਥਾਂ ਨੂੰ ਜਾਣਗੇ। ਸੁਨ ਗੁਰ ਹਰ ਗੋਬਿੰਦ ਤਬ ਕਹਿਓ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣ ਕੇ ਤਦੋਂ ਬਚਨਿਆਂ ਕਿਹਾ ਭਾਨੇ ਸਾਹਿਬ ਕੋ ਢਿਗ
ਡਿਗ ਲਹਿਓ। ਆ ਭਾਈ ਭਾਨਾ ਸਾਹਿਬ ਜੀ ਕੋਲੀ ਬੈਠੇ ਸਨ, ਉਹਨਾਂ ਵੱਲੀ ਵੇਖਿਆ ਆਪ ਜੀ ਨੇ। ਗਮ ਨਹੁ ਤੂਰਨ ਕਰਹੋ ਬਹੋਰਨ। ਭਾਈ ਭਾਨਾ ਸਾਹਿਬ ਨੂੰ ਕਹਿਣ ਲੱਗੇ ਵੀ ਤੂੰ ਛੇਤੀ ਦੇ ਕੇ ਚਲਾ ਜਾ, ਉਹਨਾਂ ਨੂੰ ਮੋੜ ਕੇ ਲੈ ਆ। ਸਮਝਾਵਹੁ ਆਨਹੁ ਕਰ ਮੋਰਨ। ਇਸ ਤਰ੍ਹਾਂ ਸਮਝਾ ਬੁਝਾ ਕੇ ਉਹਨਾਂ ਨੂੰ ਤੂੰ ਮੋੜ ਕੇ ਲੈ ਆਣਾ ਕਰ। ਸੁਨਤ ਗਇਓ ਤਤ ਛਿਨ ਤਹ ਭਾਨਾ। ਬਾਬਾ ਬੁੱਢਾ ਸਾਹਿਬ ਦਾ ਪੁੱਤਰ ਭਾਈ ਭਾਨਾ ਜੀ ਸੁਣ ਕੇ ਝਟਪਟ ਉਧਰ ਨੂੰ ਗਿਆ। ਰੋਕ ਅਗਾਰੀ ਬਾਕ ਬਖਾਨਾ। ਮਰਵਾਹੀ ਤੇ ਸੂਰਜ ਮਲ ਨੂੰ ਅੱਗੇ ਰੋਕ ਕੇ ਬਚਨ ਕਿਹਾ ਇਹਨਾਂ ਨੇ। ਸੁਨਹੋ ਮਾਤ ਜਬ ਲਗ ਗੁਰ ਤਨ ਹੈ। ਇਹ ਮਾਤਾ ਸੁਣ ਕੇ ਸੁਣ ਲੈ ਧਿਆਨ ਲਾ, ਜਿੰਨਾ ਚਿਰ ਜਗਤ ਗੁਰੂ ਦਾ ਸਰੀਰ ਕਾਇਮ ਹੈ ਤੁਮਰੋ ਗਮਨ ਕਹੂੰ ਨਹਿ ਬਨ ਹੈ। ਕਹਿੰਦੇ ਉਹਨਾਂ ਚਿਰ ਜਿਉਂਦਿਆਂ ਜਿਉਂਦਾ ਤੇਰਾ ਘਰ-ਬਾਰ ਛੱਡ ਕੇ ਜਾਣਾ ਕਿਸੇ ਪਾਸੇ ਬਣਦਾ ਹੀ ਹੈ ਨਹੀਂ। ਏਕ ਬਾਕ ਤੇ ਸਭ ਕਿਛ ਹੋਏ। ਜਿਹੜੇ ਮਾਲਕ ਸਤਿਗੁਰੂ ਹੈ ਉਹ ਤਾਂ ਇੱਕ ਵਚਨ ਕਰ ਦੇਣ ਸਭ ਕੁਝ ਹੋ ਸਕਦਾ ਹੈ। ਆਸ ਪਤ ਕੋ ਸੇਵਨ ਸ਼ੁਭ ਜੋਏ। ਆਸ ਪਤ ਕੋ ਸੇਵਨ ਸ਼ੁਭ ਜੋਏ। ਇਹੋ ਜਿਹੜਾ ਪਤੀ ਸਤਿਗੁਰੂ ਹੋ ਰਹੇ ਉਹਦੀ ਤਾਂ ਸੇਵਾ ਕਰਨੀ ਤੇਰੇ ਲਈ ਯੋਗ ਵੇਖੀ ਜਾਂਦੀ ਹੈ। ਸੂਰਜ ਮਲ ਭੀ ਤਿੰਨ ਸੁਤ ਪਿਆਰੇ। ਆ ਜਿਵੇਂ ਬਾਕੀ ਪੁੱਤਰ ਤੇ ਪੋਤਰੇ ਸਤਿਗੁਰੂ ਨੂੰ ਪਿਆਰੇ, ਇਸੇ ਤਰ੍ਹਾਂ ਤੇਰਾ ਪੁੱਤਰ ਸੂਰਜਮਲ ਵੀ ਉਹਨਾਂ ਨੂੰ ਪਿਆਰਾ ਹੀ ਹੈ। ਸਭ ਕਿਛ ਦਹਿ ਰਖੈ ਸੁਧਾਰੇ ਸੁਖਾਰੇ। ਕਹਿੰਦੇ ਸਭ ਕੁਝ ਦੇ ਕੇ ਉਹਨੂੰ ਬਿਲਕੁਲ ਸੁਖਾਲਾ ਰੱਖਣਗੇ ਸੰਸਾਰ ਵਿੱਚ। ਪ੍ਰੇ ਬਾਕਨ ਕੋ ਕਹਿਤ ਹਮੇਸ਼। ਦੇਖ ਲੋ ਹਮੇਸ਼ਾ ਪਿਆਰੇ ਬਚਨੀ ਤੇਰੇ ਪੁੱਤਰ ਨੂੰ ਉਹ ਕਹਿੰਦੇ ਸਤਿਗੁਰ ਕਰਨਾ ਕਰਤ ਵਿਸ਼ੇਸ਼। ਤੇਰੇ ਪੁੱਤਰ ਉੱਪਰ ਵੀ ਸਤਿਗੁਰੂ ਦੀ ਵਿਸ਼ੇਸ਼ ਕਰਕੇ ਕਿਰਪਾ ਹੀ ਕਰਦੇ ਤੇ ਅੱਗੇ ਨੂੰ ਹੋਰ ਕਰਨਗੇ। 300 ਰੂਠਨ ਨਹਿ ਬਨ ਆਵੇ। ਮਾਤਾ ਮਰਵਾਹੀ ਐਸੇ ਪਤੀ ਸਤਿਗੁਰੂ ਨਾਲ ਤੇਰਾ ਜਿਹੜਾ ਰੁਸਤ ਕੇ ਜਾਣਾ ਹੈ ਤੈਨੂੰ ਠੀਕ ਨਹੀਂ ਬਣਿਆ ਆਉਂਦਾ ਹੈ। ਭੂਤ ਭਵਿਖਤ ਜੋ ਸਭ ਲਖ ਪਾਵੇ। ਜਿਹੜੇ ਗੁਰੂ ਹਰਗੋਬਿੰਦ ਸਾਹਿਬ ਤੇਰੇ ਪਤੀ ਹੈ, ਪਿਛਲੇ ਸਮੇਂ ਦੀ ਆਉਣ ਵਾਲੇ ਸਮੇਂ ਦੀਆਂ ਸਾਰੀਆਂ ਨੂੰ ਉਹ ਗੱਲਾਂ ਬਾਤਾਂ ਨੂੰ ਜਾਣ ਪਾਉਂਦੇ ਹੈ। ਅਬ ਹੈ ਵਸਹੁ ਪਰਿਵਾਰ ਕੇ ਬੀਚ। ਇਸ ਕਰਕੇ ਮਾਤਾ ਜੀ ਸਿਆਣੀ ਬਣ ਕੇ ਤੂੰ ਆਪਣੇ ਪਰਿਵਾਰ ਦੇ ਵਿੱਚ ਵਸ। ਕਿਉ ਮਾਨਤ ਹੋ ਰਿਸ ਮਨ ਬੀਚ। ਮਨ ਵਿੱਚ ਕਿਉਂ ਗੁੱਸਾ ਮਨੀ ਜਾਏ, ਪੋਤਰੇ ਨੂੰ ਕਿਉਂ ਦਿੱਤਾ ਭਲਾ ਪੋਤਰੇ ਲੈ ਗਏ ਫਿਰ ਵੀ ਇਹ ਤੇਰੇ ਹੀ ਹੈ। ਸੁਤ ਕੀ ਕੁਸ਼ਲ ਬੰਸ ਬਿਰਧਾਵਨ। ਇਸ ਤਰ੍ਹਾਂ ਕਹਿੰਦੇ ਪੁੱਤਰ ਦੀ ਜਿਹੜੀ ਅੰਸ ਵੰਸ ਹੈ ਉਹਨੂੰ ਵਧਾਉਣ ਵਾਸਤੇ ਇਹ ਚਿਤ ਚੌਹ ਪਤ ਕੇ ਪਤ ਤੇ ਕਰ ਪਾਵਨ। ਜਿਹੜੀ ਜੇ ਚਿੱਤ ਵਿੱਚ ਤੇਰੀ ਇੱਛਾ ਹੈ ਤਾਂ ਪਤੀ ਸਤਿਗੁਰੂ ਕੋਲ ਕਹਿ ਕੇ ਤੂੰ ਪਾ ਲੈਣਾ ਕਰ। ਸਭ ਕੇ ਮਨ ਕੀ ਜਾਣੈ ਸੁਆਮੀ। ਕਿਉਂਕਿ ਗੁਰੂ ਹਰਗੋਬਿੰਦ ਸੁਆਮੀ ਹੈ, ਸਾਰਿਆਂ ਦੇ ਮਨਾਂ ਦੀਆਂ ਦਿਲਾਂ ਦੀ ਉਹ ਜਾਣਦੇ ਹਨ। ਛਪ ਹੈ ਨਹੀਂ ਕੁਛ ਅੰਤਰ ਜਾਮੀ। ਉਹਨਾਂ ਤੋਂ ਕੋਈ ਲੁਕ ਛਪ ਨਹੀਂ ਸਕਦਾ, ਉਹ ਤਾਂ ਅੰਦਰਲੀਆਂ ਜਾਣਨ ਵਾਲੇ ਅੰਤਰ ਜਾਮੀ ਹੈ। ਸੁਨ ਮਰਵਾਹੀ ਬਾਕ ਬਖਾਨਾ। ਬਾਬਾ ਬੁੱਢਾ ਸਾਹਿਬ ਦੇ ਪੁੱਤਰ ਭਾਈ ਭਾਨਾ ਤੋਂ ਸੁਣ ਕੇ ਮਰਵਾਹੀ ਨੇ ਫਿਰ ਅੱਗੋਂ ਬਚਨ ਕਿਹਾ। ਅਬ ਸੂਰਜ ਮਲ ਬੈਸ ਮਹਾਨਾ। ਇਹ ਤੂੰ ਦੇਖ ਲਾ ਭਾਈ ਭਾਨਾ, ਮੇਰੇ ਪੁੱਤਰ ਸੂਰਜਮਲ ਦੀ ਬਹੁਤ ਵੱਡੀ ਉਮਰ ਹੋ ਗਈ ਹੈ। ਜਹੀਅਤ ਗੁਰਤਾ ਇਸ ਕੋ ਲਈ। ਇਹ ਗੁਰਦਿੱਤੇ ਤੋਂ ਬਾਅਦ ਵੱਡਾ ਪੁੱਤਰ ਤਾਂ ਇਹੀ ਸੀ, ਇਸੇ ਨੂੰ ਕਹਿੰਦੇ ਗੁਰਤਾ ਗੱਦੀ ਲਈ ਜਾਣੀ ਚਾਹੀਦੀ ਸੀ। ਕੋ ਅਵਗੁਣ ਪਿਖ ਨਾਹਿਨ ਦਈ। ਇਹ ਮੇਰੇ ਪੁੱਤਰ ਵਿੱਚ ਔਗਣ ਗੁਨਾਹ ਦੇਖ ਕੇ ਕਿਹੜਾ ਕਹਿੰਦੇ ਇਹਨਾਂ ਨੂੰ ਇਹ ਨਹੀਂ ਦਿੱਤੀ ਉਹਨਾਂ ਨੇ। ਲਿਓ ਭਰਾਤ ਵੱਢ ਕੇ ਸੁਤ ਟੀਕਾ। ਦੇਖ ਲੋ ਜਿਹੜਾ ਇਹਦਾ ਵੱਡਾ ਭਰਾ ਗੁਰਦਿੱਤਾ ਸੀ, ਉਹਦੇ ਪੁੱਤਰ ਨੇ ਅੱਗੇ ਗੁਰਤਾ ਗੱਦੀ ਦਾ ਟਿੱਕਾ ਲੈ ਲਿਆ ਹੈ। ਪਤ ਪੀਛੈ ਵੱਧ ਜਾਏ ਸ਼ਰੀਕਾ। ਭਾਈ ਭਾਨਾ ਤੂੰ ਜਾਣਦਾ ਹੈ, ਜਦੋਂ ਪਤੀ ਸੱਚਖੰਡ ਗਮਨ ਕਰ ਗਏ ਉਹਨਾਂ ਤੋਂ ਬਾਅਦ ਫਿਰ ਇਹਨਾਂ ਦੇ ਚਾਚਿਆਂ ਦਾ ਆਪੋ ਵਿੱਚ ਹੀ ਸ਼ਰੀਕਾ ਵੱਧ ਜਾਣਾ ਉਹਨਾਂ ਨਾਲ। ਕਿਮ ਇਹ ਬਸਨ ਦੇਹ ਨਿਜ ਨੇਰੇ। ਇਹ ਜਿਹੜੇ ਹਰਾਏ ਸਹਿ ਪੁੱਤਰੇ ਆਪਣੇ
ਆਪਣੇ ਚਾਚਿਆਂ ਨੂੰ ਕਿਵੇਂ ਨੇੜੇ ਤੇੜੇ ਇੱਥੇ ਵਸਣ ਰਸਣ ਦੇ ਆਏ। ਅਬ ਹੈ ਨ ਪ੍ਰਾਪਤ ਜੇ ਸੁਤ ਮੇਰੇ। ਇਹ ਮੇਰੇ ਪੁੱਤਰਾਂ ਨੂੰ ਜਿਉਂਦਿਆਂ ਜਿਉਂਦਿਆਂ ਇਸ ਵੇਲੇ ਨਾ ਕੁਝ ਪ੍ਰਾਪਤ ਹੋਇਆ, ਕੋਈ ਨਾ ਮਿਲਿਆ, ਬਾਅਦ ਵਿੱਚ ਕਿਹਨੇ ਦੇਣਾ ਲੈਣਾ ਸਾਨੂੰ। ਸੁਨ ਭਾਨੇ ਸ਼ੁਭ ਬੈਨ ਬਖਾਨੇ। ਮਾਤਾ ਤੋਂ ਸੁਣ ਕੇ ਭਾਈ ਭਾਨਾ ਜੀ ਨੇ ਫਿਰ ਚੰਗੇ ਵਚਨ ਸਮਝਾਉਣ ਲਈ ਆਖੇ। ਪਾਵਹ ਨਿਕਟ ਕੇ ਦੂਰ ਪਿਆਨੇ। ਇਹ ਮਾਤਾ ਸਿਆਣੀ ਬਣ, ਪਤੀ ਸਤਿਗੁਰਾਂ ਦੇ ਕੋਲ ਰਹਿ ਕੇ ਕੁਝ ਪਾਏਂਗੇ ਕਿ ਦੂਰ ਜਾ ਕੇ ਪਾਏਂਗੀ। ਰਹੋ ਸਮੀਪ ਕਰੋ ਨਿਜ ਬਿਨੈ। ਇਹ ਤੂੰ ਮਾਤਾ ਜੀ ਸਤਿਗੁਰੂ ਦੇ ਕੋਲ ਰਹੇਗੀ, ਆਪਣੇ ਵੱਲੋਂ ਬੇਨਤੀਆਂ ਕਹਿੰਦੀ ਕਰਦੀ ਰਹੇਗੀ। ਚਿਤ ਬਾਂਛਤ ਸਭ ਹੀ ਤਬ ਬਨੈ। ਇਹ ਤਾਂ ਜੋ ਚਿੱਤ ਵਿੱਚ ਤੂੰ ਚਾਹੁੰਦੀ ਹੋ ਸਭ ਕੁਝ ਕੋਲ ਰਹਿ ਕੇ ਬਣ ਜਾਏਗਾ ਬੇਨਤੀਆਂ ਕਰਨਾ। ਇਤਿਆਦਿਕ ਕਹਿ ਬਹੁ ਸਮਝਾਈ। ਇਸ ਤੋਂ ਆ ਬਚਨ ਕਹਿ ਕੇ ਬਹੁਤਾ ਸਮਝਾਇਆ ਵੀ ਕੋਲ ਰਹਿ ਕੇ ਸਭ ਕੁਝ ਮਿਲ ਸੈ, ਦੂਰ ਗਿਆ ਤਾਂ ਸਭ ਤੋਂ ਖਾਲੀ ਰਹਿ ਜਾਏਗੀ। ਲਿਆਏ ਬਹੋਰ ਬਿਨੈ ਬਹੁ ਗਾਈ। ਬਹੁਤ ਬੇਨਤੀਆਂ ਦੇ ਬਚਨ ਕਹਿ ਕੇ ਮਾਤਾ ਜੀ ਨੂੰ ਵਾਪਸ ਮੋੜ ਲਿਆਏ। ਮਰਵਾਹੀ ਨਿਜ ਸਦਨ ਸਿਧਾਰੀ। ਇਸ ਤਰ੍ਹਾਂ ਕਦੇ ਮਾਤਾ ਮਰਵਾਹੀ ਜੀ ਭਾਈ ਭਾਨਾ ਜੀ ਦਾ ਬਚਨ ਮੰਨ ਕੇ ਘਰ ਵੱਲ ਨੂੰ ਚੱਲ ਪਈ ਹੈ। ਧਰੀ ਵਸਤ ਲੈ ਲੈ ਪੁੰਨ ਸਾਰੀ। ਜਿਹੜੀ ਵਸਤੂ ਗੱਡਿਆਂ ਵਿੱਚ ਲੱਦੀ ਸੀ ਉਹ ਲੈ ਕੇ ਸਾਰੀ ਫਿਰ ਘਰ ਵਿੱਚ ਲਿਆ ਰੱਖੀ ਹੈ। ਸੂਰਜ ਮਲ ਕੋ ਲੈ ਸੰਗ ਭਾਨਾ। ਭਾਈ ਭਾਨਾ ਜੀ ਨੇ ਸੂਰਜਮਲ ਨੂੰ ਆਪਣੇ ਨਾਲ ਲੈ ਲਿਆ ਹੈ। ਸ੍ਰੀ ਹਰਿਗੋਬਿੰਦ ਨਿਕਟ ਪਿਆਨਾ। ਇਹਨੂੰ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਚਲਿਆ ਗਿਆ ਭਾਈ ਭਾਨਾ। ਪਹੁੰਚ ਬੰਦਨਾ ਕੀਨ ਅਗਾਰੀ। ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਪਹੁੰਚ ਕੇ ਸਾ ਨਮਸਕਾਰ ਕੀਤੀ। ਭਾਨੇ ਸਗਰੀ ਬਾਤ ਉਚਾਰੀ। ਭਾਈ ਭਾਨਾ ਜੀ ਨੇ ਸਾਰੀ ਜਿਹੜੀ ਗੱਲਬਾਤ ਮਾਤਾ ਨੇ ਕਹੀ ਉਹ ਸਤਿਗੁਰੂ ਕੋਲ ਉਚਾਰ ਦਿੱਤੀ, ਕਹਿ ਦਿੱਤੀ। ਮਹਾਰਾਜ ਰਾਵਰ ਕੇ ਪਾਛੈ। ਆਪ ਜੀ ਦੇ ਸੱਚਖੰਡ ਗਵਨ ਤੋਂ ਬਾਅਦ ਵਿੱਚ ਪ੍ਰਤਿਪ੍ਰਿਥਕ ਜੀਵ ਕਾ ਇਹ ਸਭ ਬਾਂਝੈ। ਇਹ ਮਹਾਰਾਜ ਆਪ ਜੀ ਦੇ ਹੁੰਦਿਆਂ ਆਪਣਾ ਜਿਹੜਾ ਗੁਜ਼ਾਰਾ ਉਹ ਵੱਖਰੇ ਰੂਪ ਵਿੱਚ ਆਉਂਦੇ ਆ ਮਾਤਾ ਪੁੱਤਰ। ਨਿਕਟ ਖਰੇ ਸੁਤ ਔਰ ਨਿਹਾਰਾ। ਆਪਣਾ ਪੁੱਤਰ ਬਿਲਕੁਲ ਨੇੜੇ ਖੜੋਤਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੇਖਿਆ ਹੈ। ਸ੍ਰੀ ਹਰਿਗੋਬਿੰਦ ਬਾਕ ਉਚਾਰਾ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਮੁਖਾਰਬਿੰਦ ਰਾਹੀਂ ਬਚਨ ਕਿਹਾ। ਕਹ ਸੂਰਜ ਮਲ ਕਿਆ ਚਿਤ ਹੈ। ਸੂਰਜ ਮਲ ਸਾਡੇ ਪੁੱਤਰ ਤੂੰ ਆਖੋ ਚਿਤ ਵਿੱਚ ਕੀ ਤੂੰ ਚਾਹੁੰਦਾ ਹੈ। ਗੁਰੂ ਬਣਨ ਕੋ ਮਨ ਮਹਿ ਚਾਹੈ। ਵੱਡਾ ਸਾਰਾ ਗੁਰੂ ਬਣਨ ਵਾਸਤੇ ਮਨ ਵਿੱਚ ਤੂੰ ਚਾਹੁੰਦਾ ਪੁੱਤਰ। ਹਾਥ ਜੋਰ ਥਿਰ ਸਮੁਖ ਬਖਾਨਾ। ਉਸ ਵੇਲੇ ਸੂਰਜ ਮਲ ਨੇ ਹੱਥ ਜੋੜੇ ਹੈ, ਸਾਹਮਣੇ ਮਹਾਰਾਜ ਦੇ ਬਚਨ ਕਿਹਾ। ਇਸ ਤਰ੍ਹਾਂ ਮੈਂ ਨਾ ਮਨੋਰਥ ਮਨ ਕੇ ਮਠਾਨਾ। ਮਹਾਰਾਜ ਮਾਂ ਜ਼ਰੂਰ ਜੋਰ ਲੈਂਦੀ ਵੀ ਗੁਰੂ ਬਣਾਓ, ਮੈਂ ਤਾਂ ਮਨ ਵਿੱਚ ਕੋਈ ਫੁਰਨਾ ਨਹੀਂ ਕਰਦਾ ਵੀ ਮੈਂ ਗੁਰੂ ਬਣਾ। ਜੇ ਪ੍ਰਸੰਨਤਾ ਆਪਣੀ ਠਾਨ ਹੋ। ਇਹ ਪਿਤਾ ਸਤਿਗੁਰੂ ਜੇ ਤੁਸੀਂ ਆਪਣੀ ਮੇਰੇ ਉੱਪਰ ਪ੍ਰਸੰਨਤਾ ਕਰਨੀ ਹੋ, ਮੇਰੇ ਉੱਪਰ ਪ੍ਰਸੰਨ ਹੋ ਨਾ। ਮੁਝ ਕੋ ਦੇਨੋ ਉਚਤੈ ਜਾਨੋ। ਮੈਨੂੰ ਕੁਝ ਦੇਣਾ ਤੁਸੀਂ ਯੋਗ ਜਾਣਦੇ ਹੋ, ਸਮਝਦੇ ਹੋ। ਤੋ ਸਿੱਖੀ ਆਪਣੀ ਮੁਝ ਦੀਜੈ। ਫਿਰ ਮਾਰਾ ਮੈਨੂੰ ਆਪਣੀ ਜਿਹੜੀ ਪੂਰਨ ਗੁਰਸਿੱਖੀ ਹੈ ਉਹਦੀ ਬਖਸ਼ਿਸ਼ ਕਰ ਦੇਈਏ। ਗੁਰਤਾ ਭਾਰ ਨ ਸਹੁ ਲਖੀਜੈ। ਮੈਂ ਮਹਾਰਾਜ ਜਾਣ ਲਿਆ ਵੀ ਗੁਰਤਾ ਗੱਦੀ ਦਾ ਤਾਂ ਬੋਝ ਬੜਾ ਭਾਰ ਹੈ, ਬੜੀ ਪੱਲੀ ਪੰਡ ਹੈ, ਮੈਂ ਨਹੀਂ ਸਾਰ ਸਕਦਾ, ਮੈਂ ਨਹੀਂ ਚੁੱਕ ਸਕਦਾ। ਸੁਨਤ ਪ੍ਰਸੰਨ ਕਿਰਪਾ ਨਿਧ ਹੋਏ। ਗੁਰੂ ਮਹਾਰਾਜ ਸੂਰਜਮਲ ਦੇ ਜਥਾਰਥ ਬਚਨ ਸੁਣ ਕੇ ਬਹੁਤ ਪ੍ਰਸੰਨ ਹੋ ਗਏ ਵੀ ਸੱਚ ਬੋਲਿਆ, ਇਹ ਪੰਡ ਬਹੁਤ ਚੌਕੀ ਹੈ, ਔਖਾ ਕੰਮ ਹੈ, ਇਹਨੇ ਕਹਿ ਦਿੱਤਾ ਵੀ ਮੈਂ ਨਹੀਂ ਇਹ ਚੁੱਕ ਸਕਦਾ। ਸੋ ਪ੍ਰਸੰਨ ਹੋਏ ਸੁਤ ਆਵਲੋਏ। ਇਸ ਕਰਕੇ ਸੋ ਪ੍ਰਸੰਨ ਬਹੁਤੇ ਪ੍ਰਸੰਨ ਚੰਗੀ ਤਰ੍ਹਾਂ ਪ੍ਰਸੰਨ ਹੋ ਕੇ ਪੁੱਤਰ ਵੱਲੀ ਵੇਖਿਆ ਸਤਿਗੁਰਾਂ ਨੇ। ਸਾਧ ਸਾਧ ਤੈ ਸਭ ਕਿਛ ਲੀਨਾ। ਗੁਰੂ ਮਹਾਰਾਜ ਕਹਿੰਦੇ ਸੂਰਜ ਵੱਲ ਸ਼ਾਬਾਸ਼ ਸ਼ਾਬਾਸ਼ ਤੇਰੇ ਤੈਨੇ ਤਾਂ ਵੀ ਸਭ ਕੁਝ ਹੀ ਲੈ ਲਿਆ ਹੈ। ਗੁਰਤਾ ਆਦਿਕ ਜੇ ਵਥ ਪੀਨਾ। ਹਾਂ ਜਿਹੜੀ ਗੁਰਤਾ ਗੱਦੀ ਤੋਂ ਆ ਲੈ ਕੇ ਹੋਰ ਤਕੜੀਆਂ ਤਕੜੀਆਂ ਵਸਤੂਆਂ ਹਨ, ਸਿੱਖੀ ਕੇ ਅਧੀਨ ਹੈ ਸਾਰੀ। ਇਹ ਸਾਰੀਆਂ ਵੱਡੀਆਂ ਵੱਡੀਆਂ ਵਸਤੂਆਂ
ਬਾਕੀਆਂ ਤਾਂ ਗੁਰੂ ਨਾਨਕ ਦੀ ਸਿੱਖੀ ਦੇ ਅਧੀਨ ਹਨ। ਵਧੈ ਬੰਸ ਬਹੁ ਤੋਹਿ ਉਹ ਅਗਾਰੀ। ਬਈ ਹੁਣ ਸਿੱਖੀ ਮੰਗ ਲਈ ਹੈ, ਜਿਸ ਕਰਕੇ ਸੂਰਜਮਲ ਤੇਰੀ ਜਿਹੜੀ ਅੰਸ ਵੰਸ ਅੱਗੇ ਨੂੰ ਬਹੁਤੀ ਵਧੇ ਫੁੱਲੇਗੀ। ਗੁਰਤਾ ਭੀ ਪ੍ਰਾਪਤ ਹੋਏ ਜੈ ਹੈ। ਮਹਾਰਾਜ ਕਹਿੰਦੇ ਵੀ ਆ ਜਿਹੜੀ ਗੁਰਤਾ ਗੱਦੀ ਜੀ ਮਾਂ ਚਾਹੁੰਦੀ ਨਾ ਪੁੱਤਰ ਨੂੰ ਮੇਰੇ ਨੂੰ ਮਿਲੇ, ਕਹਿੰਦੇ ਇਹ ਵੀ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਤੈਨੂੰ ਮਿਲ ਜਾਊਗੀ। ਗੁਰੂ ਜਾ ਤੂੰ ਬਣੀ ਜਾਏਗਾ, ਮੱਥੇ ਜੇ ਟਕਾਈ ਲਏਗਾ। ਅਦਕ ਵਡਾਈ ਕੋ ਤਬ ਪੈ ਹੈ। ਜਦੋਂ ਬਈ ਗੁਰੂ ਬਣ ਕੇ ਵੱਡੀ ਵਡਿਆਈ ਵੀ ਪੈ ਜਾਏਗਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਭੋਰੇ ਵਿੱਚ ਅਲੋਪ ਹੋ ਕੇ ਬੈਠੇ ਸਨ ਤੇ ਇਧਰ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਦਿੱਲੀ ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਬਚਨ ਕਰ ਰਹੇ ਸਨ। ਬਾਬਾ ਬਸ ਹੈ ਬੀਚ ਬਕਾਲੇ, ਆਪਣੀ ਸੰਗਤ ਆਪ ਸੰਭਾਲੇ। ਬਾਬੇ ਸਾਡੇ ਗੁਰੂ ਹੈ ਉਹ ਬਕਾਲੇ ਵਿੱਚ ਵਸਦੇ ਹੈ, ਆਪਣੀ ਜਿਹੜੀ ਹੈ ਵਸਤੂ ਨੂੰ ਆਪ ਸੰਭਾਲਣਗੇ। ਨਾਂ ਨਹੀਂ ਕਿਸੇ ਦਾ ਲਿਆ ਸੀ, ਜਿਸ ਕਰਕੇ ਫਿਰ ਸਾਰਿਆਂ ਸੋਢਿਆਂ ਦਾ ਦਾਕਾ ਲੱਗ ਗਿਆ ਸੀ। ਉਹਨਾਂ ਵਿੱਚ ਸੂਰਜਮਲ ਵੀ ਇੱਥੇ ਬਕਾਲੇ ਆ ਕੇ ਗੱਦੀ ਲਾ ਕੇ ਗੁਰੂ ਬਣ ਕੇ ਬਹਿ ਗਿਆ ਸੀ। ਇੱਥੇ ਧੀਰਮਲ ਬੈਠਾ ਸੀ, ਇਹਦੇ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ, ਇਹ ਜ਼ਿਆਦਾ ਡਿੰਗ ਮਾਰਦਾ ਸੀ। ਕਹਿੰਦਾ ਵੀ ਭਰਾ ਹੁਣ ਪਹਿਲਾਂ ਸੀ, ਉਦੋਂ ਬਾਅਦ ਹੁਣ ਮੈਂ ਹੀ। ਫਿਰ ਇਹਨਾਂ ਦੇ ਪੁੱਤਰ ਹੋ ਗਏ, ਹੁਣ ਮੁੜ ਕਰਕੇ ਸਾਡੇ ਕੋਲ ਆ ਗਈ ਹੈ। ਬਾਬੇ ਗੁਰਦਿੱਤ ਦਾ ਮੈਂ ਵੱਡਾ ਪੁੱਤਰ ਹਾਂ, ਮੇਰਾ ਹੀ ਵਸਤੂ ਬਣਦਾ, ਜੋਗ ਬਣਦਾ। ਇਹ ਸੂਰਜਮਲ ਵੀ ਉਸ ਵੇਲੇ ਗੁਰੂ ਬਣ ਬੈਠਾ ਸੀ, 22 ਗਦੀਆਂ ਲੱਗੀਆਂ ਸੀ। ਇਸ ਕਰਕੇ ਮਹਾਰਾਜ ਨੇ ਇਸ਼ਾਰਾ ਜਿਹਾ ਕੀਤਾ ਵੀ ਜਿਵੇਂ ਮਾਂ ਕਹਿੰਦੀ ਨਾ ਮੇਰਾ ਪੁੱਤਰ ਗੁਰੂ ਬਣਾਓ, ਕਹਿੰਦੇ ਉਹ ਤੂੰ ਵੀ ਬੜਾ ਸਾਰਾ ਗੁਰੂ ਜਾਂ ਕਿਸੇ ਸੇ ਬੜਾ ਮੋਟਾ ਬਣੀ ਜਾਏਗਾ। ਚਲ ਹੈ ਪੰਥ ਮੇਰੋ ਜਗ ਭਾਰੀ। ਬਾਕੀ ਪੁੱਤਰ ਸੂਰਜਮਲ ਜਦੋਂ ਆਉਣ ਵਾਲੇ ਸਮੇਂ ਵਿੱਚ ਸਾਡਾ ਭਾਰੀ ਜਿਹੜਾ ਖਾਲਸਾ ਪੰਥ ਚੱਲੇਗਾ, ਪ੍ਰਗਟ ਹੋਵੇਗਾ। ਸੋ ਸਭ ਪੂਜਾ ਕਰਹਿ ਤੁਮਾਰੀ। ਉਹ ਵੀ ਸੂਰਜਮਲ ਖਾਲਸਾ ਪੰਥ ਤੁਹਾਡੀ ਪੂਜਾ ਕਰਿਆ ਕਰੇਗਾ। ਅਨੰਦਪੁਰ ਸਾਹਿਬ ਦੇ ਵਿੱਚ ਸੂਰਜਮਲ ਦੀ ਅੰਸ਼ਵੰਸ਼ੀ ਰਹੀ ਸੀ। ਜਿੰਨੀ ਕੇਸਗੜ੍ਹ ਸਾਹਿਬ, ਆਨੰਦਗੜ੍ਹ ਦੀ ਸਾਰੀ ਪੂਜਾ ਪ੍ਰਤਿਸ਼ਠਾ ਇਹੀ ਸੰਭਾਲਦੀ ਰਹੀ ਹੈ। ਇਸ ਕਰਕੇ ਉਹ ਇਸ਼ਾਰਾ ਦੇ ਰਿਹਾ ਮਹਾਰਾਜ ਵੀ ਇਹ ਆਉਣ ਵਾਲੇ ਸਮੇਂ ਸਾਰੀ ਪੂਜਾ ਪ੍ਰਤਿਸ਼ਠਾ ਤੁਹਾਡੇ ਘਰ ਨਹੀਂ ਸੰਭਾਲਣੀ ਹੈ, ਤੁਸੀਂ ਲੈਣੀ ਹੈ ਉੱਥੇ। ਕਿਸੂ ਵਾਸਤ ਕੀ ਕਮੀ ਨਾ ਹੋਏ। ਗੁਲਾਬ ਰਾਏ, ਸ਼ਿਆਮ ਰਾਏ ਇਸੇ ਦੇ ਅੱਗੇ ਅੰਸ ਬੰਸ ਦੇ ਸਾਨ ਹੋਏ, ਇੱਥੇ ਰਹੇ ਹੈ, ਸਭ ਕੁਝ ਸੰਭਾਲਦੇ ਰਹੇ। ਕਿਸੇ ਵਸਤੂ ਦੀ ਕੋਈ ਘਾਟ ਨਹੀਂ ਰਹੇਗੀ ਪੁੱਤਰ। ਅਸ ਨਿਜ ਬੰਸ ਤੋਹ ਜਗ ਜੋਏ। ਇਹੋ ਜੀ ਤੇਰੀ ਆਉਣ ਵਾਲੀ ਜਿਹੜੀ ਅੰਸ ਵੰਸ ਹੈ, ਕਹਿੰਦੇ ਵੇਖੀ ਜਾਏਗੀ, ਸਭ ਕੁਝ ਪ੍ਰਾਪਤ ਕਰੇਗੀ। ਸਿੱਖੀ ਜਾਚਨ ਤੇ ਸਭ ਪਾਈ। ਇਹ ਪੁੱਤਰ ਤੂੰ ਗੁਰੂ ਨਾਨਕ ਦੀ ਸਿੱਖੀ ਦੀ ਮੰਗ ਕਰ ਲਈ, ਇਹਦੀ ਮੰਗ ਕਰਕੇ ਤੂੰ ਸਭ ਕੁਝ ਲੈ ਲਿਆ ਸਾਡੇ ਕੋਲੋਂ। ਤੋਹੇ ਬੰਸ ਕੀ ਵਧੈ ਬੜਾ। ਹਾਂ, ਬਾਕੀ ਪੁੱਤਰਾਂ ਤੋਂ ਬਗੈਰ ਤੇਰੀ ਜਿਹੜੀ ਬੰਸ ਹੈ ਉਹ ਬਹੁਤ ਹੀ ਵਧੇ ਫੁੱਲੇਗੀ। ਹੁਣ ਵੀ ਇਹ ਸੂਰਜਮਲ ਦੀ ਬੰਸ ਵਿੱਚੋਂ ਜ਼ਿਆਦਾ ਸੋਢੀ ਹਨ। ਗੁਰੂ ਹਰਿਰਾਏ ਸਾਹਿਬ ਦੇ ਯਥਾਰਥ ਬਚਨ, ਸੱਚੇ ਬਚਨ ਹੈ। ਦੂਜਿਆਂ ਦੀਆਂ ਅੰਸਾਂ ਬੰਸਾਂ ਘੱਟ ਹੈ, ਸੂਰਜਮਲ ਦੀ ਅੰਸ-ਵੰਸ ਜ਼ਿਆਦਾ ਫੁੱਲੀ ਫੁੱਲੀ ਹੈ। ਜਿਵੇਂ ਮੋਹਰੀ ਦੀ ਅੰਸ-ਵੰਸ ਹੈ, ਮੋਹਰੀਪੁਰ ਸਨਮੁਖ ਹੋਇਆ ਰਾਮਦਾਸਾਂ ਪੈਰੀ ਪਾਏ ਜੀ। ਉਹ ਗੁਰੂ ਅਮਰਦਾਸ ਸਾਹਿਬ ਜੀ ਨੇ ਕਹਿ ਦਿੱਤਾ ਵੀ ਤੂੰ ਸਿੱਖੀ ਮੰਗੀ ਹੈ, ਇਸ ਕਰਕੇ ਸਿੱਖੀ ਕਰਕੇ ਪੁੱਤਰ ਤੇਰੀ ਅੰਸ-ਵੰਸ ਬਾਕੀਆਂ ਨਾਲੋਂ ਸਾਰਿਆਂ ਨੂੰ ਵਧੇ ਫੁੱਲੇਗੀ। ਉਹ ਵੱਡੇ ਪੁੱਤਰ ਮੋਹਨ ਦੀ ਅੱਗੇ ਅੰਸ-ਵੰਸ ਨਹੀਂ ਵਧੀ। ਮੋਹਰੀ ਜੀ ਦੇ ਕਈ ਪਿੰਡ ਵਸੇ ਪਏ ਹੈ ਤੇ ਬੜੇ ਬੜੇ ਸਰਦਾਰ ਨੌਕਰੀਆਂ ਤੇ ਲੱਗੇ ਹੈ। ਨਾਲ ਇਹ ਵੀ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਸੀ ਵੀ ਸਾਡੇ ਨਾਲ ਤੇਰੀ ਬਣਿਆ ਆਏਗੀ, ਭਾਵ ਸਾਡੇ ਅਸਥਾਨ ਦੇ ਨਾਲ ਤੇਰੀ ਸਾਂਝ ਬਣਿਆ ਆਏਗੀ। ਭਾਵੇਂ ਉਹ ਬਾਕੀ ਜਿਹੜਾ ਕੋਈ ਉਹ ਪ੍ਰਬੰਧ ਹੈ ਸ਼੍ਰੋਮਣੀ ਕਮੇਟੀ ਕਰਦੀ ਹੈ, ਉਹਨਾਂ ਦੇ ਕੰਮ ਦੇ ਵਿੱਚ ਮੋਹਰੀ ਜੀ ਅੰਸ-ਵੰਸ ਦੇ ਜਿਹੜੇ ਲੋਕ ਹੈ ਪਰਿਵਾਰ ਦੇ ਜੀਆਂ ਦੇ ਕੋਈ ਦਖਲਅੰਦਾਜ਼ੀ ਨਹੀਂ ਦਿੰਦੇ। ਜਿੰਨਾ ਮਰਜ਼ੀ ਲੁੱਟੀ ਕੁਸੱਟੀ ਜਾਣ, ਕੁਝ ਨਹੀਂ ਕਹਿੰਦੇ, ਕਿਉਂਕਿ ਜਾਣਦੇ ਆ ਵੀ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਡੇ ਅੱਗੇ ਵੱਡੇ ਨੂੰ ਮੋਹਰੀ ਜੀ ਨੂੰ ਕਹਿ ਦਿੱਤਾ ਵੀ ਤੁਹਾਨੂੰ ਸਭ ਕੁਝ ਹੀ ਮਿਲੇਗਾ।
ਇਸ ਕਰਕੇ ਉਹ ਬੜੀਆਂ ਬੜੀਆਂ ਪਦਵੀਆਂ ਤੇ ਬਣੇ ਬੈਠੇ ਨੇ, ਬੜੇ ਅਮੀਰ ਨੇ, ਕੋਈ ਇੱਧਰ ਝਾਕਦਾ ਹੀ ਨਹੀਂ ਹੈ। ਜਦੋਂ ਜੀ ਕਰਦਾ ਹੈ ਗੁਰੂ ਅਮਰਦਾਸ ਸਾਹਿਬ ਜੀ ਦੇ ਚੁਬਾਰਾ ਸਾਹਿਬ ਆ ਕੇ ਮੱਥਾ ਟੇਕ ਜਾਂਦੇ, ਕੜਾਹ ਪ੍ਰਸ਼ਾਦੀਆਂ ਦੇਗਾਂ ਕਰਾ ਜਾਂਦੇ ਆ। ਬੌਲੀ ਸਾਹਿਬ ਆ ਕੇ ਇਸ਼ਨਾਨ ਕਰਕੇ ਇੱਥੇ ਮੱਥਾ ਟੇਕ ਜਾਂਦੇ। ਉਹ ਮਹਾਰਾਜ ਦੇ ਬਚਨ ਅਜ ਤੱਕ ਉਹ ਪੂਰੇ ਹਨ। ਇਹਨਾਂ ਦੀ ਉਸੇ ਤਰ੍ਹਾਂ ਹੀ ਉਸ ਸਥਾਨ ਨਾਲ ਪੂਰੀ ਪ੍ਰੀਤੀ ਪ੍ਰੇਮ ਪਿਆਰ ਬਣ ਆ ਰਿਹਾ ਹੈ। ਇਸੇ ਤਰ੍ਹਾਂ ਸੂਰਜਮਲ ਨੂੰ ਬਖਸ਼ਿਸ਼ ਹੋ ਗਈ ਹੈ ਕਿ ਤੇਰਾ ਵੰਸ਼ ਵਧੇ ਫੁੱਲੇਗੀ। ਇਸੇ ਤਰ੍ਹਾਂ ਦੇਖੋ ਅਨੰਦਪੁਰ ਇਧਰ ਉਧਰ ਸੂਰਜਮਲ ਦੀ ਅੰਸ਼ਵੰਸ਼ੀ ਹੈ ਫੈਲੀ ਹੋਈ। ਗੁਰੂ ਪਿਤਾ ਕੇ ਸੁਨ ਕਰ ਬੈਨ। ਹਾਂ, ਗੁਰੂ ਹਰਗੋਬਿੰਦ ਸਾਹਿਬ ਜੀ ਪਿਤਾ ਦੇ ਬਚਨ ਸੁਣ ਕੇ ਸੂਰਜਮਲ ਨੇ ਬੰਦਨ ਕੀਨ ਨੀਚ ਕਰ ਨੈਣ। ਨੇਤਰ ਨੀਵੇਂ ਕਰ ਲਿਆ ਤੇ ਝੁਕ ਕੇ ਨਮਸਕਾਰ ਕੀਤੀ। ਸਕਲ ਬਾਕ ਜਨਨੀ ਸੰਗ ਕਹੇ। ਉਦੋਂ ਬਾਅਦ ਆਪਣੇ ਮਾਤਾ ਮਰਵਾਹੀ ਦੇ ਕੋਲ ਜਿਵੇਂ ਪਿਤਾ ਸਤਿਗੁਰੂ ਨੇ ਬਚਨ ਕਹੇ ਨਾ, ਉਹ ਸਾਰੇ ਕਹਿ ਦਿੱਤੇ, ਸੁਣਾ ਦਿੱਤੇ। ਸੁਨ ਕੁਛ ਰਿਸ ਔਰ ਹਾਨੀ ਲਹੇ। ਵਾਹ, ਇਸ ਤਰ੍ਹਾਂ ਪੁੱਤਰ ਤੋਂ ਵੀ ਪਤੀ ਸਤਿਗੁਰਾਂ ਨੇ ਆ ਬਚਨ ਕਰ ਦਿੱਤੇ, ਤੇਰੀ ਅੰਸ ਬੰਸ ਵਧੇ ਫੁੱਲੇਗੀ, ਤੂੰ ਕਿਸੇ ਨਾ ਕਿਸੇ ਗੁਰੂ ਵੀ ਬਣ ਜਾਏਗਾ। ਜਿਹੜਾ ਗੁੱਸਾ ਜਿਹਾ ਚੜਿਆ ਸੀ ਕਹਿੰਦੇ ਥੋੜਾ ਜਿਹਾ ਘੱਟ ਹੋ ਗਿਆ ਮਾਂ ਦਾ। ਨਿਸਫਲ ਬਾਕ ਨੈਨ ਕੇ ਹੋਏ। ਕਿਉਂਕਿ ਇੰਨਾ ਤਾਂ ਭਰੋਸਾ ਸੀ ਨਾ ਵੀ ਪਤੀ ਸਤਿਗੁਰਾਂ ਦੇ ਜਿਹੜੇ ਬਚਨ ਉਹ ਤਾਂ ਨਿਸਫਲ ਨਹੀਂ ਨਾ ਜਾਂਦੇ, ਖਾਲੀ ਨਹੀਂ ਨਾ ਹੁੰਦੇ। ਇਹ ਵਿਸ਼ਵਾਸ ਸਦਾ ਮਨ ਭੋਏ। ਇਹ ਜਿਹੜਾ ਭਰੋਸਾ ਯਕੀਨ ਉਹ ਤਾਂ ਮਨ ਦੇ ਵਿੱਚ ਪੂਰਾ ਕਹਿੰਦੇ ਪਿਆ ਕਿ ਭਰਿਆ ਹੋਇਆ ਸੀ। ਦੋਹਰਾ ਇਮ ਮਰਵਾਹੀ ਧੀਰ ਕੁਛ। ਇਸ ਤਰ੍ਹਾਂ ਜਿਹੜੀ ਗੁਰੂ ਕੀ ਪਤਨੀ ਮਰਵਾਹੀ ਉਹਨੇ ਕੋਈ ਥੋੜਾ ਬਹੁਤਾ ਧੀਰਜ ਪਾ ਲਿਆ ਹੈ। ਰਹੀ ਪਾਏ ਘਰ ਮਾਹੇ। ਇਹ ਪਾ ਕੇ ਆਪਣੇ ਘਰ ਦੇ ਵਿੱਚ ਟਿਕੀ ਰਹੀ ਹੈ। ਤਉ ਅਧਿਕ ਚਿੰਤਾ ਹਿਰਦੈ। ਕਹਿੰਦੇ ਗੁਰਤਾ ਗੱਦੀ ਪੋਤਰੇ ਨੂੰ ਮਿਲਣ ਕਰਕੇ ਚਿੱਤ ਵਿੱਚ ਬੜੀ ਚਿੰਤਾ ਇਸ ਦੇ। ਜਰੀ ਜਾਤ ਸੋ ਨਾਹੇ। ਉਹ ਜਿਹੜੀ ਗੱਲ ਹੈ ਨਾ ਚਿੰਤਾ ਕਰਕੇ ਤਾਂ ਸਾਰੀ ਨਹੀਂ ਜਾਂਦੀ, ਇਸ ਤਰ੍ਹਾਂ ਸੜਦੀ ਹੈ। ਚੌਪਈ ਭੂਰ ਭੂਰ ਬਸੂਰਤ ਵਿਪਰੈ ਹੋਵਾ। ਮਾਤਾ ਮਰਵਾਹੀ ਸੂਰਜਮਲ ਦੀ ਬੜੀ ਚੋਰੀ ਹੈ, ਕਹਿੰਦੇ ਬਹੁਤ ਛੋਟੀ ਜੀ ਗੱਲ ਹੋ ਗਈ ਹੈ। ਛੂਛਾ ਆਪਨ ਪੁੱਤਰ ਕੋ ਜੋਵਾ। ਮੇਰਾ ਜਿਹੜਾ ਪੁੱਤਰ ਸੂਰਜਮਲ ਹੈ ਉਹ ਤਾਂ ਖਾਲੀ ਰਹਿ ਗਿਆ, ਉਹ ਵੇਖਦੀ ਹੈ ਝਾਕਦੀ ਉਹਦੇ ਬੱਲੀ। ਗੁਰਤਾ ਲਹੀ ਸ਼ਰੀਕ ਵਿਚਾਰੈ। ਵਿਚਾਰਦੀ ਹੈ ਵੀ ਜਿਹੜੇ ਸਾਡੇ ਸ਼ਰੀਕ ਪੋਤਰੇ ਉਹਨਾਂ ਨੇ ਗੁਰਤਾ ਗੱਦੀ ਲੈ ਲਈ। ਹਮ ਨਿਰਬਲ ਹੋਏ ਸੋ ਬਲ ਧਾਰੈ। ਅਸੀਂ ਤਾਂ ਬੜੇ ਕਮਜ਼ੋਰ ਹੋ ਜਾਵਾਂਗੇ, ਉਹ ਪੋਤਰੇ ਬੜਾ ਬਲ ਧਾਰਨਗੇ, ਉਹ ਬਲੀ ਬਣ ਜਾਣਗੇ। ਕੰਤ ਸ਼ਰੀਕ ਕਿਤਕ ਦਿਨ ਕੇਰਾ। ਕੰਤ ਸਰੀਰ ਕਿਤਕ ਦਿਨ ਕੇਰਾ। ਮੇਰੇ ਪਤੀ ਸਤਿਗੁਰੂ ਦਾ ਜਿਹੜਾ ਸਰੀਰ ਆ ਉਹ ਤਾਂ ਹੁਣ ਕੁਝ ਕੁ ਨਹੀਂ ਰਹਿਣਾ ਹੈ। ਵਧ ਹੈ ਉਤਾਇਲ ਪੀਛੈ ਝੇਰਾ। ਜਦੋਂ ਇਹ ਸੱਚਖੰਡ ਗਮਨ ਕਰਕੇ ਬਾਅਦ ਵਿੱਚ ਬੜੀ ਛੇਤੀ ਰਗੜਾ ਝਗੜਾ ਵੱਧ ਜਾਣਾ। ਨਿਸ ਦਿਨ ਗਿਨਹਿ ਗਟੀ ਇਤਿਆਦ। ਉਹ ਜਿਵੇਂ ਇਸਤਰੀਆਂ ਕਰਦੀਆਂ ਹੁੰਦੀਆਂ ਇਸ ਤਰ੍ਹਾਂ ਦਿਨੇ ਰਾਤ ਤਰ੍ਹਾਂ ਦੀਆਂ ਗਿੱਟੀਆਂ ਗੰਦੀ ਹੈ। ਸੋਚਤ ਸੋਚਨ ਹੋਏ ਬਿਸਮਾਦ। ਬੜੀਆਂ ਸੋਚਾਂ ਸੋਚਦੀ, ਬੜੀ ਸੋਚਾਂ ਸੋਚਦੀ ਬਿਸਮਾਦ ਹੁੰਦੀ, ਹੈਰਾਨ ਪਰੇਸ਼ਾਨ ਹੁੰਦੀ ਹੈ। ਕਹਾ ਹੁਤੀ ਅਬ ਕਿਆ ਹੋਏ ਜੈ। ਕਹਿੰਦੇ ਦੇਖੋ ਗੱਲ ਕੀ ਹੈ ਸੀ, ਹੁਣ ਪਤਾ ਨਹੀਂ ਕੀ ਹੋ ਜਾਏਗੀ। ਕੰਤ ਪ੍ਰਭੂ ਬਿਨ ਕਿਮ ਸੁਖ ਪੈ ਹੈ। ਹਾਂ, ਮੇਰੇ ਮਾਲਕ ਤੋਂ ਬਿਨਾ ਦੱਸੋ ਅਸੀਂ ਕਿਵੇਂ ਸੁਖ ਪਾਵਾਂਗੇ। ਇਤਿਆਦਿਕ ਬ੍ਰਿਤੰਤ ਮਰਵਾਹੀ। ਕਵੀ ਜੀ ਕਹਿੰਦੇ ਇਸ ਤਰ੍ਹਾਂ ਦਾ ਜਿਹੜਾ ਪ੍ਰਸੰਗ ਹੈ, ਜਿਹੜੀ ਇਹ ਪਤਨੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਹਦਾ ਹਾਲ ਚਾਲ ਹੈ। ਸੁਨਹੋ ਨਾਨਕੀ ਜਿਮ ਚਿਤ ਚਾਹੀ। ਹੁਣ ਦੂਜੀ ਪਤਨੀ ਨਾਨਕੀ ਸੀ, ਜਿਵੇਂ ਉਹਦੇ ਚਿੱਤ ਵਿੱਚ ਚਾਹਨਾ ਹੈ ਸੀ ਉਹਦੀ ਵੀ ਸੁਣ ਲੋ ਗੱਲਬਾਤ। ਅਤ ਚਿੰਤਾ ਤੁਰ ਭਈ ਵਿਚਾਰੀ। ਉਹ ਨਾਨਕੀ ਵੀ ਜੋ ਤੇਗ ਬਹਾਦਰ ਸਾਹਿਬ ਦੇ ਮਾਤਾ, ਉਹ ਵੀ ਚਿੰਤਾ ਕਰਕੇ ਚਿੱਤ ਵਿੱਚ ਬੜੀ ਅਖਤਰ ਹੋ ਗਈ, ਵਿਆਕਲ ਹੋ ਗਈ ਹੈ। ਔਚਕ
ਕਹਾ ਕੰਤ ਕ੍ਰਿਤਕਾਰੀ। ਇਹ ਪਤੀ ਸਤਿਗੁਰਾਂ ਨੇ ਅਚਨਚੇਤ ਇਹ ਕੀ ਕਰਤੱਵ ਕਰਤਾ ਹੈ, ਕੀ ਕੰਮ ਕਰ ਮਾਰਿਆ ਹੈ। ਪੁੱਤਰ ਗਰੀਬ ਨ ਜਾਣੈ ਕੋ। ਮੇਰਾ ਜਿਹੜਾ ਪੁੱਤਰ ਤੇਗ ਬਹਾਦਰ ਹੈ ਉਹ ਤਾਂ ਬਹੁਤ ਗਰੀਬ ਵਰਗਾ ਹੀ ਹੈ, ਗਰੀਬ ਜੈ ਉਹ ਤਾਂ ਕੁਝ ਕਰਨਾ ਹੀ ਨਹੀਂ ਜਾਣਦਾ ਹੈ। ਸਦਾ ਮਸਤ ਜਿਮ ਸਰਲ ਸੁਭਾਉ। ਹਾਂ ਹਮੇਸ਼ਾ ਮਸਤ ਰਹਿੰਦਾ ਹੈ ਤੇ ਜਿਵੇਂ ਬੜਾ ਨਿਰਛਲ ਤੇ ਨਿਸ਼ਕਾਉਟ ਉਹਨਾਂ ਦਾ ਸੁਭਾਅ ਸਿੱਧਾ ਸਾਦਾ ਸੁਭਾਅ ਜਾ ਹੈ। ਜਗ ਕੇ ਚਤੁਰਾਈ ਵਿਵਹਾਰੇ। ਜਿਵੇਂ ਸੰਸਾਰ ਦੇ ਜਿਹੜੇ ਕੰਮਕਾਰ ਬੜੀ ਚਤੁਰਾਈ ਨਾਲ ਕਰਨੇ ਕਰਾਉਣੇ ਹੁੰਦੇ। ਕਬ ਨ ਆਜ ਲਗ ਅੰਗੀਕਾਰੇ। ਮੇਰੇ ਪੁੱਤਰ ਤੇਗ ਬਹਾਦਰ ਨੇ ਅਜੇ ਤੱਕ ਕਦੇ ਵੀ ਕਹਿੰਦੇ ਉਹਨਾਂ ਨੂੰ ਗ੍ਰਹਿਣ ਨਹੀਂ ਕੀਤਾ, ਨੀਝ ਲਾ ਕੇ ਸਿਆਣਪ ਨਾਲ ਕਿਤੇ ਕੁਝ ਨਹੀਂ ਕੀਤਾ, ਕਤਰਿਆ ਹੈ। ਕਿਸ ਮਸੰਦ ਸੋ ਮੇਲ ਨਠਾਨਾ। ਮੇਰੇ ਪੁੱਤਰ ਤੇਗ ਬਹਾਦਰ ਨੇ ਗੁਰੂ ਘਰ ਦੇ ਜਿਹੜੇ ਮਹਾਨ ਮਸੰਦ ਉਹਨਾਂ ਨਾਲ ਕੋਈ ਮੇਲ ਮਿਲਾਪ ਨਹੀਂ ਕੀਤਾ ਹੈ। ਆਵਤ ਦਰਬ ਜਿਨ੍ਹੋਂ ਕੇ ਪਾਨਾ। ਜਿਨ੍ਹਾਂ ਦੇ ਹੱਥਾਂ ਦੇ ਰਾਹੀਂ ਗੁਰੂ ਘਰ ਦੇ ਵਿੱਚ ਬੇਅੰਤ ਕਾਰ ਭੇਟਾ ਮਾਇਆ ਆਉਂਦੀ ਹੈ। ਸਿੱਖ ਸੰਗਤ ਕੋ ਜਾਣੈ ਭੇਵ। ਹਾਂ ਗੁਰੂ ਕੀਆਂ ਸਿੱਖ ਸੰਗਤਾਂ ਦਾ ਜਿਹੜਾ ਭੇਤ ਉਹ ਮਸੰਦ ਜਾਣਦੇ। ਮਸਤਰ ਟੇਕੈ ਹੈ ਮਸਤਕ ਟੇਕੈ ਹੈ ਗੁਰ ਸਮਦੇਵ। ਗੁਰੂ ਦੇ ਸਮਾਨ ਕਹਿੰਦੇ ਇਸ ਤਰ੍ਹਾਂ ਜਾਣ ਕੇ ਮੱਥੇ ਟੇਕਦੇ ਆ। ਕੋਈ ਜਿਹੜੀਆਂ ਸਿੱਖ ਸੰਗਤਾਂ ਤੇਗ ਬਹਾਦਰ ਸਾਹਿਬ ਦਾ ਭੇਦ ਜਾਣਦੀਆਂ ਤੇ ਗੁਰੂ ਸਮਾਨ ਮੱਥਾ ਟੇਕਦੀਆਂ। ਨਾਹੇ ਤਾਂ ਏਕਾਂਕੀ ਬਹੁ ਬੈਸੇ। ਨਹੀਂ ਤਾਂ ਮੇਰੇ ਪੁੱਤਰ ਬਹੁਤ ਕਾਂਝਾ ਹੋ ਕੇ ਜ਼ਿਆਦਾ ਬੈਠਦੇ। ਨਹਿ ਜਾਣੈ ਘਰ ਕੀ ਕ੍ਰਿਤ ਕੈਸੇ। ਇਹ ਘਰ ਦਾ ਕੰਮ ਕਿਰੇ ਕਿਵੇਂ ਕਰੀਦਾ ਇਹਨੂੰ ਬਿਲਕੁਲ ਉਹ ਕਰਨਾ ਹੀ ਨਹੀਂ ਜਾਣਦੇ, ਸਮਝਦੇ ਹੀ ਨਹੀਂ, ਪਤਾ ਹੀ ਨਹੀਂ ਇਹਨਾਂ ਨੂੰ। ਇਤਿਆਦਿਕ ਬਹੁ ਹਿਰਦੇ ਵਿਚਾਰ। ਇਸ ਤੋਂ ਹਾਲ ਲੈ ਕੇ ਮਾਤਾ ਨਾਨਕੀ ਜੀ ਹਿਰਦੇ ਵਿੱਚ ਬੜਾ ਸੋਚ ਵਿਚਾਰ ਕਰਦੇ ਹੈ। ਗੁਰ ਆਵੈ ਹੈ ਜਬ ਕਰਹਿ ਕਰਨ ਆਹਾਰ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਘਰ ਦੇ ਵਿੱਚ ਭੋਜਨ ਛਕਣ ਆਉਣਗੇ ਉਦੋਂ ਗੱਲ ਕਰਾਂਗੇ। ਬੈਠੈ ਤਬ ਸਮੀਪ ਸੋ ਆਏ। ਜਦੋਂ ਮਹਾਰਾਜ ਭੋਜਨ ਛਕਦੇ ਆ ਨਾ ਉਦੋਂ ਨਾਨਕੀ ਜੀ ਆਪਣੇ ਪਤੀ ਸਤਿਗੁਰਾਂ ਕੋਲ ਆ ਬੈਠਦੇ ਆ। ਚਿਤ ਕੋ ਸੰਕਟ ਦੇਤ ਸੁਨਾਏ। ਆਪਣਾ ਚਿੱਤ ਦਾ ਜਿਹੜਾ ਦੁੱਖ ਹੈ ਨਾ ਉਹ ਸੁਣਾ ਦਿੰਦੇ ਹਨ। ਹੁਤੋ ਆਸਰਾ ਏਕ ਹਮਾਰੇ। ਇਹ ਪਤੀ ਸਤਿਗੁਰੂ ਜੀ ਇੱਕੋ ਇੱਕ ਆਪ ਜੀ ਦਾ ਸਾਨੂੰ ਓਟ ਆਸਰਾ ਸੀ। ਕਿਰਪਾ ਕਰਤ ਬਖਸ਼ਤ ਸੁਖ ਸਾਰੇ। ਆਪ ਕਿਰਪਾ ਕਰਕੇ ਸਾਰੇ ਸੁਖ ਸਾਨੂੰ ਬਖਸ਼ਦੇ ਹੈ ਸੀ। ਕਿਸੂ ਵਾਸਤ ਕੀ ਚਿਤ ਨਾ ਕਿਸੂ ਵਾਸਤ ਕੀ ਚਿੰਤ ਨਾ ਵਿਆਪੇ। ਸਾਨੂੰ ਤੁਹਾਡੇ ਬੈਠਿਆਂ ਕਿਸੇ ਤਰ੍ਹਾਂ ਦੀ ਵਸਤੂ ਦੀ ਚਿੰਤਾ ਨਹੀਂ ਚਿੰਬੜਦੀ ਸੀ। ਸਕਲ ਪਦਾਰਥ ਦੀਨਸ ਆਪੇ। ਕਿਉਂਕਿ ਸਾਰੇ ਪਦਾਰਥ ਬਿਨਾਂ ਮੰਗੇ ਤੋਂ ਸਾਨੂੰ ਆਪੇ ਤੁਸੀਂ ਦੇ ਦਿੱਤੇ ਆ ਤੇ ਦੇ ਦਿੰਦੇ ਸੀ। ਪੀਛੇ ਕਹਾ ਕਰਹਿ ਸੁਤ ਮੇਰੋ। ਜਦੋਂ ਆਪ ਸੱਚਖੰਡ ਗਵਨ ਕਰ ਰਹੇ ਮੇਰਾ ਪੁੱਤਰ ਦੱਸੋ ਭਲਾ ਕੀ ਕੁਝ ਕਰੇਗਾ। ਜਿਨਹੋ ਨ ਜਗ ਮਹਿ ਕੁਛ ਕ੍ਰਿਤ ਕੇਰੋ। ਇਸਨੇ ਸੰਸਾਰ ਦੇ ਵਿੱਚ ਕੋਈ ਵੀ ਕਰਤੱਵ ਕਰਨਾ ਸਿੱਖਿਆ ਹੀ ਹੈ ਨਹੀਂ। ਉਦਾਸੀਨ ਬ੍ਰਿਤ ਰਹਿ ਇਕਾਂਕੀ। ਆ ਕਹਿੰਦੇ ਉਦਾਸੀਨ ਜੀ ਉਪਰਾਮ ਬਿਰਤੀ ਜੀ ਕਰਕੇ ਇਕੱਲਿਆਂ ਰਹਿੰਦੇ ਆ। ਮਿਲਬੋ ਮੁਲਾਕਾਤ ਨਹਿ ਕਾਂਕੀ। ਨਾ ਕਿਸੇ ਨਾਲ ਮਿਲਣਾ ਜੁੜਨਾ, ਨਾ ਕਿਸੇ ਨਾਲ ਮੁਲਾਕਾਤ ਕਰਨੀ, ਭਾਵ ਗੱਲਬਾਤ ਕਰਨੀ ਹੈ ਨੇੜੇ ਹੋ ਕੇ। ਲਖ ਹੋ ਆਪ ਭੀ ਤਾਹੇ ਸੁਭਾਉ। ਮੇਰੇ ਸੁਪੁੱਤਰ ਤੇਗ ਬਹਾਦਰ ਸਾਹਿਬ ਦਾ ਸੁਭਾਅ ਤੁਸੀਂ ਆਪ ਵੀ ਜਾਣਦੇ ਹੀ ਹੋ ਨਾ। ਹੇਤ ਜੀਵ ਕਾ ਕਾਰਨ ਕਾਉ। ਦੱਸੋ ਵੀ ਗੁਜ਼ਾਰਾ ਦਾ ਕਰਨ ਦਾ ਜਿਹੜਾ ਕਰਤੱਵ ਹੈ ਉਹ ਕਿਵੇਂ ਉਹਦਾ ਹੋਵੇਗਾ, ਉਹਨੂੰ ਤਾਂ ਕੁਝ ਕਰਨਾ ਹੀ ਨਹੀਂ ਆਉਂਦਾ। ਛੂਛੇ ਛੋਰ ਚਾਹੋ ਤੁਮ ਚਾਲੇ। ਮੇਰੇ ਪੁੱਤਰ ਨੂੰ ਮਾਰਾ ਖਾਲੀ ਛੱਡ ਕੇ ਤੁਸੀਂ ਹੁਣ ਸੱਚਖੰਡ ਜਾਇਆ ਚਾਹੁੰਦੇ। ਕਹੋ ਨ ਕਿਸ ਕੇ ਲਾਗੈ ਹੈ ਪਾਲੇ। ਹਾਂ ਦੱਸੋ ਮਹਾਰਾਜ ਤੁਹਾਡਾ ਪੁੱਤਰ ਕਿਹਦੇ ਪੱਲੇ ਲੜ ਲੱਗੇਗਾ। ਦਈ ਸ਼ਰੀਕਨ ਕੋ
ਵਡਿਆਈ। ਸਾਡੇ ਜਿਹੜੇ ਪੋਤਰੇ ਸ਼ਰੀਕ ਸੀ ਉਹਨਾਂ ਨੂੰ ਵੱਡੀ ਵਡਿਆਈ ਤੁਸੀਂ ਦੇ ਦਿੱਤੀ। ਤਿਨ ਕੇ ਸੰਗ ਨ ਕਿਮ ਬਨ ਆਈ। ਉਹਨਾਂ ਪੋਤਰਿਆਂ ਦੇ ਨਾਲ ਤਾਂ ਸਾਡੀ ਕਿਵੇਂ ਵੀ ਕੋਈ ਗੱਲਬਾਤ ਬਣ ਨਹੀਂ ਆਵੇਗੀ। ਇਕ ਪੌਤਰੇ ਗੁਰ ਗ੍ਰੰਥ ਸੰਭਾਲ। ਇਹ ਵੀ ਜਿਹੜਾ ਵੱਡਾ ਪੋਤਰਾ ਪੀਰ ਮਾਲਾ ਉਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਭਾਲ ਲਿਆ ਹੋਇਆ। ਜੁਤੀ ਆਪਨੇ ਥਲ ਬੈਠਾਰਾ। ਦੂਜਾ ਜਿਹੜਾ ਛੋਟਾ ਰਾਏ ਸਾਹਿਬ ਉਹਨੂੰ ਤੁਸੀਂ ਆਪਣੇ ਗੁਰਤਾ ਗੱਦੀ ਦੇ ਥਾਂ ਬਿਠਾ ਦਿੱਤਾ ਹੈ। ਸ੍ਰੀ ਹਰਿਗੋਬਿੰਦ ਕਹਿ ਸਮਝਾਈ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਪਤਨੀ ਨਾਨਕੀ ਨੂੰ ਕਹਿ ਕੇ ਸਮਝਾਇਆ ਹੈ। ਚਿਤ ਮਹਿ ਚਿੰਤਾ ਕਰਹੁ ਨ ਕਾਈ। ਇਹ ਪਤਨੀ ਆਪਣੇ ਚਿੱਤ ਵਿੱਚ ਕੋਈ ਬਿਲਕੁਲ ਹੀ ਚਿੰਤਾ ਨਾ ਤੂੰ ਕਰ। ਗੁਰ ਸੁਤ ਪੂਜਨੀਏ ਜਗ ਕੇਰੇ। ਇਹ ਗੁਰੂ ਕੇ ਸੁਪੁੱਤਰ ਸਾਹਿਬਜ਼ਾਦੇ ਆ ਸਾਰੇ ਸੰਸਾਰ ਦੇ ਪੂਜਨੀਕ ਹੈ। ਦੇਹ ਉਪਾਇਨ ਸਿੱਖ ਕਨੇਰੇ। ਹਾਂ ਬਹੁਤ ਗੁਰੂ ਕੇ ਸਿੱਖ ਸੇਵ ਗੁਰੂ ਕੇ ਸਾਹਿਬਜ਼ਾਦੇ ਜਾਣ ਕੇ ਇਹਨਾਂ ਨੂੰ ਬੇਅੰਤ ਭੇਟਾਵਾਂ ਦਿਆ ਕਰਨਗੇ। ਇਨਕੇ ਆਸ਼ਰਿਤ ਹੋਇ ਜਗ ਬ੍ਰਿੰਦਾ। ਇਹਨਾਂ ਦੇ ਆਸਰੇ ਤਾਂ ਬਹੁਤ ਲੋਕਾਂ ਨੇ ਕਹਿੰਦੇ ਕੁਛ ਛਕਣਾ ਛਕਾਉਣਾ ਹੈ। ਖਾਨ ਪਾਨ ਗੁਜਰਾਨ ਬਿਲੰਦਾ। ਇਹਨਾਂ ਦੇ ਕਹਿੰਦੇ ਆਸਰੇ ਤਾਂ ਬੇਅੰਤ ਲੋਕਾਂ ਦਾ ਖਾਣ ਪੀਣ ਦਾ ਗੁਜ਼ਾਰਾ ਹੋਣਾ ਹੈ। ਬਹੁਤਨ ਕੇ ਦਾਤਾ ਇਹੋ ਹੋਵੇ। ਇਹ ਤੇਰੇ ਜਿਹੜੇ ਪੁੱਤਰ ਤੇਗ ਬਹਾਦਰ ਤਾਂ ਬਹੁਤਿਆਂ ਨੂੰ ਦੇਣ ਵਾਲੇ ਵੱਡੇ ਦਾਤਾ ਹੋਣਗੇ। ਸੇਵਹਿ ਸਿੱਖ ਭਲੇ ਨਿਜ ਜੋਵਹਿ। ਹਾਂ ਸਿੱਖ ਆਪਣਾ ਭਲਾ ਜਾਣ ਕੇ ਇਹਨਾਂ ਦੀ ਸੇਵਾ ਕਰਿਆ ਕਰਨਗੇ ਬਹੁਤ। ਇਸ ਵਿਦ ਬਹੁ ਪ੍ਰਕਾਰ ਸਮਝਾਵੇ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਤਰ੍ਹਾਂ ਦੇ ਬਚਨ ਕਹਿ ਕੇ ਆਪਣੀ ਪਤਨੀ ਨਾਨਕ ਨੂੰ ਸਮਝਾ ਵਜਾਉਂਦੇ ਆ। ਤਉ ਨਾਨਕੀ ਧੀਰ ਨ ਪਾਵੇ। ਹਾਂ ਵੀ ਐਸੇ ਬਚਨ ਸੁਣ ਕੇ ਨਾਨਕੀ ਧੀਰਜ ਨਹੀਂ ਪਾਉਂਦੀ, ਦਿਲ ਨਹੀਂ ਖੜਦਾ ਹੈ। ਮਿਸ ਦਿਨ ਬਿਤੈ ਗਿਨਤਿਓ ਗਿਨਤਿਓ ਗਿਨਤੀ। ਰਾਤ ਦਿਨ ਕਹਿੰਦੇ ਗਿਣਤੀਆਂ ਮਿਣਤੀਆਂ ਕਰਦਾ ਗਿੱਟੀਆਂ ਗਣਦਾ ਦਾ ਲੰਘਦਾ ਹੈ। ਚਿਤ ਤੇ ਕਰਹਿ ਗੁਰਨ ਸੋ ਬੇਨਤੀ। ਹਾਂ ਚਿੱਤੇ ਨਾਲ ਗੁਰਾਂ ਦੇ ਅੱਗੇ ਬੇਨਤੀਆਂ ਅੰਦਰੋਂ ਕਰ ਰਹੀ ਹੈ। ਸ੍ਰੀ ਨਾਨਕ ਜੀ ਬਨਹੁ ਸਹਾਈ। ਏ ਗੁਰੂ ਨਾਨਕ ਸਾਹਿਬ ਜੀ ਤੁਸੀਂ ਮੇਰੇ ਪੁੱਤਰ ਦੇ ਸਹਾਇਕ ਬਣੋ ਆ ਕੇ। ਮਮ ਸੁਤ ਕੋ ਹੋਵਹਿ ਵਡਿਆਈ। ਇਸ ਕਰਕੇ ਮੇਰੇ ਪੁੱਤਰ ਨੂੰ ਜਿਹੜੀ ਗੁਰਤਾ ਗੱਦੀ ਦੀ ਵੱਡੀ ਵਡਿਆਈ ਪ੍ਰਾਪਤ ਹੋ ਜਾਵੇ। ਅਹੋ ਨਿਮਾਨਨ ਕੇ ਤੁਮ ਮਾਨ। ਗੁਰੂ ਨਾਨਕ ਸਾਹਿਬ ਮਹਾਰਾਜ ਤੁਸੀਂ ਨਿਮਾਣਿਆਂ ਨੂੰ ਨਿਮਾਣ ਬਖਸ਼ਣ ਵਾਲੇ ਹੋ। ਸਦਾ ਨਿਤਾਨਨ ਕੇ ਵੱਡ ਤਾਨ। ਹਮੇਸ਼ਾ ਜਿਹੜੇ ਨਿਤਾਣੇ ਨਿਰਬਲ ਕਮਜ਼ੋਰ ਉਹਨਾਂ ਨੂੰ ਤਾਣ ਬਲ ਬਖਸ਼ਣ ਵਾਲੇ ਹੋ। ਬੁੱਧ ਚਤੁਰਾਈ ਕੇਰ ਸਹਾਏ। ਹਾਂ ਇਸ ਤਰ੍ਹਾਂ ਬੁੱਧੀ ਚਾਤਰਤਾਈ ਤੇ ਹੋਰ ਜਿਹੜੀ ਕੋਈ ਸਹਾਇਤਾ ਹੈ। ਨਿਜ ਨਿਜ ਹਿਤ ਸਭ ਕਰਹਿ ਉਪਾਏ। ਉਹ ਕਹਿੰਦੇ ਆਪੋ ਆਪਣੇ ਕਹਿੰਦੇ ਬੁੱਧੀ ਦੀ ਚਤਰਾਈ ਤੇ ਸਹਾਇਤਾ ਕਰਕੇ ਆਪੋ ਆਪਣੇ ਹਿਰਦੀਆਂ ਕਹਿੰਦੇ ਸਾਰੇ ਗੱਲਾਂ ਬਾਤਾਂ ਕਰਦੇ ਉਪਰਾਲੇ ਹੀਲੇ ਕਰਦੇ ਆ। ਮਮ ਸੁਤ ਸਭ ਬਾਤਨ ਤੇ ਹੀਨ। ਇਹ ਗੁਰੂ ਨਾਨਕ ਸਾਹਿਬ ਜੀ ਮੇਰਾ ਜਿਹੜਾ ਪੁੱਤਰ ਆ ਉਹ ਤਾਂ ਸਾਰਿਆਂ ਗੱਲਾਂ ਬਾਤਾਂ ਤੋਂ ਰਹਿ ਤਾਂ ਨਾ ਉਹਦੇ ਅੰਦਰ ਬੁੱਧੀ ਹੈ ਨਾ ਚਤਰਾਈ ਹੈ ਨਾ ਕਹਿੰਦੇ ਉਹ ਕੋਈ ਸਹਾਇਤਾ ਕਿਸੇ ਦੀ ਉਹਨੂੰ ਹੈ। ਇਸੇ ਤਰ੍ਹਾਂ ਆਪਣੇ ਵਾਸਤੇ ਕੋਈ ਉਪਰਾਲਾ ਹੀਲਾ ਕਰਨ ਉਹ ਜੋਗੇ ਨਹੀਂ ਹਨ। ਮਸਤ ਸੁਭਾਵ ਨ ਕਛੂ ਪਰਬੀਨ। ਇਹ ਗੁਰੂ ਨਾਨਕ ਸਾਹਿਬ ਮੇਰੇ ਪੁੱਤਰ ਦਾ ਤਾਂ ਸੁਭਾਅ ਵੀ ਮਸਤਾਂ ਵਾਲਾ ਹੈ ਤੇ ਕੋਈ ਸਿਆਣਾ ਵੀ ਚਤਰ ਹੈ ਨਹੀਂ ਹੈ। ਇਮ ਦਿਨ ਕੇਤਿਕ ਜਬ ਹੈ ਬਿਤਾਏ। ਕਿਉਂ ਗੁਰੂ ਨਾਨਕ ਸਾਹਿਬ ਜੀ ਅੱਗੇ ਬੇਨਤੀਆਂ ਕਰਦੇ ਨਾਨਕੀ ਜੀ ਨੇ ਕੁਝ ਦਿਨ ਬਤੀਤ ਕੀਤੇ। ਸ੍ਰੀ ਹਰਿ ਰਾਏ ਸੁਗੁਰਤਾ ਪਾਏ। ਇਧਰ ਸ੍ਰੀ ਹਰਿਰਾਏ ਸਾਹਿਬ ਨੇ ਗੁਰਤਾ ਗੱਦੀ ਦੇ ਤਖਤ ਨੂੰ ਪਾਇਆ ਕੋਈ ਦਿਨ ਲੰਘੇ ਹੈ। ਕਹਿਤ ਨਿਤਾ ਪ੍ਰਤ ਪ੍ਰਭ ਕੇ ਸਾਥ। ਜਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਭੋਜਨ ਛਕਣ ਆਉਂਦੇ ਉਸ ਵੇਲੇ ਨਾਨਕੀ ਜੀ ਸਤਿਗੁਰਾਂ ਦੇ ਸਾਥ ਕੁਝ ਨਾ ਕੁਝ ਕਹਿੰਦੇ ਹੀ ਰਹਿੰਦੇ। ਚਿਤਵ ਨਾਨਕੀ ਚਿੰਤਾ ਗਾਥ। ਹਾਂ ਇਸ ਤਰ੍ਹਾਂ ਜਿਹੜੀ ਚਿੰਤਾ ਕਰੀ ਨਾਨਕੀ ਜੀ ਉਹਦੀ ਗੱਲ ਸੋਚਦੇ ਹੈ। ਪੂਰਬ ਸੂਰਤ ਹਿਰਦੈ ਦੁਖਾਰੀ।
ਵਿਚਾਰੀ ਔਰ ਹਿਰਦੇ ਵਿੱਚ ਦੁਖੀ ਹੋਈ ਬਹੁਤ ਝੂਰਦੀ ਹੈ। ਕੁਛ ਬਸ ਚੱਲੈ ਨ ਹੋਤ ਲਚਾਰੀ ਪਰ ਪਤੀ ਸਤਿਗੁਰਾਂ ਕੋਈ ਬਸ ਨਹੀਂ ਚੱਲਦਾ। ਉਹ ਕਹਿੰਦੇ ਬਹੁਤ ਬੇਵਸੀ ਹੋ ਰਹੀ ਹੈ ਜਾਂ ਦੁਖੀ ਹੋ ਰਹੀ ਹੈ। ਔਰ ਤਪ ਤਾਏ ਅਜੋਗ ਵਿਚਾਰੈ ਹਿਰਦੇ ਵਿੱਚ ਬੜੀ ਤਪਦੀ ਹੈ, ਬੜੀ ਅਜੋਗ ਜੀ ਗੱਲ ਹੋਈ ਵਿਚਾਰਦੀ ਹੈ। ਅਸ ਗੁਰ ਕੇ ਸੁਤ ਸ਼ਕਤ ਨ ਧਾਰੈ ਐਸੇ ਹੀ ਹੈ ਸਤਿਗੁਰੂ ਦੇ ਪੁੱਤਰ ਜਿਹੜੇ ਕੋਈ ਮਾੜੀ ਮੋਟੀ ਸ਼ਕਤੀ ਨਹੀਂ ਰੱਖਦੇ। ਪੋਤਰੇ ਸਰਬ ਭਾਂਤ ਵਡਿਆਏ ਦੇਖੋ ਜਿਹੜੇ ਪੋਤਰੇ ਸੀ ਉਹ ਸਭ ਤਰ੍ਹਾਂ ਕਰਕੇ ਵੱਡੇ ਵਡਿਆ ਦਿੱਤੇ, ਵੱਡੇ ਮਹਾਨ ਬਣਾ ਦਿੱਤੇ। ਰਖ ਛੂਛੇ ਸਭ ਨੰਦ ਸਾਰੇ ਜਿਹੜੇ ਬਿਠਾਰੇ ਪੁੱਤਰ ਹੈ ਕਹਿੰਦੇ ਖਾਲੀ ਰੱਖ ਕੇ ਬਿਠਾਤੇ ਇਹਨਾਂ ਨੇ। ਇੱਕ ਦਿਨ ਮਹਿ ਸ੍ਰੀ ਹਰਿ ਗੋਬਿੰਦ ਇੱਕ ਦਿਨ ਦੀ ਗੱਲ ਹੈ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹਿਤ ਆਹਾਰ ਕੇ ਬਾਹੋ ਬਿਲੰਦ ਭੋਜਨ ਛਕਣ ਵਾਸਤੇ ਆਏ ਹੈ ਤੇ ਜੋ ਬਹੁਤ ਮਹਾਨ ਮਜ਼ਬੂਤ ਬਾਹਾਂ ਵਾਲੇ ਹਿਰਦੈ ਆਨੰਦਤ ਚੱਲ ਕਰ ਆਏ ਹਿਰਦੇ ਵਿੱਚ ਆਨੰਦ ਖੁਸ਼ ਹੈ, ਭੋਜਨ ਛਕਣ ਲਈ ਘਰ ਵਿੱਚ ਚੱਲ ਕੇ ਆਏ। ਜੀਰਗ ਦਰਸ਼ਨ ਦੁਤੀ ਸੁਹਾਏ ਮਹਾਨ ਕਹਿੰਦੇ ਸਤਿਗੁਰੂ ਦਾ ਦਰਸ਼ਨ ਹੈ, ਸੋਭਾ ਸੋਭਨੀਕ ਹੈ। ਕੁੰਜਰ ਮਦ ਬਿਲੰਦ ਜੁਤ ਜੈਸੇ ਜਿਵੇਂ ਕਹਿੰਦੇ ਹਾਥੀ ਬੜੀ ਮਸਤੀ ਦੇ ਸ਼ਹਿਰ ਚੱਲਦਾ ਹੁੰਦਾ ਹੈ। ਗਮਨਤ ਸ਼ੋਭਾ ਪ੍ਰਾਪਤ ਗੁਰੂ ਤੈਸੇ ਹਰਗੋਬਿੰਦ ਸਾਹਿਬ ਜੀ ਚੱਲਦੇ ਹੋਏ ਉਸੇ ਤਰ੍ਹਾਂ ਦੀ ਸੋਭਾ ਪ੍ਰਾਪਤ ਹੋ ਰਹੀ ਹੈ। ਸੋਭਾ ਹੋ ਰਹੀ ਜਿਵੇਂ ਮਸਤ ਹਾਥੀ ਚੱਲਦਾ ਸੀ, ਟੋਰ ਚੱਲਦੇ ਆ ਰਹੇ। ਬੈਠੇ ਆਸਨ ਪਰ ਸ਼ੋਭ ਥਾਨ ਸੋਹਣਾ ਜਿਹੜਾ ਸਥਾਨ ਹੈ ਉੱਥੇ ਆਸਣ ਲਾ ਕੇ ਚੌਕੜਾ ਮਾਰ ਕੇ ਬੈਠ ਗਏ। ਹਰ ਭਰੋਸਿਓ ਆਸਨ ਮਹਾਨ ਜਿਹੜਾ ਲਾਂਗਰੀ ਸਿੱਖ ਉਸਨੇ ਲਿਆ ਕੇ ਭੋਜਨ ਪਰੋਸ ਦਿੱਤਾ ਥਾਲ ਵਿੱਚ। ਸੂਖਮ ਚਾਵਰ ਅਨੇਕ ਪ੍ਰਕਾਰੇ ਬਰੀਕ ਕਿਸਮ ਦੇ ਚੌਲ ਹੈ, ਉਹ ਵੀ ਅਨੇਕਾਂ ਪ੍ਰਕਾਰ ਨਾਲ ਬਣਾਏ, ਸੁੱਕੇ ਵੀ ਇਸੇ ਤਰ੍ਹਾਂ ਦੂਸਰੇ ਵੀ। ਸੂਪਕਾਰ ਬੁੱਧ ਸਾਥ ਸੁਧਾਰੇ ਤੇਰਾ ਸੋਈਆ ਗੁਰਸਿੱਖ ਨੇ ਅਕਲ ਬੁੱਧੀ ਨਾਲ ਕਹਿੰਦੇ ਚੰਗੇ ਸਵਾਰ ਬਣਾ ਕੇ ਬਣਾਏ ਹੋਏ। ਮధుਰ ਸਲਵਣ ਤੁਰਸ਼ ਚਰ ਪਰੇ ਉਹ ਕਿੰਨੇ ਤਰ੍ਹਾਂ ਦੇ ਕਹਿੰਦੇ ਮਿੱਠੇ ਵੀ ਚੌੜ ਹੈ, ਲੂਣ ਸਹਿਤ ਵੀ ਹੈ, ਤੁਰਸ ਖਟ ਮਿੱਠੇ ਵੀ ਹਨ ਤੇ ਚਰਪਰੇ ਕਰਾਰੇ ਵੀ ਹੈ। ਪਾਇਸ ਆਦ ਆਹਾਰ ਜੇ ਕਰੇ ਹੋਰ ਕਹਿੰਦੇ ਚੌਲਾਂ ਦੀ ਖੀਰ ਬਣਾਈ, ਇਸ ਤੋਂ ਬਾਅਦ ਲੈ ਕੇ ਕਹਿੰਦੇ ਭੋਜਨ ਤਿਆਰ ਕੀਤੇ ਹੈ। ਪਾਨ ਪਖਾਰ ਪਾਨ ਕੇ ਸਾਥ ਇਸ ਤਰ੍ਹਾਂ ਪਾਣੀ ਦੇ ਨਾਲ ਸਤਿਗੁਰੂ ਜੀ ਨੇ ਆਪਣੇ ਹੱਥ ਧੋ ਲੈਣਾ ਕੀਤੇ। ਆਚਵਨ ਕਰਨ ਲੱਗੇ ਜਬ ਨਾਥ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਭੋਜਨ ਛਕਣ ਲੱਗ ਪਏ, ਲਖ ਆਵਕਾਸ਼ ਨਾਨਕੀ ਆਈ ਵੀ ਹੋਰ ਤਾਂ ਹੁਣ ਕੋਈ ਨਹੀਂ, ਸਤਿਗੁਰੂ ਕੱਲੇ ਭੋਜਨ ਛਕ ਰਹੇ ਹੋ। ਸਮਾਂ ਜਾਣ ਕੇ ਮਾਨਕੀ ਜੀ ਆ ਗਏ। ਬੈਠੀ ਆਬ ਬੰਦਨ ਕਰ ਸਾਈ ਆਪਣੇ ਮਾਲਕ ਸਤਿਗੁਰਾਂ ਨੂੰ ਹਿਰਦੇ ਦੀ ਨਮਸਕਾਰ ਕਰਕੇ ਬੈਠ ਗਈ। ਸਨੈ ਸਨੈ ਗੁਰ ਅਚਹਿ ਆਹਾਰਾ ਗੁਰੂ ਹਰਗੋਬਿੰਦ ਸਾਹਿਬ ਜੀ ਸਹਿਜ ਸਹਿਜ ਨਾਲ ਭੋਜਨ ਛਕ ਰਹੇ। ਹਾਥ ਜੋਰ ਪਤ ਸਾਥ ਇੱਧਰ ਉਚਾਰਾ ਨਾਨਕੀ ਨੇ ਪਤੀ ਸਤਿਗੁਰਾਂ ਦੇ ਨਾਲ ਕਹਿੰਦੇ ਹੱਥ ਜੋੜ ਕੇ ਬਚਨ ਕਿਹਾ, ਸੁਨਹੁ ਗਰੀਬ ਨਿਵਾਜ ਸੋ ਅਰਜੀ ਹੇ ਗਰੀਬਾਂ ਨੂੰ ਵਡਿਆਉਣ ਵਾਲੇ ਸਤਿਗੁਰੂ ਮੇਰੀ ਬੇਨਤੀ ਸੁਣ ਲਓ। ਮੋਹਿ ਬਤਾਵੋ ਆਪਨ ਮਰਜੀ ਮਹਾਰਾਜ ਤੁਹਾਡੀ ਆਪਣੀ ਮਨ ਦੀ ਮਰਜ਼ੀ ਕੀ ਹੈ ਨਾ ਉਹ ਮੈਨੂੰ ਦੱਸੋ। ਸਭ ਤੇ ਲਗ ਨੰਦਨ ਇਹ ਮੇਰੋ ਇਹ ਮੇਰਾ ਜਿਹੜਾ ਪੁੱਤਰ ਤੇਗ ਬਹਾਦਰ ਇਹ ਸਾਰਿਆਂ ਤੋਂ ਛੋਟਾ ਹੈ, ਵੇਖ ਲਓ। ਇਸ ਦੇਸ਼ ਤੇ ਸੰਸਾ ਬਹੁ ਤੇਰੋ ਇਸ ਤਰਫੋਂ ਮੈਨੂੰ ਤਾਂ ਬੜਾ ਸਾਸਾ ਲੱਗਿਆ ਹੋਇਆ। ਕਹਾ ਭਵਿਖਿਅਤ ਮੈਂ ਇਹੋ ਕਰ ਹੈ ਇਹ ਮੇਰਾ ਛੁੱਟਰ ਜਿਹੜਾ ਛੋਟਾ ਪੁੱਤਰ ਹੋਣ ਵਾਲੇ ਸਮੇਂ ਵਿੱਚ ਭਲਾ ਕੀ ਕਰੇਗਾ। ਬੁੱਧ ਵਿਵਹਾਰ ਏਕ ਨਹਿ ਧਰ ਹੈ ਇਹ ਨਾ ਤਾਂ ਵਿਵਹਾਰ ਵਾਲੀ ਜਿਹੜੀ ਬੁੱਧੀ ਇੱਕ ਮਨੀ ਰੱਖਦਾ, ਇਹਨੂੰ ਤਾਂ ਕੋਈ ਕੰਮ ਹੀ ਨਹੀਂ ਕਰਨਾ ਆਉਂਦਾ ਹੈ। ਕਿਤ ਇਹ ਜਾਏ ਬਸੈ ਕਿਸ ਥਾਨ ਦੱਸੋ ਪਤੀ ਸਤਿਗੁਰੂ ਕਿਸ ਥਾਂ ਤੇ ਕਿੱਥੇ ਜਾ ਕੇ ਬਸੇਗਾ। ਕਿਮ ਠਾਨਹਿ ਆਪਣੀ ਗੁਜਰਾਨ ਉਸ ਤੋਂ ਬਾਅਦ ਆਪਣਾ ਜਿਹੜਾ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰੇਗਾ। ਦਈ ਸ਼ਕਤ ਅਰ ਦੋਨੋ ਨਗਰੀ
ਸਾਗਰੀ। ਕਹਿੰਦੇ ਨਾਲੇ ਸ਼ਕਤੀਆਂ ਵੀ ਦੇ ਦਿੱਤੀਆਂ, ਦੋਵੇਂ ਨਗਰ ਵੀ ਤੁਸੀਂ ਦੇ ਦਿੱਤੇ। ਪੌਤਰ ਭਏ ਮਾਲਿਕ ਵਸ ਸਾਗਰੀ। ਸਾਰੀਆਂ ਵਸਤੂਆਂ ਨਗਰਾਂ ਦੇ ਮਾਲਕ ਤਾਂ ਦੋਵੇਂ ਪੋਤਰੇ ਹੋ ਗਏ। ਸੋ ਗਰੀਬ ਤੁਮ ਜਾਣਿਓ ਨਾਹੀ। ਉਹ ਮੇਰਾ ਪੁੱਤਰ ਤੇਗ ਬਹਾਦਰ ਤਾਂ ਬੜਾ ਗਰੀਬ ਜਿਹਾ ਸੀ, ਉਹਨੂੰ ਤਾਂ ਅਸੀਂ ਬੜਾ ਮੋਟਾ ਨਹੀਂ ਕੋਈ ਜਾਣਿਆ। ਲਗ ਨੰਦਨ ਸ਼ਕਤ ਨਾ ਜਿਸ ਮਾਹੀ। ਛੋਟਾ ਮੇਰਾ ਪੁੱਤਰ ਹੈ, ਜਿਹਦੇ ਵਿੱਚ ਕੋਈ ਮਾੜੀ ਮੋਟੀ ਵੀ ਸ਼ਕਤੀ ਹੈ ਨਹੀਂ। ਕਰ ਹੈ ਵਿਰੋਧ ਧੀਰ ਮਲ ਭਾਰਾ। ਜਿਹੜਾ ਧੀਰ ਮਾਲਾ ਉਹ ਤਾਂ ਪਹਿਲਾਂ ਹੀ ਇਹਨਾਂ ਨੂੰ ਬੜਾ ਵੈਰ ਵਿਰੋਧ ਕਰਦਾ, ਦੇਖਣਾ ਹੀ ਨਹੀਂ ਚਾਹੁੰਦਾ। ਪਰਵਿਰਸ਼ਨ ਦੇ ਨ ਪੁਰ ਕਰ ਤਾਰਾ। ਇਹ ਮੇਰਾ ਪੁੱਤਰ ਕਿਤੇ ਕਰਤਾਰਪੁਰ ਵੀ ਚਲਿਆ ਗਿਆ, ਇਹ ਤੇਗ ਬਹਾਦਰ ਸਾਹਿਬ ਨੂੰ ਉਹਨੇ ਅੰਦਰ ਨਹੀਂ ਵੜਨ ਦੇਣਾ ਹੈ। ਕੀਰਤਪੁਰ ਕੇ ਸਹਿਤ ਸੁਗਾਦੀ। ਬਾਕੀ ਜਿਹੜਾ ਇਹ ਕੀਰਤਪੁਰ ਸਾਹਿਬ ਹੈ, ਗੁਰਤਾ ਗੱਦੀ ਦੇ ਸਮੇਤ ਸ੍ਰੀ ਹਰਿ ਰਾਏ ਪਾਏ ਸੁਖ ਸ਼ਾਦੀ। ਉਹ ਸ੍ਰੀ ਹਰਿ ਸਾਹਿਬ ਜੀ ਨੇ ਪਾ ਲਿਆ, ਕਹਿੰਦੇ ਇਸ ਕਰਕੇ ਸੁਖ ਹੁੰਦੇ ਸੇ ਖੁਸ਼ੀਆਂ ਮਨਾਵੇਗਾ। ਸੂਰਜ ਮਲ ਕੋ ਬਾਕ ਬਖਾਨਾ। ਬਾਕੀ ਜਿਹੜਾ ਸੂਰਜਮਲ ਪੁੱਤਰ, ਉਹਨਾਂ ਨੂੰ ਤੁਸੀਂ ਬਚਨ ਕਹਿ ਦਿੱਤਾ ਹੈ। ਤਿਸ ਕੋ ਵਰਦਹਿ ਬੰਸ ਮਹਾਨਾ। ਇਹ ਬਚਨ ਕਹਿ ਦਿੱਤਾ ਵੀ ਉਹਦਾ ਹੰਸ ਵੰਸ ਅੱਗੇ ਵਧੇ ਫੁੱਲੇਗਾ, ਗੁਰਤਾ ਗੱਦੀ ਵੀ ਇਹਨੂੰ ਕਿਸੇ ਸਮੇਂ ਮਿਲ ਜਾਏਗੀ। ਗੁਰਤਾ ਭੀ ਕਬਹੋ ਕੇ ਤੋਵ ਬੰਸ। ਇਹ ਵੀ ਕਹਿ ਦਿੱਤਾ ਵੀ ਤੁਹਾਡੀ ਕਿਤੇ ਵੰਸ਼ ਵਿੱਚ ਗੁਰਤਾ ਗੱਦੀ ਵੀ ਆ ਜੇ, ਮੱਥੇ ਵੀ ਟਿਕਾ ਲਵੋਗੇ। ਪਾਵਹਿ ਗੇ ਦਾਰਿਦ ਬਦ ਅੰਸ। ਹਾਂ ਕਹਿੰਦੇ ਗੁਰਤਾ ਗੱਦੀ ਪਾ ਕੇ ਜਿੰਨਾ ਦਰਿਦਰ ਪਿਆ ਸਾਰਾ ਨਾਸ਼ ਕਰ ਲਓਗੇ। ਮਮ ਸੁਤ ਕੋ ਕਿਮ ਦੇਤ ਨਾ ਗੁਰਤਾ। ਇਹ ਮੇਰੇ ਪੁੱਤਰ ਤੇਗ ਬਹਾਦਰ ਸਾਹਿਬ ਨੂੰ ਕਿਵੇਂ ਨਹੀਂ ਤੁਸੀਂ ਗੁਰਤਾ ਗੱਦੀ ਦਿੰਦੇ। ਤੁਮਰੇ ਅਨੁਸਾਰੀ ਨਿਤ ਵਰਤਾ। ਇਹ ਤਾਂ ਪੁੱਤਰ ਤੁਹਾਡੇ ਆਗਿਆ ਅਨੁਸਾਰੀ ਹੋ ਕੇ ਹਮੇਸ਼ਾ ਵਰਤਦਾ ਰਿਹਾ। ਗਨ ਬਿਕਾਰ ਹੰਕਾਰ ਜਿਆਦ। ਜਿਵੇਂ ਸਮੂਹ ਬੇਕਾਰ ਹੁੰਦੇ, ਕਾਮ ਕ੍ਰੋਧ ਲੋਭ ਹੰਕਾਰ ਆਦਿਕ, ਤਰਹਿ ਨ ਕਬਹੂ ਕਰਹਿ ਇਹ ਪਰਮਾਦ। ਕੋਈ ਨਹੀਂ ਧਾਰਨ ਕਰਦਾ, ਇਹਦੇ ਅੰਦਰ ਕੋਈ ਪਰਮਾਤਮਾ ਹੀ ਨਹੀਂ ਹੈ। ਬਿਨ ਗੁਰਤਾ ਕੀ ਸ਼ਕਤ ਬਹੀਨ। ਹਾਂ ਬਿਨਾਂ ਕਹਿੰਦੇ ਗੁਰਤਾ ਗੱਦੀ ਤੋਂ ਸ਼ਕਤੀ ਤੋਂ ਬਿਨਾਂ ਮਮ ਸੁਤ ਕੋ ਸਕਹਿ ਨ ਚੀਨ। ਮੇਰੇ ਪੁੱਤਰ ਨੂੰ ਤਾਂ ਕਿਸੇ ਨੇ ਕੋਈ ਜਾਣ ਹੀ ਨਹੀਂ ਸਕਣਾ ਹੈ। ਕੌਣ ਸਿੱਖ ਚੱਲ ਕਰ ਢਿਗ ਆਵੇ। ਦੇਖੋ ਮੇਰੇ ਪੁੱਤਰ ਦੇ ਕੋਲ ਕਿਹੜਾ ਸਿੱਖ ਸ਼ਕਤ ਚਲ ਕੇ ਆ ਜਾਏਗਾ। ਕੋ ਅਰਪਹਿ ਭੇਟਨ ਕੋ ਲਿਆਵੇ। ਕੌਣ ਕੋਈ ਭੇਟਾ ਕਰੇਗਾ, ਕੌਣ ਭੇਟਾ ਲਿਆ ਕੇ ਪਏਗਾ। ਮਾਰੋ ਬਸੂਰਤ ਦੇਖਤ ਨੰਦਨ। ਆਪਣੇ ਪੁੱਤਰ ਨੂੰ ਭੁੱਖੇ ਤੇ ਹੈ ਮਰਦਾਂ ਦੇਖ ਕੇ ਮੈਂ ਚੁਰਾਂਗੀ। ਬਨ ਹੈ ਸ਼ਰੀਕੀ ਸਭ ਜਗ ਬੰਦਨ। ਸਾਡੇ ਜਿਹੜੇ ਸ਼ਰੀਕ ਉਹ ਸਾਰੇ ਸੰਸਾਰ ਦੇ ਮੱਥੇ ਟਿਕਾਉਣ ਯੋਗ ਬਣ ਜਾਣ। ਤਿਨ ਕੈ ਸਕਲ ਪਦਾਰਥ ਆਵੇ। ਕਹਿੰਦੇ ਉਹ ਪੁੱਤਰਿਆਂ ਦੇ ਘਰ ਵੀ ਸਾਰੇ ਪਦਾਰਥ ਹੋਣਗੇ। ਹਮ ਬੈਠੇ ਤਿਨ ਔਰ ਤਕਾਵੇ। ਅਸੀਂ ਕਹਿੰਦੇ ਦੋਵੇਂ ਜੀ ਘਰ ਵਿੱਚ ਬੈਠੇ ਉਹਨਾਂ ਵੱਲੀ ਝਾਕਾਂਗੇ। ਆਸ ਸੁਤ ਪਾਰ ਕਿਉ ਦਇਆ ਨ ਧਰਤੇ। ਐਸਾ ਮੇਰਾ ਜਿਹੜਾ ਪੁੱਤਰ ਤੇਗ ਬਹਾਦਰ ਉੱਪਰ ਤੁਸੀਂ ਕਿਉਂ ਨਹੀਂ ਦਇਆ ਕਰਦੇ। ਨਿਜ ਸਮ ਜਗ ਕੋਰ ਕਿਉ ਨਹਿ ਕਰਤੇ। ਆਪਣੇ ਬਰਾਬਰ ਦਾ ਗੁਰੂ ਸੰਸਾਰ ਦਾ ਕਿਉਂ ਨਹੀਂ ਤੁਸੀਂ ਕਰ ਦਿੰਦੇ ਇਹਨਾਂ ਨੂੰ। ਸੁਨਹਿ ਗੁਰੂ ਭੋਜਨ ਕੋ ਖਾਹੇ। ਗੁਰੂ ਮਹਾਰਾਜ ਨਾਲੇ ਭੋਜਨ ਛਕੀ ਜਾਂਦੇ, ਨਾਲੇ ਨਾਨਕੀ ਪਤਨੀ ਦੀ ਗੱਲ ਸੁਣੀ ਜਾਂਦੇ। ਚਿਤ ਵਹਿ ਇਸ ਪਰਵਾਸਾ ਨਾਹੇ। ਜਿਤ ਵੇ ਸੋਚਦੇ ਮੈਨੂੰ ਮਾੜਾ ਮੋਟਾ ਵੀ ਪਰਮੇਸ਼ਰ ਗੁਰੂ ਤੇ ਭਰੋਸਾ ਹੈ ਨਹੀਂ ਹੈ। ਤ੍ਰਿਪਤ ਹੋਏ ਪੁਨ ਪਾਨੀ ਲੀਨ। ਮਹਾਰਾਜ ਭੋਜਨ ਛਕ ਕੇ ਤ੍ਰਿਪਤ ਹੋਵੇ ਫਿਰ ਚੱਲ ਲੈ ਲਿਆ ਹੈ। ਪਾਨ ਪਖਾਰ ਚੁਰੇ ਕੋ ਕੀਨ। ਹਾਂ ਇਸ ਤਰ੍ਹਾਂ ਚੁੜੇ ਕੀਤੇ ਹਨ, ਫਿਰ ਕਹਿੰਦੇ ਹੱਥ ਧੋ ਲੈਣਾ ਕੀਤੇ। ਕਹਿਓ ਬਾਕ ਧੀਰਜ ਕੋ ਧਾਰ। ਫਿਰ ਬਚਨ ਕਿਹਾ ਹੈ ਪਤਨੀ ਤੂੰ ਧੀਰਜ ਧਾਰ। ਨਿਜ ਸੁਤ ਸਭ ਲਾਇਕ ਮੈਂ ਨਿਰਧਾਰ। ਨਿਰਣਾ ਕਰ ਲਾ, ਤੇਰਾ ਪੁੱਤਰ ਸਭ ਤਰ੍ਹਾਂ ਕਰਕੇ ਹਰ ਪੱਖ ਤੋਂ ਯੋਗ ਹੈ। ਬਿਨ ਗੁਰਤਾ ਗੁਰ ਹੀ ਸਮ ਸੋਏ। ਭਾਵੇਂ ਗੁਰਤਾ ਗੱਦੀ ਨਹੀਂ ਇਹਨੂੰ ਮਿਲੀ, ਕਹਿੰਦੇ ਫੇਰ ਵੀ ਇਹ ਗੁਰੂ ਦੇ ਸਮਾਨ ਹੀ ਹੈ। ਵੇਖ ਲਾ ਪੂਜਨ ਉਚਿਤ ਲਖ ਹੈ ਸਭ ਕੋਏ। ਜਿੰਨੇ ਗੁਰੂ ਕੇ ਸਿੱਖ ਹੈ ਨੂੰ ਪੂਜਾ ਕਰਨ ਦੇ ਯੋਗ ਜਾਣਨਗੇ, ਭਾਵੇਂ ਗੱਦੀ ਨਹੀਂ ਮਿਲੀ
ਤਾਂ ਵੀ ਗੁਰੂ ਵਾਂਗੂ ਇਹਨੂੰ ਮੰਨਣਗੇ। ਸੁਨਤ ਨਾਨਕੀ ਨੈਣਨ ਨੀਰ, ਨਾਨਕੀ ਸੁਣ ਕੇ ਸੱਚ ਨਹੀਂ ਮੰਨਦੀ, ਅੱਖਾਂ ਵਿੱਚ ਪਾਣੀ ਜਾ ਭਰ ਲਿਆ ਹੈ। ਰੁਦਤ ਬੋਲਤੀ ਸਤਿਗੁਰ ਤੀਰ, ਮਹਾਰਾਜ ਕੋਲ ਬੈਠੀ ਹੋਈ ਨਾਲੇ ਰੋਂਦੀ ਪਿੰਡਦੀ ਨਾਲੇ ਗੱਲਾਂ ਕਰਦੀ ਹੈ। ਗਦ ਗਦ ਘੇਰਾ ਦੁਖੀ ਬਹੁ ਹੋਈ, ਹਾਂ ਕਹਿੰਦੇ ਬਹੁਤ ਦੁਖੀ ਹੋਈ, ਗਦ ਗਦ ਹੋ ਗਿਆ, ਗਲਾ ਜਾ ਭਰਿਆ ਹੈ ਇਸ ਦਾ। ਤਾਰਾ ਲਬਦ ਹਮ ਸੁਖ ਨਹਿ ਕਹਿੰਦੀ ਕੋਈ, ਸਾਡੀ ਕਿਸਮਤ ਦਾ ਕੋਈ ਸੁਖ ਹੈ ਨਹੀਂ ਦਿਸਦਾ। ਅਟਲ ਰਾਏ ਸੁਤ ਜਿਉ ਨ ਜਾਨ, ਹਾਂ ਜਾਣ ਲੋ ਮੇਰਾ ਪੁੱਤਰ ਜਿਹੜਾ ਟਲ ਰਾਏ ਸੀ ਉਹ ਵੀ ਜੀ ਨਹੀਂ ਸਕਿਆ ਸੰਸਾਰ ਵਿੱਚ। ਕਹੇ ਆਪ ਕੇ ਤਿਆਗੇ ਪ੍ਰਾਨ, ਅਸੀਂ ਕਹਿ ਦਿੱਤਾ ਵੀ ਜਾ ਅਸਾਂ ਰਹਾਂਗੇ, ਜਾ ਟਲ ਰਹੇ ਤੂੰ ਰਹਾ, ਤੁਹਾਡੇ ਕਿ ਉਹਨੇ ਪ੍ਰਾਣ ਛੱਡਤੇ ਅਮਰਸਾਰ। ਤੈਸੀ ਗਤ ਕੁਛ ਜਾਣੀ ਜਾਏ, ਇਹ ਪਤੀ ਉਸੇ ਤਰ੍ਹਾਂ ਦੀ ਗੱਲ ਕੋਈ ਹੁਣ ਜਾਣੀ ਜਾਂਦੀ ਹੈ। ਤੇਗ ਬਹਾਦਰ ਅਬ ਦੁਖ ਪਾਏ, ਤੇ ਹੁਣ ਮੇਰਾ ਪੁੱਤਰ ਤੇਗ ਬਹਾਦਰ ਵੀ ਦੁੱਖ ਪਾਊਗਾ, ਔਖਾ ਹੋਊਗਾ। ਮੁਝ ਸਮੇਤ ਜੀਏ ਸਕ ਹੈ ਕਿ ਹਾਂ ਨਾਹੀ, ਮੇਰੇ ਸਮੇਤ ਮੇਰਾ ਪੁੱਤਰ ਸੰਸਾਰ ਵਿੱਚ ਜਿਉਂਦਾ ਰਹੇ ਕਿ ਜੇ ਨਾ ਹੀ ਜੀ ਸਕੇ। ਕਰਿਓ ਆਦਰ ਸਹਿਓ ਨਾ ਜਾਈ, ਜਿਹੜਾ ਤੁਸੀਂ ਨਿਰਾਦਰ ਕਰ ਦਿੱਤਾ ਨਾ ਸਾਡਾ ਇਹ ਪੁੱਤਰ ਦਾ, ਕਹਿੰਦੇ ਮੈਥੋਂ ਤਾਂ ਨਹੀਂ ਸਹਾਰਿਆ ਜਾਂਦਾ। ਤੁਮਰੇ ਤਨ ਤਿਆਗਨ ਕੇ ਆਗੇ, ਇਸ ਕਰਕੇ ਤੁਹਾਡੇ ਸੀ ਛੱਡਣ ਤੋਂ ਅੱਗੇ ਅੱਗੇ ਪਹਿਲਾਂ ਮਰ ਹੈ ਹਮ ਦੋਨੋਂ ਦੁਖ ਪਾਕੇ, ਅਸੀਂ ਤਾਂ ਦੋਵੇਂ ਕਹਿੰਦੇ ਮਾਂ ਪੁੱਤਰ ਕਹਿੰਦੇ ਦੁੱਖਾਂ ਵਿੱਚ ਭਰੇ ਮਰ ਮੁੱਕ ਜਾਵਾਂਗੇ। ਹੋਏ ਨਹਿ ਸਕ ਹੈ ਸ਼ਰੀਕ ਅਧੀਨ, ਆ ਜਿਹੜੇ ਸ਼ਰੀਕ ਸਰੂਕ ਜੇ ਇਹਨਾਂ ਦੇ ਤਾਂ ਨਹੀਂ ਬਸ ਹੋਵਾਂਗੇ। ਜਾਂ ਤੇ ਮਰਬੋ ਨੀਕੇ ਚੀਨ, ਇਸ ਕਰਕੇ ਅਸੀਂ ਤਾਂ ਮਾਂ ਪੁੱਤਰ ਮਰਨਾ ਹੀ ਚੰਗਾ ਜਾਣਦੇ ਹਾਂ। ਤੁਮ ਪਾਛੇ ਮਰ ਹੈ ਨਹਿ ਆਛੇ, ਇਹ ਤੁਹਾਡੇ ਬਾਅਦ ਵਿੱਚ ਜਿਹੜਾ ਮਰਨਾ ਉਹ ਸਾਡੇ ਲਈ ਚੰਗਾ ਨਹੀਂ ਹੋਵੇਗਾ। ਸੰਧਿਆ ਪ੍ਰਾਤ ਮਰਨ ਅਬ ਬਾਂਛੇ, ਇਸ ਕਰਕੇ ਪਤੀ ਸੱਚ ਕਹਿਣੀ ਹੈ, ਸ਼ਾਮ ਨੂੰ ਜਾਂ ਸਵੇਰੇ ਅਸੀਂ ਮਰਨਾ ਚਾਹੁੰਦੇ ਹਾਂ, ਤੁਹਾਡੇ ਜਿਉਂਦਿਆਂ ਚਾਹੁੰਦੇ ਹਾਂ। ਇਤਿਆਦਿਕ ਬਹੁ ਕੀਨ ਉਚਾਰੀ, ਇਸ ਤੋਂ ਆ ਲੈ ਕੇ ਤਾਨੇ ਮਿਹਣੇ ਜੇ ਮਾਰ ਕੇ ਬਹੁਤ ਕੁਛ ਕੀਆ। ਸੁਨ ਗੁਰ ਕਾਇਲ ਭੇਤ ਇਸ ਬਾਰੀ, ਗੁਰੂ ਮਹਾਰਾਜ ਸੁਣ ਕੇ ਕਾਇਲ ਜੇ ਹੋਈ, ਇਹਨਾਂ ਨੂੰ ਮਾੜਾ ਮੋਟਾ ਦੇਈਏ ਖੜਾ ਛਡਾਈਏ। ਬਹੁ ਪਰਵਾਰ ਜਾਨ ਜੰਜਾਰ, ਜਾਣ ਲਿਆ ਵੀ ਜਿਹੜਾ ਬਹੁਤਾ ਟੱਬਰ ਟੀਰ ਹੁੰਦਾ ਵੀ ਫਾਹਾ ਜੰਜਾਲ ਹੀ ਹੁੰਦਾ। ਨਹਿ ਸਮਝਤ ਇਹ ਹਿਰਦੈ ਮੁਝਾਰ, ਦੇਖ ਲੋ ਕਿੰਨਾ ਸਮਝਾਉਨੇ ਆ, ਪਰ ਇਹ ਲਾਣਾ ਕਹਿੰਦੇ ਮਨ ਵਿੱਚ ਸਮਝਦਾ ਹੀ ਨਹੀਂ, ਉਹੀ ਫਿਰ ਬੋਲੀ ਜਾਂਦਾ ਹੈ। ਹੋ ਤੋ ਰੁਮਾਲ ਪਹੁੰਚਤੇ ਹਾਥ, ਗੁਰੂ ਮਹਾਰਾਜ ਭੁੱਲ ਨਹੀਂ ਸਕੇ ਆਪਣੇ ਹੱਥ ਵਿੱਚ ਰੁਮਾਲ ਜਿਹਾ ਸੀ, ਉਹਦੇ ਨਾਲ ਹੱਥ ਜਿਹਾ ਸਾਫ਼ ਕਰ ਰਹੇ ਸੀ। ਸੋ ਇਕਠੋ ਕਰ ਕੈ ਤਬ ਨਾਥ, ਗੁਰੂ ਮਹਾਰਾਜ ਨੇ ਹੱਥ ਜੇ ਸਾਫ਼ ਕਰਕੇ ਔਰ ਰੁਮਾਲ ਜਿਹਾ ਇਕੱਠਾ ਜਿਹਾ ਕਰਕੇ ਝੋਰੀ ਬਿਖੈ ਡਾਰ ਸੋ ਦੀਨ, ਮਹਾਰਾਜ ਨੇ ਉਹ ਜਿਹੜਾ ਰੁਮਾਲ ਜਿਹਾ ਸਿੱਟ ਕੇ ਤੇ ਆਪਣੀ ਪਤਨੀ ਦੇ ਝੋਲੀ ਵੀ ਛੱਡ ਦਿੱਤਾ ਹੈ। ਕੁਛ ਕੋ ਕੋਪ ਤੇ ਬੋਲਨ ਕੀਨ, ਹਾਂ ਕੋਈ ਗੁੱਸੇ ਵਿੱਚ ਆ ਕੇ ਵੀ ਬੋਲਣਾ ਕੀਤਾ ਹੈ। ਚਹਿਤ ਰਹਿਤ ਜਿਹ ਕਹਿਤ ਵਿਸਾਲਾ, ਇਹ ਜਿਹੜਾ ਤੂੰ ਚਾਹੁੰਦੀ ਰਹਿਨੀ ਹੈ ਬਹੁਤਾ ਕਹਿਨੀ ਰਹਿਨੀ ਹੈ। ਸੋ ਗੁਰਤਾ ਲੀਜਹਿ ਇਸ ਕਾਲਾ, ਲੈ ਗੁਰਤਾ ਗੱਦੀ ਹੋਏ ਸਮੇਂ ਤੂੰ ਲੈ ਲੈ ਫਿਰ ਰੁਮਾਲ ਦੇਤਾ ਤੈਨੂੰ। ਹਮ ਕੋ ਕਾਇਲ ਕਰਤੈ ਲੀਨ, ਕਹਿੰਦੇ ਸਾਨੂੰ ਤੂੰ ਬਹੁਤਾ ਕਹਿ ਜਾ ਕਰਕੇ ਬਹੁਤਾ ਐ ਗੁੱਸੇ ਵਿੱਚ ਮਨਾ ਕੇ ਜੇ ਲਿਆ ਹੈ। ਸੰਕਟ ਸਹਿਤ ਹੋਏ ਜਸ ਪੀਨ, ਕਹਿੰਦੇ ਜਸ ਤਾਂ ਬਹੁਤ ਹੋਊਗਾ ਤੇ ਦੁੱਖ ਵੀ ਤੈਨੂੰ ਬਹੁਤ ਹੋਣਗੇ। ਫਿਰ ਗੁਰਤਾ ਪਾਏ ਕਸ਼ਟ ਕੋ ਧਾਰਹਿ, ਗੰਗਾ ਕਹਿੰਦੇ ਗੁਰਤਾ ਗੱਦੀ ਪਾ ਕੇ ਦੁੱਖ ਵੀ ਧਾਰੇਗੀ, ਔਖੀ ਵੀ ਤੂੰ ਮਾਂ ਜ਼ਿਆਦਾ ਹੋਵੇਗੀ। ਅਨਕ ਬਖੇਰੇ ਉਠੈ ਨ ਟਾਰਹਿ, ਇੰਨੇ ਝਗੜੇ ਉੱਠਣਗੇ ਤੂੰ ਨਹੀਂ ਟਾਲ ਸਕੇਂਗੀ। ਸਹ ਸ਼ਰੀਕ ਪਰ ਬਿਗਨ ਅਨੇਕ, ਆਪਣੇ ਸ੍ਰੀ ਅਨੇਕਾਂ ਤਰ੍ਹਾਂ ਦੇ ਦੁੱਖ ਕਸ਼ਟ ਬਿਗਨ ਤੂੰ ਸਹਾਰੇਗੀ। ਤਬ ਸੁਤ ਰਾਖੈ ਗੁਰਤਾ ਟੇਕ, ਪਰ ਇੰਨੀ ਗੱਲ ਹੈ ਤੇਰਾ ਜਿਹੜਾ ਪੁੱਤਰ ਹੈ ਨਾ ਗੁਰਤਾ ਗੱਦੀ ਦਾ ਸਹਾਰਾ ਬਣ ਕੇ ਸਭ ਦਾ ਰੱਖ ਲਏਗਾ, ਸਭ ਦੀ ਰੱਖਿਆ ਕਰ ਲਵੇਗਾ। ਪੁੰਨ ਪੌਤਰਾ ਤਵ ਹੋਏ ਜਾਗੁਰ ਭਾਰੀ, ਹਾਂ ਬਾਕੀ ਇਹਨਾਂ ਦੀ ਕਾਲਣਾ ਕਰਕੇ ਜਬ ਤੱਕ ਕਰਕੇ ਤੇਰਾ ਜਿਹੜਾ ਪੁੱਤਰ ਹੈ ਉਹ ਭਾਰੀ ਜਸ ਵਾਲਾ ਭਾਰੀ ਬਲ ਵਾਲਾ ਹੋਵੇ। ਸਹਿ ਕਸ਼ਟ ਜੇ ਅਨਕ ਪ੍ਰਕਾਰੀ, ਆਓ ਪੋਤਰੇ ਵੀ ਕਹਿੰਦੇ ਅਨੇਕਾਂ ਤਰ੍ਹਾਂ ਦੇ ਦੁੱਖ ਸਹਾਰਨਗੇ, ਉਹ ਵੀ ਜੰਗਾਂ ਯੁੱਧਾਂ ਵਿੱਚ ਜਦੋਂ ਘੇਰੇ ਪੈ ਜਾਣਗੇ ਉਹਨਾਂ ਨੂੰ ਵੀ ਔਖਿਆਈ ਹੋਵੇਗੀ। ਸੁਨਤ ਨਾਨਕੀ ਝੋਰੀ ਪਾਏ, ਹਾਂ
महाराज तो ऐसे वचन सुन के रुमाल जा नानकी जी ने झोली विच पा लिया है। सो रुमाल लीनो तन लाए। हाँ जरा रुमाल अपने कहते छाती नाल ला लिया, सिर नाल ला लिया। हाथ बंद गुर देशकार बंधन। हाँ गुरु महाराज की तरफ हाथ जोड़ के नमस्कार की थी। निश्चय कीन होए गुर नंदन। भरोसा कर लिया भी मेरे पुत्र भी किसी समय भारी गुरु होवणगे। सदन आपने बैठी जाए। तो जिथे अपना रहसी मकान सी उथे जा बैठी है। सुत सो सर्ब प्रसंग सुनाए। अपने पुत्र नू सारा प्रसंग आया सुनाया भी मैं रुमाल ले गुरता गद्दी भी ले तेरे लिए। नह मन कुछ श्री तेग बहादुर। पर इधर श्री तेग बहादुर साहब जी के मन दे विच कोई इहो जिहा ख्याल ही नहीं असीं गुरता गद्दी लैनी है, गुरु बनना। एक रस बृति अनादर सादर। भावें कोई सत्कार करी जाए भावें कोई निरादर करी जाए, आप जी के मन की जिहड़ी बिरती एक रस है। इसे करके आप जी के बाणी विच भी ऐसे वैराग में लफजन जो नर दुख मैं दुख नहीं मन है, सुख स्ने और भय नहीं जाका कंचन माटी मन है। ये जरा एक समान हुंदा ना पुरुष ये सारा विच एक बराबर रहिंदे है। ਉਹਨੂੰ ਤੁਸੀਂ ਗਿਆਨਵਾਨ ਸਮਝ ਲਓ, ਜੀਵਨ ਮੁਕਤ ਪੁਰਸ਼ ਸਮਝ ਲਓ। ਨਹੀਂ ਤਾਂ 4 ਅੱਖਰ ਪੜ੍ਹ ਕੇ ਹਰ ਕੀ ਗਿਆਨੀ ਧਿਆਨੀ ਬਣਿਆ ਫਿਰਦਾ ਹੈ। ਤੇ ਕਹਿੰਦੇ ਜਿਨ੍ਹਾਂ ਦੀ ਮਨ ਦੀ ਬਿਰਤੀ ਇਹੋ ਜੀ ਨਾ ਉਹਨਾਂ ਨੂੰ ਤੁਸੀਂ ਫਿਰ ਐਸੇ ਪੂਰਨ ਗਿਆਨਵਾਨ ਸਮਝੋ, ਉਹਨਾਂ ਨੂੰ ਜੀਵਨ ਮੁਕਤ ਪੁਰਸ਼ ਸਮਝੋ। ਇਸ ਤਰ੍ਹਾਂ ਜਿਨ੍ਹਾਂ ਦੀ ਬਿਰਤੀ ਪਹਿਲਾਂ ਤੋਂ ਹੀ ਭਾਵੇਂ ਕੋਈ ਨਿਰਾਦਰ ਕਰੀ ਜਾਏ ਭਾਵੇਂ ਸਤਿਕਾਰ ਕਰੀ। ਹੁਣ ਧੀਰ ਮੱਲ ਨੇ ਬਥੇਰੀਆਂ ਗੋਲੀਆਂ ਸੀਹੇ ਮਸੰਦਲਾਂ ਹੀ ਚਲਾਈਆਂ ਤੇ ਆਪ ਵੀ ਆ ਕੇ ਸ੍ਰੀ ਤੇਗ ਬਹਾਦਰ ਸਾਹਿਬ ਨੂੰ ਬਕਾਲੇ ਗਾਲਾਂ ਕੱਢੀਆਂ ਸੀ। ਉਹ ਤੂੰ ਤੈਨੂੰ ਕੋਈ ਜਾਣੇ ਨਾ ਪਛਾਣੇ ਗੱਲ ਨਾ ਕਰਨੀ ਹੈਗੇ, ਤੂੰ ਇੱਥੇ ਗੁਰੂ ਬਣ ਕੇ ਬਹਿ ਗਿਆ ਹੈ। ਮੇਰੇ ਹੁੰਦਿਆਂ ਮੇਰਾ ਸਭ ਕੁਝ ਮੇਰੇ ਕੋਲ ਆ। ਸਾਰਾ ਕੁਝ ਚੁੱਕ ਚੁਕਾ ਕੇ ਵੀ ਗੁਰੂ ਤੇਗ ਬਹਾਦਰ ਸਾਹਿਬ ਕੋਲੋਂ ਇਹ ਧੀਰ ਮੱਲ ਲੈ ਗਿਆ ਸੀ ਬਕਾਲੇ ਤੋਂ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੁਝ ਨਹੀਂ ਕਿਹਾ ਸੀ। ਇਹ ਇਧਰ ਜਿਹੜਾ ਮੱਖਣ ਸ਼ਾਹ ਜਦੋਂ ਉਹਨੂੰ ਪਤਾ ਚੱਲਿਆ ਵੀ ਮੈਂ 500 ਮੋਹਰ ਮਾਰਨ ਨੂੰ ਭੇਟਾ ਕੀਤੀ, ਮੇਰੀ ਸਹਾਇਤਾ ਇਹਨਾਂ ਨੇ ਕੀਤੀ, ਉਹ ਕੀ ਲੱਗਦਾ ਸੀ ਉਹ ਐਸਾ ਕਿਉਂ ਕਰ ਗਿਆ ਹੈ। ਇਹ ਮਹਾਰਾਜ ਦਾ ਨਰਾਦਰ ਹੋਇਆ ਦੇਖ ਕੇ ਮੱਖਣ ਸ਼ਾਹ ਨਹੀਂ ਸਹਾਰ ਸਕਿਆ ਸੀ। ਗੁੱਸੇ ਵਿੱਚ ਫਿਰ ਆਪਣੇ ਫੌਜ ਲੈ ਕੇ ਆਇਆ। ਜਿੰਨਾ ਧੀਰ ਮੱਲ ਦੇ ਕੋਲ ਸਾਜੋ ਸਮਾਨ ਸੀ ਨਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮੇਤ ਹੀ ਸਾਰਾ ਕੁਝ ਚੁੱਕ ਚੁਕਾ ਕੇ ਸ੍ਰੀ ਤੇਗ ਬਹਾਦਰ ਸਾਹਿਬ ਦੇ ਘਰ ਦੇ ਵਿੱਚ ਲਿਆ ਰੱਖਿਆ ਸੀ। ਨਾਲੇ ਚੰਗੀ ਝਾੜ ਚਮ ਕੀਤੀ ਧੀਰ ਮੱਲ ਦੀ। ਇਹ ਸਿੰਘੇ ਮਸੰਦ ਨੂੰ ਤਾਂ ਚੰਗਾ ਮਾਰਿਆ ਕੁੱਟਿਆ ਚਾਸ਼ਾ ਛਕਾਇਆ ਸੀ ਜਿਹਨੇ ਗੋਲੀ ਵੀ ਮਾਰੇ ਤੇ ਚਲਾਈ ਸੀ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਿਸ ਵੇਲੇ ਪਤਾ ਚੱਲਿਆ ਵੀ ਇਹ ਮੱਖਣ ਸ਼ਾਹ ਸਾਰਾ ਕੁਝ ਐਸਾ ਕਰਿਆ ਹੈ, ਉਸ ਵੇਲੇ ਸਗੋਂ ਇਹਦੇ ਤੇ ਨਾਰਾਜ਼ ਹੋ ਗਏ ਵੀ ਤੂੰ ਐਸਾ ਕਿਉਂ ਕੀਤਾ ਹੈ। ਕਹਿੰਦਾ ਮਹਾਰਾਜ ਖੁਸ਼ੀ ਕਰੋ। ਮਹਾਰਾਜ ਕਹਿੰਦੇ ਵੀ ਜੇ ਸਾਡੀ ਖੁਸ਼ੀ ਚਾਹੁੰਦਾ ਨਾ ਜਿਵੇਂ ਤੂੰ ਸਾਰਾ ਕੁਝ ਲੈ ਕੇ ਆਇਆ ਇਹ ਵੀ ਸਾਰਾ ਉਹਦੇ ਘਰੇ ਮੋੜ, ਜਿਹੜਾ ਸਾਡੇ ਘਰੇ ਸਿੱਖ ਸੰਗਤਾਂ ਨੇ ਦਿੱਤਾ ਉਹ ਵੀ ਉਹਨੂੰ ਦੇ। ਸਾਡੇ ਘਰੇ ਜੋ ਕੁਝ ਪਿਆ ਚੱਕ ਕੇ ਉਹਨੂੰ ਦੇ, ਉਹਨੂੰ ਖੁਸ਼ ਕਰ, ਸਾਡਾ ਕੋਈ ਨਹੀਂ, ਸਾਨੂੰ ਖੁਸ਼ੀ ਲੈਣੀ। ਫਿਰ ਉਹ ਵਾਪਸ ਕਰਾਇਆ ਮਹਾਰਾਜ ਦੀ ਖੁਸ਼ੀ ਲੈਣ ਵਾਸਤੇ। ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਰੂਪ ਮੱਖਣ ਸ਼ਾਹ ਨੇ ਗੁਰੂ ਮਹਾਰਾਜ ਦੇ ਕੋਲ ਰੱਖ ਲਿਆ ਸੀ ਵੀ ਇਹਦਾ ਤਾਂ ਉਹਦੇ ਤੇ ਕੋਈ ਹੱਕ ਹੀ ਨਹੀਂ ਬਣਦਾ ਹੈ। ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਹਨ, ਉਹ ਤਾਂ ਅੱਗੇ ਹੈ। ਇਸ ਕਰਕੇ ਇਹ ਜਿਹੜੀ ਵਸਤੂ ਇਹਨਾਂ ਦੇ ਘਰ ਦੀ ਇਹਨਾਂ ਦੇ ਕੋਲ ਰਹਿਣੀ ਚਾਹੀਦੀ ਹੈ। ਉਹ ਫਿਰ ਇਸ ਤਰ੍ਹਾਂ ਮਹਾਰਾਜ ਦੇ ਦੱਸੇ ਤੋਂ ਬਗੈਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਹ ਮੱਖਣ ਸ਼ਾਹ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਵਿੱਚ ਬਾਬੇ ਬਕਾਲੇ ਰੱਖ ਲਿਆ ਸੀ। ਜਦੋਂ ਫਿਰ ਆਪ ਜੀ ਇੱਥੋਂ ਉਹ ਕੀਰਤਪੁਰ ਸਾਹਿਬ ਨੂੰ ਚੱਲੇ ਸਨ ਵੀ ਇੱਥੇ ਆਏ 22 ਗੱਡੀਆਂ ਵਾਲੇ ਔਖੇ ਹੁੰਦੇ ਆ,
ਇਹ ਪੂਜਾ ਪਿੱਛੇ ਪਿੱਟਾ ਪਿੱਛੇ ਲੜ ਮਰਦੇ, ਸਾਨੂੰ ਦੇਖ ਕੇ ਸਹਾਰ ਨਹੀਂ ਸਕਦੇ ਕਿ ਕਿਉਂ ਨਾ ਹੋਵੇ ਇਸ ਸਥਾਨ ਦਾ ਹੀ ਤਿਆਗ ਕਰ ਦਿੱਤਾ ਜਾਏ। ਉਹ ਫਿਰ ਆਪ ਜੀ ਕੀਰਤਪੁਰ ਸਾਹਿਬ ਵੱਲ ਨੂੰ ਚਲੇ ਆਏ ਸੀ। ਪਹਿਲਾਂ ਅੰਮ੍ਰਿਤਸਰ ਵੱਲ ਆਏ ਸੀ। ਇੱਥੇ ਮਸੰਦਾਂ ਨੂੰ ਫਿਕਰ ਲੱਗ ਗਿਆ ਵੀ ਇਹ ਆ ਗਏ ਕਿਤੇ ਸਾਡੀ ਪੂਜਾ ਨਾ ਭੇਟਾ ਲੈ ਜਾਣੇ। ਉਹ ਦਰਵਾਜ਼ੇ ਬੰਦ ਚਲੇ ਗਏ ਸੀ। ਫਿਰ ਮਹਾਰਾਜ ਨੇ ਉਹ ਇਹਨਾਂ ਨੂੰ ਬਚਨ ਕਹਿ ਨੇ ਮਸਾਂ ਤੋਂ ਅੰਮ੍ਰਿਤਸਰੀਏ ਤ੍ਰਿਸ਼ਨਾਂਤਰ ਅੰਤਰ ਸੜੀਏ। ਤੁਸੀਂ ਵੀ ਗੁਰੂ ਘਰ ਦੇ ਮਸੰਦ ਗੁਰੂ ਕੇ ਅਸਥਾਨ ਤੇ ਰਹਿਣ ਜੋ ਨਹੀਂ, ਤੁਸੀਂ ਤ੍ਰਿਸ਼ਨਾ ਦੀ ਅੱਗ ਦੇ ਨਾਲ ਅੰਦਰੋਂ ਸੜੇ ਮੱਚੇ ਹੋਏ ਹੋ। ਸੋ ਇਸ ਤਰ੍ਹਾਂ ਮਸੰਦਾਂ ਨੂੰ ਸ਼ਰਾਪ ਦੇ ਕੇ ਆ ਜਿੱਥੇ ਉਹ ਪੂਰਾ ਸਾਹਿਬ ਅਸਥਾਨ ਬਣਿਆ ਹੋਇਆ ਨਾਲ ਇੱਥੇ ਆ ਬੈਠੇ ਸਨ। ਇੱਥੋਂ ਬੈਠ ਕੇ ਫਿਰ ਬੱਲਾ ਸਾਹਿਬ ਪਿੰਡ ਵੱਲ ਨੂੰ ਚਲੇ ਗਏ ਸਨ। ਜਿਸ ਵੇਲੇ ਅੰਮ੍ਰਿਤਸਰ ਦੀਆਂ ਮਾਈਆਂ ਬੀਬੀਆਂ ਨੂੰ ਪਤਾ ਲੱਗਾ, ਇਹਨਾਂ ਨੇ ਫਿਰ ਜਾ ਕੇ ਪਿੱਛਾ ਕੀਤਾ ਕਿ ਮਹਾਰਾਜ ਗਲਤੀ ਮਸੰਦਾਂ ਨੇ ਕੀਤੀ ਹੈ ਤੇ ਮਹਾਰਾਜ ਆਪ ਐਸਾ ਬਚਨ ਕਹਿ ਰਹੇ ਹੋ। ਇਸ ਤਰ੍ਹਾਂ ਮਹਾਰਾਜ ਕਿਰਪਾ ਕਰੋ। ਉਸ ਵੇਲੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹ ਪ੍ਰਸੰਨ ਹੋ ਕੇ ਕਿਹਾ ਸੀ ਵੀ ਜਿੰਨੀਆਂ ਅੰਮ੍ਰਿਤਸਰ ਦੀਆਂ ਮਾਈਆਂ ਬੀਬੀਆਂ ਇਹਨਾਂ ਦੇ ਅੰਦਰ ਹਰਿਮੰਦਰ ਸਾਹਿਬ ਲਈ ਜ਼ਿਆਦਾ ਭਰੋਸਾ ਜੀ, ਜ਼ਿਆਦਾ ਪ੍ਰੇਮ ਪਿਆਰ, ਜ਼ਿਆਦਾ ਸ਼ਰਧਾ ਹੋਏਗੀ, ਜ਼ਿਆਦਾ ਸੇਵਾ ਕਰਨਗੀਆਂ। ਹੁਣ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਰਰੂ ਬਚਨਾ ਕਰਕੇ ਅਸੀਂ ਦੇਖੀਏ ਅੰਮ੍ਰਿਤਸਰ ਦੀਆਂ ਜਿਹੜੀਆਂ ਮਾਈਆਂ ਬੀਬੀਆਂ ਹਰਿਮੰਦਰ ਸਾਹਿਬ ਦੀ ਸੇਵਾ ਜ਼ਿਆਦਾ ਵੱਧ ਕਰ ਰਹੀਆਂ। ਦਿਨ ਰਾਤ ਤੁਸੀਂ ਦੇਖੋਗੇ ਵੀ ਇੱਧਰ ਉੱਧਰ ਝਾੜੂ ਬਹਾਰੂ ਜਲ ਨਾਲ ਲੈ ਕੇ ਸਫਾਈਆਂ ਇੱਕਰੀ ਕਰਾਈ ਜਾਣਗੀਆਂ। ਇੱਧਰੋਂ ਉੱਧਰੋਂ ਗਲੀ ਚੋਂ ਤੁਸੀਂ ਕਿਤੇ ਮਰਜ਼ੀ ਦੇਖੋ 2 ਵਜੇ ਤੋਂ ਬਾਅਦ ਸਭ ਤੋਂ ਪਹਿਲਾਂ ਮਾਈਆਂ ਨਹਾ ਧੋ ਕੇ ਉੱਧਰ ਮੱਥਾ ਟੇਕਣ ਜਾਣਗੀਆਂ। ਇੱਧਰ ਤਾਂ ਸਾਡਾ ਦਿਨ ਵੀ 6 ਵਜੇ ਤੋਂ ਬਾਅਦ ਨਿਕਲਦੀ ਹੈ, ਉੱਧਰ 2 ਵਜੇ ਤੋਂ ਬਾਅਦ ਇੱਧਰ ਨੂੰ ਤੁਰ ਪੈਣਗੀਆਂ। ਇੱਧਰ ਕੋਈ ਸੁਖਮਨੀ ਪੜ੍ਹਦੀ ਜਾਂਦੀ, ਕੋਈ ਜਪਜੀ ਦਾ ਪਾਠ, ਕੋਈ ਵਾਹਿਗੁਰੂ ਵਾਹਿਗੁਰੂ, ਕੋਈ ਮੂਲ ਮੰਤਰ ਦਾ ਜਾਪ। ਸੋ ਇਸ ਤਰ੍ਹਾਂ ਜੇ ਕਿਸੇ ਨੇ ਦੇਖਣਾ ਹੋਵੇ ਆ ਬੁੰਗਾ ਬਣਿਆ ਸੰਤ ਬਾਬਾ ਸੁੰਦਰ ਸਿੰਘ ਜੀ ਦਾ, ਉਹ ਬਾਬਾ ਅਟਲ ਰਾਏ ਜੀ ਦੇ ਚੌਂਕ ਦੇ ਕੋਲ, ਉੱਥੇ ਤੁਸੀਂ ਰਾਤ ਰਹਿ ਪਿਓ ਤੇ ਤੁਹਾਨੂੰ ਉੱਥੋਂ ਨਾਲ ਹੀ ਬਸ 2 ਵਜੇ ਉੱਠ ਕੇ ਬਹਿ ਜਾਓ। ਆਵਾਜ਼ ਇੱਧਰੋਂ ਉੱਧਰੋਂ ਬਾਜ਼ਾਰ ਉੱਥੇ ਰਸਤਾ ਪੈਂਦਾ, ਅਟਲ ਰਾਏ ਨੂੰ ਉੱਧਰ ਜਾਂਦਾ ਰਸਤਾ, ਇੱਧਰ ਚੂਨਾ ਮੰਡੀ ਨੂੰ, ਇੱਧਰ ਦੂਜਾ ਬਾਜ਼ਾਰ ਨੂੰ ਜਾਂਦਾ ਤੇ ਉਹਦੇ ਉੱਤੇ ਉਹ ਬੁੰਗਾ ਹੈ। ਆਪਣੇ ਨਗਰ ਦਾ ਇੱਥੇ ਕਮਰਾ ਵੀ ਬਣਿਆ ਹੋਇਆ ਹੈ, ਵੀ ਉੱਥੇ ਰਾਤ ਕੱਟ ਕੇ ਦੇਖ ਲਓ। ਇੱਧਰ ਨੂੰ ਫਿਰ ਬਾਜ਼ਾਰ ਵੱਲ ਨੂੰ 2 ਵਜੇ ਦੇਖਣ ਲੱਗ ਜਾਓ। ਤੁਸੀਂ ਆਪੇ ਬਣੋਗੇ ਵੀ ਇਹ ਮਾਈਆਂ ਬੀਬੀਆਂ ਕਿਵੇਂ ਬਾਣੀ ਪੜ੍ਹਦੀਆਂ ਤੇ ਉਹ ਹੱਥ ਜੋੜ ਕੇ ਸ਼ਰਧਾ ਭਾਵਨਾ ਨੂੰ ਉਸ ਸਥਾਨ ਲਈ ਜਾਂਦੀਆਂ ਹਨ। ਇਸ ਤਰ੍ਹਾਂ ਫਿਰ ਗੁਰੂ ਮਹਾਰਾਜ ਇੱਥੋਂ ਚੱਲ ਕੇ ਬੱਲਾ ਤੋਂ ਇੱਧਰ ਕੀਰਤਪੁਰ ਸਾਹਿਬ ਆ ਗਏ। ਕੀਰਤਪੁਰ ਫਿਰ ਇੱਥੇ ਦੇਖਿਆ ਸੂਰਜਮਲ ਦੀ ਅੰਸ਼-ਵੰਸ਼, ਇਹ ਵਿਚਾਰੇ ਔਖੇ ਜੇ ਹੋ ਰਹੇ ਸੀ, ਇਹਨਾਂ ਦੀ ਮੰਨਤ ਜ਼ਿਆਦਾ ਹੋ ਗਈ ਹੈ। ਫਿਰ ਆਪ ਜੀ ਇੱਥੋਂ ਵੀ ਛੱਡ ਛਕਾ ਕੇ ਪਹਾੜਾਂ ਵੱਲ ਨੂੰ ਚੱਲ ਪਏ, ਜਿੱਥੇ ਅਨੰਦਪੁਰ ਸਾਹਿਬ ਨਗਰ ਵਸਿਆ ਹੋਇਆ। ਇੱਥੇ ਆਪ ਜੀ ਨੇ ਆਪਣੀ ਮਾਇਆ 1 ਲੱਖ ਤੋਂ 55-57 ਹਜ਼ਾਰ ਰੁਪਇਆ ਦੇ ਕੇ ਸਾਰਾ ਇਹ ਪਹਾੜ ਜਿਹਾ ਖਰੀਦ ਲਿਆ ਸੀ ਤੇ ਪਟਾ ਲਿਖਾ ਲਿਆ ਸੀ। ਫਿਰ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆ ਕੇ ਨਗਰ ਵਸਾਇਆ ਸੀ। ਇਹਦਾ ਨਾਮ ਫਿਰ ਨਾਨਕੀ ਚੱਕ ਰੱਖਿਆ ਸੀ। ਫਿਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਏ ਤੇ ਫਿਰ ਆਪ ਜੀ ਨੇ ਇਹਦਾ ਨਾਮ ਹੋਰ ਨਗਰ ਨੂੰ ਵਸਾ ਕੇ ਅਨੰਦਪੁਰ ਰੱਖ ਦਿੱਤਾ ਸੀ। ਸੋ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਬਿਰਤੀ ਸੀ, ਸਤਿਕਾਰ ਵਿੱਚ ਤੇ ਨਰਾਦਰ ਵਿੱਚ ਹਮੇਸ਼ਾ ਇੱਕ ਸਮਾਨ ਰਹੀ, ਕੋਈ ਅਸਰ ਨਹੀਂ ਹੋਇਆ ਹੈ। ਉਧਰ ਜਦੋਂ ਇਹ ਆਪ ਜੀ ਆਉਣ ਲੱਗੇ ਸਨ, ਉਹ ਬਕਾਲਾ ਸਾਹਿਬ ਤੋਂ ਹੁਣ ਜਿਹੜੇ ਗੁਰਸਿੱਖ ਹੈ ਵੀ ਮਹਾਰਾਜ ਨੂੰ ਨਾਨਕ ਤੇ ਪਤਾ ਚੱਲ ਜੇ ਸਰੂਪ ਦਾ ਵੀ ਇਹ ਨਾਲ ਨੇ, ਉਹ ਫਿਰ ਪਿੱਛੇ ਪਿੱਛੇ ਆ ਰਹੇ ਸੀ। ਜਦੋਂ ਚੌਰ ਹੁੰਦਾ ਦੇਖਿਆ, ਮਹਾਰਾਜ ਨੇ ਪੁੱਛਿਆ ਵੀ ਆਹ ਕੀ ਹੈ? ਕਹਿੰਦੇ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਰੂਪ ਹੈ। ਕਹਿਣ ਲੱਗੇ ਤਾਂ ਵੀ ਧੀਰਮਲ ਕੋਲ ਸੀ। ਕਹਿੰਦੇ ਮਹਾਰਾਜ ਮੱਖਣ ਸ਼ਾਹ ਨੇ ਬਾਕੀ ਤਾਂ ਆਪ ਜੀ ਦਾ ਹੁਕਮ ਮੰਨ ਕੇ ਬੋਕਸ ਸਭ ਕੁਝ ਕਰਵਾ ਦਿੱਤਾ ਸੀ,
ਪਰ ਗੁਰੂ ਗ੍ਰੰਥ ਸਰੂਪ ਤਾਂ ਆਪ ਜੀ ਦੇ ਘਰ ਦੀ ਵਸਤੂ, ਇਸ ਕਰਕੇ ਇਹਨੂੰ ਇੱਥੇ ਰੱਖ ਲਿਆ ਸੀ। ਮਹਾਰਾਜ ਕਹਿੰਦੇ ਨਹੀਂ ਬਈ, ਇਹ ਅਸੀਂ ਨਹੀਂ ਲੈਣਾ ਹੈ, ਇਹ ਜਿਵੇਂ ਹੈ ਧੀਰਮਲ ਦੇ ਕੋਲ ਵਾਪਸ ਪਹੁੰਚਾਓ। ਸਿੱਖ ਸੇਵਕਾਂ ਨੂੰ ਕਿਹਾ ਹੈ, ਕਹਿੰਦੇ ਮਹਾਰਾਜ ਜੋ ਮਰਜੀ ਕਹੋ, ਅਸੀਂ ਤਾਂ ਧੀਰਮਲ ਦੇ ਵੱਲ ਨੂੰ ਮੂੰਹ ਨਹੀਂ ਕਰਨਾ ਹੈ। ਜਿਹਨੇ ਤੁਹਾਡੇ ਤੇ ਗੋਲੀਆਂ ਚਲਾਈਆਂ, ਤੁਹਾਨੂੰ ਮਾਰਦੀਆਂ ਕੋਝਾਂ ਹਰਕੀਆਂ, ਉਹਦੇ ਕੋਲੇ ਅਸੀਂ ਚਲੀਏ, ਅਸੀਂ ਨਹੀਂ ਇਹ ਕਰ ਸਕਦੇ ਇਹੋ ਜਿਹੀ ਚੀਜ਼ ਤੇ। ਜਦੋਂ ਦੇਖ ਲਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਕੋਈ ਸਿੱਖ ਸੇਵਕ ਨਹੀਂ ਜਾਂਦਾ, ਮੰਨਦਾ ਨਹੀਂ ਹੈ, ਤੇ ਅਸੀਂ ਸਰੂਪ ਰੱਖਣਾ ਨਹੀਂ ਹੈ। ਫਿਰ ਉਹ ਬਿਆਸਾ ਨਦੀ ਦੇ ਕਿਨਾਰੇ ਆਪ ਜੀ ਖੜੋਤੇ ਸਨ। ਇਹ ਕਹਿਣ ਲੱਗੇ, ਲਓ ਵੀ ਚੰਗਾ ਜੇ ਉਧਰ ਨਹੀਂ ਜਾਂਦੇ, ਆ ਸਰੂਪ ਨੂੰ ਇਹਦੇ ਵਿਚਕਾਰ ਤੁਸੀਂ ਪਾਲਕੀ ਦੇ ਸਮੇਤ, ਮੰਜੀ ਸਾਹਿਬ ਦੇ ਸਮੇਤ ਸਤਿਕਾਰ ਨਾਲ ਵੀ ਚੰਗੀ ਤਰ੍ਹਾਂ ਟਿਕਾ ਦੇਵੋ। ਫਿਰ ਵੀ ਹੁਣ ਤੁਸੀਂ ਧੀਰਮਲ ਕੋਲ ਤੱਕ ਕੋਈ ਜਾਓ, ਉਹਨੂੰ ਇੰਨੀ ਗੱਲ ਤਾਂ ਕਹਿ ਦਿਓ ਵੀ ਸਰੂਪ ਭਾਈ ਲੈ ਜਾਏ, ਇੱਥੇ ਅਸੀਂ ਸੰਭਾਲ ਕੇ ਰੱਖ ਦਿੱਤਾ। ਫਿਰ ਵੀ ਕੋਈ ਸਿੱਖ ਕਹਿੰਦੇ ਵੀ ਅਸੀਂ ਨਹੀਂ ਜਾਣਾ ਉੱਥੇ। ਕੋਈ ਬਾਹਰੋਂ ਮੁਸਾਫਰ ਉਧਰ ਨੂੰ ਜਾ ਰਿਹਾ ਸੀ, ਉਹਨੂੰ ਮਹਾਰਾਜ ਨੇ ਸੁਨੇਹਾ ਦੇਣ ਲਈ ਭੇਜਿਆ ਸੀ ਵੀ ਤੂੰ ਜਾ ਕੇ ਧੀਰਮਲ ਨੂੰ ਆਖ ਵੀ ਇਹ ਸਰੂਪ ਇੱਥੇ ਆ ਕੇ ਲੈ ਜਾਏ, ਤੇ ਅਸੀਂ ਇਸ ਤਰ੍ਹਾਂ ਇਹਦੇ ਵਿੱਚ ਟਿਕਾ ਦਿੱਤਾ ਹੈ। ਧੀਰਮਲ ਸੁਣ ਕੇ ਪਹਿਲਾਂ ਤਾਂ ਔਖਾ ਜਿਹਾ ਵੀ ਹੋਇਆ ਵੀ ਦੇਖੋ ਉਹੀ ਦੀਵਾਨਿਆਂ ਮਸਾਨਿਆਂ ਵਾਲੀ ਗੱਲ ਕੀਤੀ, ਕੈਸੀ ਕੀਮਤੀ ਵਸਤੂ ਸੀ, ਉਹਨੂੰ ਪਾਣੀ ਵਿੱਚ ਰੱਖਤਾ। ਫਿਰ ਮੇਰੇ ਕੋਲ ਸੁਨੇਹਾ ਭੇਜਤਾ ਵੀ ਤੂੰ ਸਰੂਪ ਆ ਕੇ ਲੈ ਜਾਓ, ਕਿਵੇਂ ਰਹੂ ਪਾਣੀ ਵਿੱਚ, ਕਾਗਜ਼ ਗਲ ਜਾਣਗੇ। ਪਰ ਭਰੋਸਾ ਸੀ ਵੀ ਇਹ ਜੋ ਵਚਨ ਕਹਿੰਦੇ ਹੈ ਵੀ ਲੈ ਜਾ, ਵੀ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ। ਫਿਰ ਆਇਆ ਸੀ ਇਸ ਤਰ੍ਹਾਂ ਜਿਹੜੇ ਕੋਈ ਉਹ ਪਾਣੀ ਵਿੱਚ ਚੁਭੀਆਂ ਜਿਹੀਆਂ ਲਾਉਣ ਵਾਲੇ ਚੋਭੇ ਉਹਨਾਂ ਨੂੰ ਲਿਆਇਆ ਹੈ, ਤੇ ਕੋਸ਼ਿਸ਼ਾਂ ਕੀਤੀਆਂ, 3-4 ਦਿਨ ਲੱਗੇ ਰਹੇ, ਇਹ ਸਰੂਪ ਨਾ ਪ੍ਰਾਪਤ ਹੋਇਆ। ਨਿਰਾਸ਼ਾ ਜਿਹਾ ਹੋ ਗਿਆ। ਅਖੀਰੀ ਕਹਿਣ ਲੱਗਾ, ਤੇਗ ਬਹਾਦਰ ਸਾਹਿਬ ਜੀ ਤੁਸੀਂ ਕਿਹਾ ਸੀ ਵੀ ਆ ਕੇ ਲੈ ਜਾਓ, ਮਿਲਦਾ ਨਹੀਂ ਹੈ, ਜੋ ਵਚਨ ਕਿ ਆਪ ਪੂਰਾ ਕਰੋ। ਕੋਈ ਸ਼ਰਧਾ ਵਾਲਾ ਸਿੱਖ ਧੀਰਮਲ ਦੇ ਕੋਲ ਖੜੋਤਾ ਹੋਇਆ ਸੀ। ਕਹਿਣ ਲੱਗਾ, ਮਹਾਰਾਜ ਔਖੇ ਹੋਵੇ ਸੌਖੇ ਹੋਵੇ, ਮੈਂ ਇੱਕ ਗੱਲ ਕਹਿ ਰਿਹਾ ਤੁਹਾਨੂੰ। ਕਹਿੰਦੇ ਵੀ ਕਹਿ ਦੇ। ਕਹਿੰਦੇ ਨਾਰਾਜ਼ ਤਾਂ ਨਹੀਂ ਹੁੰਦੇ? ਕਹਿੰਦੇ ਨਹੀਂ, ਨਾਰਾਜ਼ ਨਹੀਂ ਹੁੰਦਾ ਹੈ। ਕਹਿੰਦੇ ਮਹਾਰਾਜ ਵੀ ਹੁਣ ਤੁਸੀਂ ਗੁਰੂ ਨਾਨਕ ਸਾਹਿਬ ਜੀ ਦਾ ਵੀ ਨਾਂ ਲੈ ਲੈਂਦੇ ਆ, ਬਾਕੀ ਸਤਿਗੁਰਾਂ ਦਾ ਵੀ ਨਾਂ ਲੈਂਦੇ ਆ। ਇਹ 8ਵੇਂ ਪਾਤਸ਼ਾਹ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਗੁਰੂ ਸਮਝਦੇ ਹੋ ਵੀ ਅਸੀਂ ਹਾਂ। ਅਸਲ ਵਿੱਚ ਇਸ ਮਾਰਾ ਗੁੱਸਾ ਨਾ ਮੰਨੋ, ਅਸਲੇ ਰੂਪ ਦੇ ਵਿੱਚ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਹੈ। ਉਹਨਾਂ ਦਾ ਨਾਂ ਲੈ ਕੇ ਨਾ ਫੇਰ ਵੀ ਅਰਦਾਸ ਕਰੋ, ਫੇਰ ਜ਼ਰੂਰ ਇਹ ਹੋ ਜਾਊਗਾ। ਉਹ ਫਸੇ ਹੋਏ ਨੇ, ਫਿਰ ਗੁਰੂ ਮਹਾਰਾਜ ਦਾ ਨਾਂ ਲਿਆ ਧੀਰਮਲ ਨੇ ਲਾਲਚ ਕਰਕੇ ਵੀ ਇਹ ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਬਚਨ ਕੀਤਾ ਸੀ ਮਹਾਰਾਜ ਵੀ ਸਰੂਪ ਮਿਲ ਜਾਏਗਾ, ਲੈ ਜਾ, ਹੁਣ ਬਚਨ ਪੂਰਾ ਕਰੋ, ਸਰੂਪ ਲਿਆਓ। ਜਦੋਂ ਅਰਦਾਸ ਕੀਤੀ ਹੈ ਤੇ ਚੋਭੇ ਨੇ ਚੁੱਭੀ ਜੀ ਮਾਰੀ। ਪਹਿਲੀ ਵਾਰੀ ਮੰਜੀ ਸਾਹਿਬ ਦੇ ਭਾਵੇ ਨੂੰ ਜਾ ਹੱਥ ਲੱਗਿਆ ਸੀ। ਝਟਪਟ ਬਾਹਰ ਆ ਕੇ ਕਿਹਾ ਵੀ ਸਰੂਪ ਮਿਲ ਗਿਆ, ਔਰ ਇੱਥੇ ਵੀ ਜ਼ਿਆਦਾ ਤਸਿਆ ਹੋਇਆ। 5-7 ਹੋਰ ਚੋਭੇ ਗਏ। 7ਵੇਂ ਦਿਨ ਜਾ ਕੇ ਸਰੂਪ ਬਾਹਰ ਲੈ ਆਂਦਾ ਸੀ। ਸਿਰਫ ਜਿਹੜੇ ਹਾਸੀਏ ਆ ਪਾਸੇ ਦੇ ਜਿਲਦ ਵਗੈਰਾ ਉਹਦੇ ਤਾਂ ਪਾਣੀ ਲੱਗ ਕੇ ਕੁਛ ਅਸਰ ਹੋਇਆ ਸੀ। ਜਿੱਥੇ ਧੁਰਕੀ ਬਾਣੀ ਦੇ ਅਕਸ਼ਰ ਨੇ ਉਹਦੇ ਤੇ ਕੋਈ ਅਸਰ ਨਹੀਂ, ਉਹ ਸਾਰੇ ਪੱਤਰੇ ਉਸੇ ਤਰ੍ਹਾਂ। ਹੁਣ ਵੀ ਤੁਸੀਂ ਜਾ ਕੇ ਕਿਤੇ ਸਰੂਪ ਦੇ ਦਰਸ਼ਨ ਹੋ ਜਾਣ, ਕੋਈ ਭਾਗਾਂ ਵਾਲੇ ਕਰ ਲੈਣ, ਵਿਸਾਖੀ ਵਾਲੇ ਦਿਨ ਤਾਂ ਕਰਾਉਂਦੇ ਤਾਂ ਹੈ ਪਰ ਨੇੜੇ ਤਾਂ ਲੱਗਣ ਨਹੀਂ ਦਿੰਦੇ। ਉਹ ਬਹੁਤ ਸਖਤ ਪ੍ਰਬੰਧ ਹੈ, ਸ਼ੀਸ਼ੇ ਲਾਇਆ, ਬਾਹਰੋਂ ਦੂਰੇ ਦਿਖਾਉਂਦੇ ਵੀ ਉਹ ਹੈ, ਕਿਉਂਕਿ ਉਸ ਵੇਲੇ ਦਾ ਇਹਨਾਂ ਨੂੰ ਫਿਕਰ ਹੈ। ਪਿੱਛੇ ਜੇ ਵੀ ਉਹ ਸਿੰਘਾਂ ਦਾ ਜ਼ੋਰ ਜਾ ਪੈ ਗਿਆ ਸੀ ਵੀ ਇਹ ਬੇਅਦਬੀ ਕਰਦੇ, ਅੰਦਰ ਸੈਫਾਂ ਵਿੱਚ ਰੱਖੀ ਜਾਂਦੇ, ਧੂਪ ਬੱਤੀ ਨਹੀਂ ਹੁੰਦੀ ਹੈ ਸਰੂਪ ਦੀ, ਇਹਨਾਂ ਤੋਂ ਖੋਈਏ ਖਿੱਚੀਏ। ਫਿਰ ਇਸ ਕਰਕੇ ਇਹਨਾਂ ਨੇ ਜ਼ਿਆਦਾ ਸਖਤਾਈ ਕੀਤੀ, ਹੁਣ ਤਾਂ ਨੇੜੇ ਵੀ ਨਹੀਂ ਫਟਕਣ ਦਿੰਦੇ। ਹੁਣ ਤੁਸੀਂ ਦੇਖੋਗੇ ਜਿਲਦ ਨਵੀਂ ਬੰਨੀ ਦਿਸੂਗੀ, ਜਿਹੜੇ ਹਾਸੀਏ ਹਨ ਉਹ ਉੱਪਰੋਂ ਤੁਹਾਨੂੰ ਪੱਤਰੇ ਜੇ ਕਾਲੇ ਜੇ ਹੋਏ ਦਿਸਣਗੇ।
ਇਸ ਤਰ੍ਹਾਂ ਜਿਹੜਾ ਸਰੂਪ ਸੀ ਗੁਰੂ ਤੇਗ ਸਾਹਿਬ ਮਹਾਰਾਜ ਦੇ ਬਚਨਾਂ ਕਰਕੇ ਉਸੇ ਤਰ੍ਹਾਂ ਸਹੀ ਸਲਾਮਤ ਰਿਹਾ। ਹਾਸੀਏ ਵਾਲੇ ਜਿਹੜੇ ਉਹ ਕਾਗਜ਼ੇ ਸਨ ਉਹ ਪਿੱਛੋਂ ਥੋੜੇ ਥੋੜੇ ਭਜ ਗਏ ਸਨ। ਉਸ ਕੌਣ ਕਰਕੇ ਜਿਲਦ ਬੰਧਨ ਕਰਕੇ ਸਰੂਪ ਸੁਭਾਏ ਮਾਨ। ऐसे सदगुरु तेग बहादुर साहब जी कोई अदब करी जाए कोई नरादर करी जाए फिर भी उन्होंने मन की प्रति एक समान रही। तो इस प्रसंग आप सुनिया है, अगे जिमें आएगा कल दे दीवान भी सुनांगे। हुण समा उपर काफी हो गए, इत्थे ही समाप्ति करिए जी। सदन आपने बैठी जाए, सुत सो सर्ब प्रसंग सुनाए। नह मन कुछ श्री तेग बहादुर, एक रस बृति अनादर सादर। वाहिगुरु जी का खालसा वाहिगुरु जी की फतेह।